ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਮੂਹ ਸੰਗਤਾਂ, ਵੀਰਾਂ ਔਰ ਭੈਣਾਂ ਦਾ ਇਸ ਗੁਰਮਤਿ ਕਲਾਸ ਦੇ ਅੰਦਰ ਸਵਾਗਤ ਹੈ ਜੀ ਆਇਆਂ ਨੂੰ ਆਖਿਆ ਜਾਂਦਾ ਹੈ। ਜਿਵੇਂ ਕਿ ਆਪ ਸਾਰਿਆਂ ਨੂੰ ਪਤਾ ਹੈ ਕਿ ਅਸੀਂ ਸਾਰੇ ਹੀ ਵੀਰ ਭੈਣ ਭਰਾ ਮਿਲ ਕੇ ਆਸਾ ਕੀ ਵਾਰ ਦੀ ਵਿਚਾਰ ਕਰ ਰਹੇ ਹਾਂ ਤੇ ਅੱਜ ਜੋ ਅਸੀਂ ਵਿਚਾਰ ਕਰਨੀ ਹੈ ਗੁਰੂ ਨਾਨਕ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਇਸ ਪਾਵਨ ਬਾਣੀ ਦੀ 7ਵੀਂ ਪੌੜੀ ਦੀ ਵਿਚਾਰ ਹੈ। ਤੇ ਇਸ ਪਾਵਨ ਪੌੜੀ ਦੇ ਨਾਲ ਇੱਕ ਸ਼ਲੋਕ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦਾ ਹੈ ਔਰ ਇੱਕ ਸ਼ਲੋਕ ਧੰਨ ਗੁਰੂ ਅੰਗਦ ਪਾਤਸ਼ਾਹ ਜੀ ਦਾ ਹੈ। ਇਸ ਦੇ ਅੰਦਰ ਹਉਮੈ ਦਾ ਜਿਹੜਾ ਹੈ ਉਹ ਸਰੂਪ ਬਿਆਨ ਕੀਤਾ ਹੈ ਕਿ ਮਨੁੱਖ ਦੀ ਜ਼ਿੰਦਗੀ ਕਿਵੇਂ ਗੁਜ਼ਰਦੀ ਹੈ। ਲੇਕਿਨ ਜਿਵੇਂ ਕਿ ਅਸੀਂ ਪਹਿਲਾਂ ਵਿਚਾਰ ਕੀਤੀ ਸੀ, ਹਉਮੈ ਦੇ ਦੋ ਤਿੰਨ ਰੂਪ ਨੇ। ਜਿਸ ਤਰ੍ਹਾਂ ਸੁਪਰ ਈਗੋ ਹੈ ਔਰ ਇਦ ਹੈ। ਜੇ ਅਸੀਂ ਦੂਜੀ ਭਾਸ਼ਾ ਦੇ ਵਿੱਚ ਆਮ ਬੋਲੀਏ ਤਾਂ ਇਸ ਦੇ ਦੋ ਤਿੰਨ ਰੂਪ ਮਿਲ ਜਾਂਦੇ ਨੇ। ਇੱਕ ਜਿਹੜਾ ਹੈ ਇਸ ਹਉਮੈ ਦਾ ਮਾੜਾ ਰੂਪ ਹੈ ਔਰ ਦੋ ਇਸ ਦੇ ਮਾੜੇ ਰੂਪ ਨੇ ਔਰ ਇੱਕ ਜਿਹੜਾ ਅਸਲ ਰੂਪ ਹੈ ਉਹ ਚੰਗਾ ਹੈ। ਕਿਉਂਕਿ ਪ੍ਰਭੂ ਨੇ ਜੋ ਵੀ ਕਾਇਨਾਤ ਦੇ ਅੰਦਰ ਪੈਦਾ ਕੀਤਾ ਹੈ ਕੁਛ ਵੀ ਗਲਤ ਪੈਦਾ ਨਹੀਂ ਕੀਤਾ, ਸਭ ਕੁਝ ਚੰਗਾ ਪੈਦਾ ਕੀਤਾ ਹੈ। ਲੇਕਿਨ ਜਿਹੜੀ ਵੀ ਇਸ ਦੁਨੀਆ ਵਿੱਚ ਸ਼ੈ ਹੈ ਉਹ ਗਲਤ ਤਾਂ ਹੋ ਜਾਂਦੀ ਹੈ ਕਿ ਅਸੀਂ ਉਹਦੀ ਵਰਤੋਂ ਗਲਤ ਕਰਦੇ ਹਾਂ। ਮਿਸਾਲ ਵਜੋਂ ਜੇ ਅੱਗ ਹੈ ਤਾਂ ਅੱਗ ਦੀ ਅਸੀਂ ਵਰਤੋਂ ਕਰਦੇ ਹਾਂ ਖਾਣ ਪਾਣ ਬਣਾਉਣ ਵਾਸਤੇ। ਹੋਰ ਕਿੰਨੀਆਂ ਫੈਕਟਰੀਆਂ ਕਾਰਖਾਨੇ ਚੱਲ ਰਹੇ ਨੇ ਤਾਂ ਇਹ ਅੱਗ ਦੀ ਸਹੀ ਵਰਤੋਂ ਹੈ। ਪਰ ਜੇ ਕਿਸੇ ਦੇ ਗਲ ਵਿੱਚ ਟਾਇਰ ਪਾ ਕੇ ਅੱਗ ਲਾ ਦਿੱਤੀ ਜਾਏ ਤਾਂ ਉਹ ਅੱਗ ਮਾੜੀ ਹੋ ਜਾਂਦੀ ਹੈ ਕਿਉਂਕਿ ਉਹਦੀ ਵਰਤੋਂ ਗਲਤ ਹੋ ਗਈ। ਦੇਖੋ ਬਹੁਤ ਸਾਰੀਆਂ ਐਸੀਆਂ ਦਵਾਈਆਂ ਨੇ, ਜਿਵੇਂ ਕੁਚਲਾ ਹੀ ਲੈ ਲਓ, ਜੇ ਉਹਨੂੰ ਡਾਇਰੈਕਟ ਖਾਓਗੇ ਤੇ ਉਹਦੇ ਨਾਲ ਮੌਤ ਹੋ ਸਕਦੀ ਹੈ। ਪਰ ਵੈਦ ਹਕੀਮ ਉਸੇ ਕੁਚਲੇ ਦੀ ਵਰਤੋਂ ਇਸ ਤਰ੍ਹਾਂ ਕਰਦੇ ਨੇ ਕਿ ਉਹ ਸਾਡੀਆਂ ਬਿਮਾਰੀਆਂ ਨੂੰ ਦੂਰ ਕਰਨ ਵਾਲਾ ਬਣ ਜਾਂਦਾ। ਇਸੇ ਤਰ੍ਹਾਂ ਇਹ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਹ ਮਾੜੇ ਨਹੀਂ ਹਨ, ਜ਼ਿੰਦਗੀ ਨੂੰ ਚਲਾਉਣ ਵਾਸਤੇ ਅਤਿਅੰਤ ਜ਼ਰੂਰੀ ਨੇ। ਮੈਂ ਥੋੜੀ ਜਿਹੀ ਵਿਚਾਰ ਇੱਥੇ ਕਰ ਲਾਂ, ਫਿਰ ਸਾਨੂੰ ਇਸ ਸ਼ਲੋਕ ਦੀ ਠੀਕ ਸਮਝ ਆ ਜਾਏਗੀ। ਦੇਖੋ ਅਸੀਂ ਕਹਿੰਦੇ ਹਾਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਮਾੜੇ ਨੇ। ਜੇਕਰ ਕਾਮ ਨੂੰ ਤਿਆਗ ਦਿੱਤਾ ਜਾਏ ਤਾਂ ਇਸ ਦੁਨੀਆ ਦੇ ਅੰਦਰ ਕੋਈ ਬੱਚਾ ਪੈਦਾ ਨਹੀਂ ਹੋਏਗਾ, ਕੋਈ ਜੀਵ ਪੈਦਾ ਨਹੀਂ ਹੋਏਗਾ, ਕੋਈ ਫੁੱਲ ਔਰ ਫਲ ਪੈਦਾ ਨਹੀਂ ਹੋਏਗਾ। ਜੇਕਰ ਕ੍ਰੋਧ ਨੂੰ ਤਿਆਗ ਦਿੱਤਾ ਜਾਏ ਤਾਂ ਬੰਦਾ ਆਪਣੀ ਰਾਖੀ ਨਹੀਂ ਕਰ ਸਕੇਗਾ, ਕਿਸੇ ਦੀ ਰਾਖੀ ਨਹੀਂ ਕਰ ਸਕੇਗਾ। ਜੇ ਤੁਹਾਡੇ ਕੋਲ ਬੈਠੇ ਕਿਸੇ ਬੰਦੇ ਦੀ ਕੋਈ ਬੇਪੱਤੀ ਕਰੇ ਤੇ ਤੁਹਾਨੂੰ ਕ੍ਰੋਧ ਹੀ ਨਾ ਆਏ, ਤੁਸੀਂ ਉਹਨੂੰ ਬਚਾ ਨਹੀਂ ਸਕੋਗੇ। ਜੇ ਲੋਭ ਤਿਆਗ ਦਿੱਤਾ ਜਾਏ ਨਾ, ਲੋਭ ਜ਼ਿੰਦਗੀ ਚੋਂ ਖਤਮ ਕਰ ਦਿਓ ਤਾਂ ਕੀ ਹੋਏਗਾ ਕਿ ਕੋਈ ਬੰਦਾ ਕੰਮ ਨਹੀਂ ਕਰੇਗਾ। ਅਸੀਂ ਲੋਭ ਕਰਕੇ ਹੀ ਕੰਮ ਕਰਦੇ ਹਾਂ। ਜੇ ਮੋਹ ਤਿਆਗ ਦਿੱਤਾ ਜਾਏ ਤਾਂ ਫਿਰ ਕੋਈ ਬੰਦਾ ਆਪਣੇ ਬੱਚਿਆਂ ਨੂੰ ਨਹੀਂ ਪਾਲ ਸਕੇਗਾ। ਮੋਹ ਹੀ ਤਾਂ ਹੈ ਕਿ ਅਸੀਂ ਇਹਨਾਂ ਦੇਸ਼ਾਂ ਵਿੱਚ ਤੁਸੀਂ ਕਿੰਨੀ ਮਿਹਨਤ ਕਰਦੇ ਹੋ ਤੇ ਇੰਨੀ ਮਿਹਨਤ ਕਰਕੇ ਲੋਕ ਆਪਣੇ ਰਿਸ਼ਤੇਦਾਰਾਂ, ਭੈਣਾਂ, ਭਰਾਵਾਂ, ਬੱਚਿਆਂ ਨੂੰ ਪਿੱਛੇ ਭੇਜਦੇ ਨੇ ਜਾਂ ਇੱਥੇ ਬੱਚਿਆਂ ਨੂੰ ਪਾਲਦੇ ਨੇ। ਮੋਹ ਹੀ ਤਾਂ ਹੈ ਜੋ ਇੱਕ ਨਿੱਕੀ ਜਿਹੀ ਚਿੜੀ ਨੂੰ ਮਜਬੂਰ ਕਰਦਾ ਹੈ ਕਿ ਉਹ ਦੂਰੋਂ ਇੱਕ ਕਣਕ ਦਾ ਦਾਣਾ ਚੁੱਕ ਕੇ ਆਪਣੇ ਬੋਟ ਦੇ ਮੂੰਹ ਵਿੱਚ ਲਿਆ ਕੇ ਪਾਉਂਦੀ ਹੈ। ਬੱਚੇ ਨਹੀਂ ਪਾਲ ਪਾਓਗੇ ਜੇ ਮੋਹ ਨਹੀਂ ਹੋਊਗਾ। ਤੇ ਜੇ ਈਗੋ ਨੂੰ ਖਤਮ ਕਰ ਦਿੱਤਾ ਜਾਏ, ਹੰਕਾਰ ਨੂੰ, ਤਾਂ ਦੁਨੀਆ ਦੇ ਅੰਦਰ ਕੋਈ ਵਿਕਾਸ ਨਹੀਂ ਹੋਏਗਾ। ਅਸੀਂ ਆ ਪੱਗ ਵਗੈਰਾ ਬੰਨ੍ਹਦੇ ਨਾ ਚੰਗੀ ਸੋਹਣੀ ਸ਼ੀਸ਼ੇ ਅੱਗੇ ਖਲੋ ਕੇ, ਕਿਉਂਕਿ ਦੂਜਿਆਂ ਨੂੰ ਅਸੀਂ ਚੰਗੇ ਲੱਗ ਸਕੀਏ। ਹੰਕਾਰ ਹੀ ਤੇ ਹੈ ਜੋ ਇੱਕ ਕੰਪਨੀ ਨੂੰ ਦੂਜੀ ਕੰਪਨੀ ਨਾਲੋਂ ਚੰਗੇ ਫੋਨ, ਚੰਗੀਆਂ ਕਾਰਾਂ, ਨਵੇਂ ਮਾਡਲ ਬਣਾਉਣ ਦੀ ਪ੍ਰੇਰਨਾ ਦਿੰਦਾ ਹੈ। ਹੰਕਾਰ ਹੀ ਤੇ ਹੈ ਜੋ ਸਾਨੂੰ ਪ੍ਰੇਰਨਾ ਦਿੰਦਾ ਹੈ ਕਿ ਅਸੀਂ ਚੰਗੇ ਨੰਬਰ ਲਵੀਏ। ਤਾਂ ਈਗੋ ਨਹੀਂ ਹੋਏਗੀ ਤਾਂ ਵਿਕਾਸ ਨਹੀਂ ਹੋਏਗਾ। ਪਰ ਦੂਜਾ ਪਾਸਾ ਇਹਦਾ ਜਿਹੜਾ ਨਾ ਉਹ ਬੜਾ ਖਤਰਨਾਕ ਹੈ। ਜੇ ਕੇਵਲ ਕਾਮ ਦੀ ਗਲਤ ਵਰਤੋਂ ਕਰੋਗੇ ਤਾਂ ਇਸ ਦੁਨੀਆ ਵਿੱਚ ਵੀ ਵਿਚਾਰ ਫੈਲ ਜਾਏਗਾ, ਮਨੁੱਖਤਾ ਰੋਗੀ ਹੋ ਜਾਏਗੀ, ਕਿਸੇ ਦੀ ਇੱਜ਼ਤ ਧੀ ਭੈਣ ਦੀ ਨਹੀਂ ਬਚੇਗੀ। ਜੇ ਕ੍ਰੋਧ ਦੀ ਗਲਤ ਵਰਤੋਂ ਕਰੋਗੇ ਤਾਂ ਲੋਕ ਆਪਸ ਦੇ ਅੰਦਰ ਲੜ ਕੇ ਮਰ ਜਾਣਗੇ, ਰਿਸ਼ਤੇ ਨਾਤੇ ਟੁੱਟ ਖਤਮ ਹੋ ਜਾਣਗੇ। ਮੋਹ ਦੀ ਗਲਤ ਵਰਤ ਕੀਤਿਆਂ ਮਹਾਭਾਰਤ ਵਰਗੇ ਵੱਡੇ ਯੁੱਧ ਹੋਣਗੇ, ਬੰਦਾ ਸੈਲਫਿਸ਼ ਹੋ ਜਾਏਗਾ, ਦੂਜਿਆਂ ਦੇ ਹੱਕ ਖਾ ਜਾਏਗਾ, ਦੂਜਿਆਂ ਦੀਆਂ ਭਾਵਨਾਵਾਂ ਦਾ ਕਤਲ ਕਰ ਦੇਵੇਗਾ, ਦੂਜਿਆਂ ਦੇ ਸੁੱਖਾਂ ਨੂੰ ਆਪਣੇ ਵਾਸਤੇ ਕੁਰਬਾਨ ਕਰ ਦੇਵੇਗਾ। ਲੋਭ ਦੀ ਗਲਤ ਵਰਤੋਂ ਕੀਤਿਆਂ
इस दुनिया विच 2 नंबर के धंधे, चोरी बजारी और सारा कुछ वापर जाता है। हंकार की गलत वरतों कीतियां बंदा दूजियां नूं नीवां विखांदा है और आप उच्चा हंकार सानूं तोड़दा है। ये पासा बड़ा गलत है। हुण इहदा सही यूज जे कीता जाए, जिस वास्ते प्रभु ने ये सानूं जज्बे दिते ने, तां फिर जज्बियां दी सही वरतों होएगी। जदों उनकी सही वरतों करांगे तां ये लज्जा और हया अते शर्म विच बदल जाएगा। फिर हर धी भैन सानूं अपनी धी भैन नजरी पवेगी। क्रोध की सही वरतों करांगे तां ये वीर रस विच कन्वर्ट हो जाएगा। ये फिर मनुखी हकों वास्ते बंदा लड़ेगा। सूरा सो पहचानिए जो लड़े दीन कहे। जदों असीं लोभ की सही वरतों करांगे तां ये संतोख विच कन्वर्ट हो जाएगा। मोह की सही वरतों करांगे तां ये प्रेम का रूप धारण कर जाएगा। ते जदों ईगो की, हंकार की सही वरतों करांगे तां ये जिहड़ा साडा हंकार है, ये साडा स्वाभिमान बन जाएगा। हुण आओ आपां ईगो की गल करनी है। 2 चीजां हो गईयां, एक अभिमान और एक स्वाभिमान। मैं चंगे काम करदा हां, मैं चंगे काम करदा हां, ये अभिमान नहीं है, ये स्वाभिमान है। जिहड़ा चंगे काम करदा बड़ा चंगा, मान वाली गल है, करने चाहिए ने। पर इस दुनिया विच सिर्फ मैं ही चंगे काम करदा हां, ये अभिमान है, ये अहंकार है। मैं चंगे कर्म करदा हां, ये अभिमान स्वाभिमान है। सिर्फ मैं ही चंगे काम करना, होर नहीं, ये अभिमान है, ये हंकार है। इहदे तों बचन की लोड़ है। तां 3 चीजां हो गईयां। एक अभिमान के 3 रूप हो गए। एक स्वाभिमान, ये सही स्वरूप है, सब दे अंदर होना चाहिए। दूजा इसका गलत रूप हो गया हीन भावना, इनफीरियोरिटी कॉम्पलैक्स। और दूजा इसका विगड़िया हुआ रूप हो गया दूजियां नालों अपने आप नूं चंगा समझना, सुपीरियोरिटी कॉम्पलैक्स। ये दोवें गलत रूप ने। तां हुण गुरुदेव इस श्लोक दे विच बचन करदे हन, हों विच आया हों विच गया। कि बंदा इस संसार विच आउंदा है, जदों आउंदा है तां उदों भी ये हों दे विच है, जदों जांदा है तां उदों भी हों विच है, हंकार विच। हुण इत्थे हों की है, ये चीज समझण वाली है। क्योंकि जदों बंदा आउंदा है तां उदों उहनूं काहदा हंकार होना, ते जान लग्या जदों उहने मरना उदों उहनूं काहदा हंकार होना, जदों मर ही गया। इत्थे हों दा मतलब है वखरी पहचान। कि इस दुनिया के अंदर हर इंसान की वक्री पहचान लैके बंदा आ रहा है। हर एक का रूप वखरा है, आवाज वखरी है, शरीर वखरा है, ਇਹਦਾ फिंगरप्रिंट वखरे ने, इसका डीएनए वखरा है। यानी कोई भी किसी दे नाल मिलदा नहीं। साडी सारियां दी वखरी वखरी हों है। ਅਸੀਂ क्लास में जिन्ने वीर भैणां बैठे हैं ਤਾਂ ਸਾਰਿਆਂ ਦੀ ਵੱਖਰੀ पछाण है। मेरी ਵੱਖਰੀ पछाण, ਤੁਹਾਡੀ ਵੱਖਰੀ पछाण, हर बच्चे की, बजुर्ग की, हर एक की ਵੱਖਰੀ पहचान है। तो इस दुनिया के अंदर बंदा ਵੱਖਰੀ पहचान लैके आउंदा है और ਵੱਖਰੀ पहचान लैके इस दुनिया तो जांदा है। यह चीज नोट करने वाली है। हर एक दे अंदर हर एक दी ਵੱਖਰੀ पहचान है। भाव हर इंसान दे अंदर ਵੱਖਰੇ गुण ने, ਵੱਖਰੀ उहदी सोच है, वो दुनिया नालों ਵੱਖਰਾ सोच सकता है। और हर इंसान दे अंदर कोई ना कोई ਵੱਖਰੀ क्वालिटी भी है, चंगा गुण भी है। हर इंसान दे अंदर बुरे गुण भी ने। किसी ने अपनी पहचान चंगे करके बना ली है, किसी ने अपनी पहचान बुरे करके बना ली है। किसी दे अंदर इनफीरियोरिटी कॉम्पलैक्स आ गया कि मैं कुछ भी नहीं, हीन भावना आ गई। किसी दे अंदर सुपीरियोरिटी कॉम्पलैक्स आ गया कि मैं ही सब तो चंगा हूं। तो हर एक बंदा ਵੱਖਰੀ पहचान लैके आउंदा है और ਵੱਖਰੀ पहचान लैके जांदा है। हों विच जम्मिया हों विच मूआ। जदों बंदा जन्म लैंदा है उदों भी हों विच। हुण देखो, जे इहदी अखरी अर्थ असीं करांगे, हों दा मतलब हंकार, तां जिहड़ा बच्चा बेचारा बच्चा जमदा है उहनूं किहड़ा हंकार हुंदा है? ਉਹ ਤੇ ਰੋਂਦਾ ਜੰਮਦਾ ਹੈ।
ਉਹਨੂੰ ਨਾ ਹੰਕਾਰ ਹੈ, ਨਾ ਉਹਦੇ ਵਿੱਚ ਕੋਈ ਨਿਮਰਤਾ ਹੈ, ਨਾ ਉਹਦੇ ਵਿੱਚ ਕਾਮ ਕ੍ਰੋਧ ਲੋਭ ਕੁਝ ਵੀ ਨਹੀਂ। ਹਉ ਵਿੱਚ ਆਇਆ, ਇਹਦਾ ਮਤਲਬ ਕਿ ਉਹ ਵੱਖਰੀ ਪਹਿਚਾਨ ਲੈ ਕੇ ਜੰਮਿਆ ਹੈ। ਜਿਹੜੇ ਜੁੜਵਾਂ ਬੱਚੇ ਹੁੰਦੇ ਨੇ ਨਾ, ਉਹਨਾਂ ਦੇ ਅੰਦਰ ਵੀ ਕੁਛ ਨਾ ਕੁਛ ਫਰਕ ਹੁੰਦਾ ਹੈ। ਬੇਸ਼ੱਕ ਉਹ ਮਾਮੂਲੀ ਹੋਏ, ਉਹਨਾਂ ਦੇ ਮਾਂ-ਬਾਪ ਉਹਨਾਂ ਨੂੰ ਪਹਿਚਾਨਦੇ ਨੇ ਜਾਂ ਉਹਨਾਂ ਦੇ ਅੰਦਰ ਵੱਖਰੀ ਕੋਈ ਪਹਿਚਾਨ ਹੁੰਦੀ ਹੈ। ਹਰ ਇੱਕ ਦੀ ਵੱਖਰੀ ਪਹਿਚਾਨ ਹੈ। ਹਉ ਦੇ ਅੰਦਰ ਜੰਮਦਾ ਹੈ, ਵੱਖਰੀ ਪਹਿਚਾਨ ਲੈ ਕੇ ਜੰਮਦਾ ਹੈ। ਹਉ ਵਿੱਚ ਮੂਆ ਔਰ ਵੱਖਰੀ ਪਹਿਚਾਨ ਲੈ ਕੇ ਮਰਦਾ ਵੀ ਹੈ। ਔਰ ਦੇਖੋ ਇਸ ਦੁਨੀਆ ਦੇ ਅੰਦਰ ਜਿੰਨੇ ਵੀ ਲੋਕ ਆਏ ਨੇ, ਜੇ ਧਾਰਮਿਕ ਰਹਿਬਰੀ ਪੁਰਸ਼ ਨੇ, ਉਹਨਾਂ ਦੀ ਗੱਲ ਕਰ ਲਈਏ ਤਾਂ ਉਹਨਾਂ ਨੇ ਸੰਸਾਰ ਦੇ ਅੰਦਰ ਬਹੁਤ ਕੁਝ ਨਵਾਂ ਦਿੱਤਾ ਹੈ। ਵੱਖਰੀ ਪਹਿਚਾਨ ਹੈ ਉਹਨਾਂ ਦੀ। ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜੀ ਦੀ ਵੱਖਰੀ ਪਹਿਚਾਨ, ਦੁਨੀਆ ਨਾਲੋਂ ਬਿਲਕੁਲ ਨਿਰੋਲ ਉਹਨਾਂ ਨੇ ਨਵੀਂ ਸੋਚ ਦਿੱਤੀ ਹੈ। ਪਿਤਾ ਪੁਰਖੀ ਰਾਜ ਚੱਲ ਰਿਹਾ ਸੀ ਤਾਂ ਗੁਰੂ ਨਾਨਕ ਦੇਵ ਉਸ ਪਿਤਾ ਪੁਰਖੀ ਰਾਜ ਦੇ ਵਿਰੋਧ ਵਿੱਚ ਬੋਲਦੇ ਨੇ, ਨਵੀਂ ਸੋਚ ਦੇ ਰਹੇ ਨੇ ਔਰ ਕਹਿ ਰਹੇ ਨੇ, ਤਖਤ ਰਾਜਾ ਸੋ ਬਹਿ ਜੇ ਤਖਤ ਤੇ ਲਾਇਕ ਹੋਈ। ਕਿ ਐਵੇਂ ਰਾਜ ਤੇ ਨਾ ਬਿਠਾ ਦਿਓ ਕਿ ਜੇ ਪਿਓ ਰਾਜਾ ਸੀ ਤੇ ਅਗਲੇ ਪੁੱਤਰ ਨੂੰ ਬਿਠਾ ਦਿਓ। ਬੇਸ਼ੱਕ ਪੁੱਤਰ ਬੈਠੇ ਜਾਂ ਦੂਜਾ, ਪਰ ਯੋਗ ਹੋਣਾ ਚਾਹੀਦਾ। ਸਮਾਜ ਦੇ ਅੰਦਰ ਜਾਤੀਵਾਦ ਸੀ, ਕਿਸੇ ਨੇ ਇਹਦੇ ਵਿਰੋਧ ਵਿੱਚ ਨਹੀਂ ਬੋਲਿਆ, ਪਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਨਵੀਂ ਸੋਚ ਦਿੱਤੀ। ਫੱਕੜ ਜਾਤੀ ਫੱਕੜ ਨਾਉ, ਔਰ ਕਿਆ ਸਭ ਮੈਂ ਜੋਤ ਜੋਤ ਹੈ ਸੋਏ। ਕਿ ਇੱਕ ਨੂਰ ਹੀ ਸਾਰਿਆਂ ਦੇ ਅੰਦਰ ਹੈ, ਭਾਈਚਾਰਕ ਸਮਾਜ ਪੈਦਾ ਕਰੋ। ਇੱਥੇ ਆਰਥਿਕ ਤੌਰ ਤੇ ਵਖੇਵਾ ਸੀ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਰਥਿਕ ਤੌਰ ਤੇ ਇੱਕ ਨਵੀਂ ਸੋਚ ਦਿੱਤੀ ਕਿ ਇਹ ਜੋ ਅਰਥ ਵਿਵਸਥਾ ਹੈ, ਧਨ ਹੈ, ਇਹਦੀ ਕਾਣੀ ਵੰਡ ਨਹੀਂ ਹੋਣੀ ਚਾਹੀਦੀ, ਸਾਵੀਂ ਵੰਡ ਹੋਣੀ ਚਾਹੀਦੀ ਹੈ, ਜਿਸ ਕਰਕੇ ਹਰ ਇਨਸਾਨ ਨੂੰ ਰੋਜ਼ਗਾਰ ਮਿਲੇ, ਹਰ ਇਨਸਾਨ ਦੀ ਰੋਟੀ ਕੱਪੜੇ ਮਕਾਨ ਦੀ ਲੋੜ ਪੂਰੀ ਹੋਵੇ। ਧਰਮਾਂ ਦੇ ਅੰਦਰ ਵਖੇਵਾ ਸੀ, ਧਰਮਾਂ ਦੇ ਲੜਾਈ ਦੰਗੇ ਫਸਾਦ ਸਨ। ਬੇਸ਼ੱਕ ਅੱਜ ਵੀ ਹੈ ਨੇ, ਗੱਲ ਵੱਖਰੀ ਹੈ। ਅਸੀਂ ਉਸ ਸੋਚ ਨੂੰ ਅੱਗੇ ਪ੍ਰਚਾਰ ਨਹੀਂ ਸਕੇ ਜਾਂ ਅਪਣਾ ਨਹੀਂ ਸਕੇ, ਸਾਡਾ ਦੋਸ਼ ਹੈ। ਗੁਰੂ ਨਾਨਕ ਦੇਵ ਨੇ ਨਵੀਂ ਸੋਚ ਦਿੱਤੀ ਕਿ ਏਕੋ ਧਰਮ ਦ੍ਰਿੜੈ ਸੱਚ ਕੋਈ, ਗੁਰਮਤ ਜੁਗ ਜੁਗ ਪੂਰਾ ਹੋਈ। ਔਰਤ ਨੂੰ ਇਸ ਦੁਨੀਆ ਵਿੱਚ ਮਾਨ ਸਤਕਾਰ ਨਹੀਂ ਸੀ, ਬਰਾਬਰ ਦੇ ਅਧਿਕਾਰ ਨਹੀਂ ਸਨ, ਪੈਰ ਦੀ ਜੁੱਤੀ ਔਰ ਨਰਕ ਦਾ ਦੁਆਰ ਕਿਹਾ ਜਾਂਦਾ ਸੀ। ਪਰ ਗੁਰੂ ਨਾਨਕ ਦੇਵ ਨੇ ਬਚਨ ਕੀਤਾ, ਸੋ ਕਿਉ ਮੰਦਾ ਆਖੀਐ ਜਿਤ ਜੰਮੈ ਰਾਜਾਨ। ਇੱਕ ਨਵੀਂ ਸੋਚ। ਰਾਜਿਆਂ ਮਹਾਰਾਜਿਆਂ ਨੂੰ ਵੇਖ ਲਓ, ਹਰ ਬੰਦੇ ਦੀ ਆਪਣੀ ਨਵੀਂ ਸੋਚ ਹੈ। ਸਾਇੰਸਦਾਨ ਦੇਖ ਲਓ, ਹਰ ਇੱਕ ਨੇ ਆਪਣੀ ਨਵੀਂ ਸੋਚ ਦਿੱਤੀ ਹੈ। ਯਾਨੀ ਵੱਖਰੀ ਹਉ ਹੈ। ਹਉ ਦੇ ਵਿੱਚ ਬੱਚਾ ਜੰਮਦਾ ਹੈ, ਯਾਨੀ ਵੱਖਰੀ ਪਹਿਚਾਨ ਲੈ ਕੇ ਹਉ ਵਿੱਚ ਜੰਮਿਆ। ਜਦੋਂ ਜੰਮਦਾ ਬੱਚਾ, ਉਹਨੂੰ ਕੋਈ ਹੰਕਾਰ ਨਹੀਂ ਹੁੰਦਾ। ਇੱਥੇ ਹਉ ਦਾ ਮਤਲਬ ਹੈ ਵੱਖਰੀ ਪਹਿਚਾਨ। ਹਉ ਵਿੱਚ ਜੰਮਿਆ, ਹਉ ਵਿੱਚ ਮੂਆ। ਤੇ ਜਦੋਂ ਬੰਦਾ ਮਰਦਾ ਹੈ, ਉਦੋਂ ਵੀ ਵੱਖਰੀ ਪਹਿਚਾਨ ਲੈ ਕੇ ਮਰਦਾ, ਕਿਉਂਕਿ ਸਰੀਰ, ਅਕਲ, ਸ਼ਕਲ ਸਭ ਕੁਝ ਵੱਖਰਾ। ਭਾਈ ਲਾਲੋ ਦੀ ਆਪਣੀ ਵੱਖਰੀ ਪਹਿਚਾਨ ਹੈ, ਸਰੀਰ ਨੂੰ ਤਿਆਗ ਗਿਆ ਨਾ। ਤੇ ਮਲਕ ਭਾਗੋ ਦੀ ਮਰਨ ਤੋਂ ਬਾਅਦ ਵੀ ਵੱਖਰੀ ਪਹਿਚਾਨ ਹੈ। ਸੂਬੇ ਸਰਹੰਦ ਦੀ ਮਰਨ ਤੋਂ ਬਾਅਦ ਵੀ ਵੱਖਰੀ ਪਹਿਚਾਨ ਹੈ ਨਾ। ਕਿੰਨਾਂ ਦੇ ਵਿੱਚ ਗਿਣਤੀ ਆਉਂਦੀ ਹੈ ਉਸਦੀ। ਤੇ ਸਾਹਿਬਜ਼ਾਦੇ ਸ਼ਹੀਦੀ ਪਾ ਗਏ ਤੇ ਉਹਨਾਂ ਦੀ ਵੱਖਰੀ ਪਹਿਚਾਨ ਹੈ। ਗੰਗੂ ਵੀ ਮਰ ਗਿਆ, ਪਰ ਪਹਿਚਾਨ ਕਿਹੜੀ ਲੈ ਕੇ ਮਰਿਆ। ਛੋਟੇ ਸਾਹਿਬਜ਼ਾਦੇ ਸ਼ਹੀਦੀਆਂ ਪਾ ਗਏ, ਜਾਂ ਜਿਹੜਾ ਮਲੇਰਕੋਟਲੇ ਦਾ ਨਵਾਬ ਹੈ ਅੱਜ, ਉਹ ਵੀ ਸ਼ਰੀਰ ਕਰਕੇ ਨਹੀਂ, ਪਰ ਉਹਦੀ ਪਹਿਚਾਨ ਦੇਖੋ। ਤਾਂ ਇਸ ਦੁਨੀਆ ਤੇ ਤੁਸੀਂ ਨਵੀਂ ਪਹਿਚਾਨ ਲੈ ਕੇ ਆਏ ਹੋ ਤੇ ਨਵੀਂ ਪਹਿਚਾਨ ਲੈ ਕੇ ਜਾਓਗੇ। ਕਿਹੜੀ ਪਹਿਚਾਨ ਲੈ ਕੇ ਜਾਣਾ ਚਾਹੁੰਦੇ ਹੋ ਔਰ ਕਿਹੜੀ ਪਹਿਚਾਨ ਦੇ ਨਾਲ ਤੁਸੀਂ ਜੀਣਾ ਚਾਹੁੰਦੇ ਹੋ, ਇਹ ਡਿਸਾਈਡ ਅਸਾਂ ਕਰਨਾ ਹੈ। ਇਹ ਡਿਸਾਈਡ ਮੈਂ ਕਰਨਾ ਹੈ। ਇਹ ਡਿਸਾਈਡ ਤੁਸੀਂ ਆਪ ਕਰਨਾ ਹੈ ਕਿ ਕਿਹੋ ਜਿਹੀ ਪਹਿਚਾਨ ਰੱਖਣੀ ਚਾਹੁੰਦੇ ਹੋ। ਤੁਹਾਡੀ ਹਉ ਕੈਸੀ ਹੋਵੇ। ਇਨਫੀਰੀਓਰਿਟੀ ਕੰਪਲੈਕਸ ਵਿੱਚ ਜੀਣਾ ਚਾਹੁੰਦੇ ਹੋ, ਹੀਨ ਭਾਵਨਾ ਕਿ ਮੈਂ ਕੁਝ ਵੀ ਨਹੀਂ ਕਰ ਸਕਦਾ, ਮੈਂ ਤੇ ਵਾਧੂ ਹਾਂ, ਮੇਰੇ ਤੇ ਗੋਡੇ ਦੁਖੀ ਜਾਂਦੇ ਨੇ, ਮੇਰਾ ਤੇ ਸਿਰ ਪੀੜ ਕਰੀ ਜਾਂਦਾ ਹੈ, ਮੈਨੂੰ ਤੇ ਪੜ੍ਹਾਈ ਨਹੀਂ ਆਉਂਦੀ, ਮੈਨੂੰ ਤੇ ਕੁਛ ਯਾਦ ਨਹੀਂ ਰਹਿੰਦਾ, ਮੈਨੂੰ ਤੇ ਲੋਕ ਪਸੰਦ ਹੀ ਨਹੀਂ ਕਰਦੇ, ਮੈਂ ਤੇ ਘਰ ਦੇ ਵਿੱਚ ਵਾਧੂ ਹੀ ਹਾਂ, ਇਹਦੇ ਨਾਲੋਂ ਰੱਬ ਚੁੱਕ ਹੀ ਲਵੇ ਤੇ ਠੀਕ ਹੈ। ਕਈਆਂ ਦੀ ਤੇ ਇਹ ਪਹਿਚਾਨ ਹੈ, ਇਨਫੀਰੀਓਰਿਟੀ ਕੰਪਲੈਕਸ। ਤੇ ਕਈ ਲੋਕ ਕਹਿੰਦੇ ਨੇ ਮੈਂ ਹੀ ਹਾਂ ਸਾਰੇ ਘਰ ਦੇ ਵਿੱਚ, ਮੇਰੀ ਹੀ ਗੱਲ ਚੱਲੇ, ਬਾਕੀ ਬੱਚੇ ਚੂੰ ਨਾ ਕਰਨ, ਘਰ ਵਾਲੀ ਬੋਲੇ ਨਾ, ਸਮਾਜ ਮੇਰੀ ਗੱਲ ਮੰਨੇ, ਦੇਸ਼ ਮੇਰੀ ਗੱਲ ਮੰਨੇ, ਸੰਸਾਰ ਮੇਰੀ ਗੱਲ ਮੰਨੇ, ਮੁਹੱਲੇ ਵਾਲੇ ਮੇਰੀ ਗੱਲ ਮੰਨਣ। ਤੇ ਜਿਹਦੀ ਕੋਈ ਨਹੀਂ ਮੰਨਦਾ, ਉਹ ਕਹਿੰਦਾ ਚਲੋ
ਬੱਚੇ ਵੀ ਨਹੀਂ ਮੰਨਦੇ, ਘਰ ਵਾਲੀ ਤੇ ਮੰਨੇ। ਤੇ ਅੱਜ ਕੱਲ ਘਰ ਵਾਲੀਆਂ ਕਿਹੜਾ ਮੰਨਦੀਆਂ ਨੇ? ਜੀ ਕਰੇ ਤੇ ਮੰਨ ਜਾਣ, ਨਹੀਂ ਤੇ ਅਗਲੀਆਂ ਕਹਿੰਦੀਆਂ ਨੇ ਕਿ ਗਲਤ ਗੱਲ ਅਸੀਂ ਨਹੀਂ ਮੰਨਦੀਆਂ। ਉਹ ਕਹਿੰਦੀਆਂ ਸਾਡੇ ਬਰਾਬਰ ਦੇ ਅਧਿਕਾਰ ਨੇ, ਮੈਂ ਫਰਕ ਮੰਨਦੀ ਹਾਂ, ਮੈਂ ਕਿਉਂ ਤੈਨੂੰ 3 ਨੰਬਰ ਆਪਣਾ ਦਾਂ। ਨਹੀਂ ਮੰਨਦੀਆਂ ਕਈ। ਜਿਹਦੀ ਘਰ ਵਾਲੀ ਵੀ ਨਾ ਮੰਨੇ, ਉਹ ਫਿਰ ਕਹਿੰਦਾ ਸਾਡਾ ਭਈਆ ਜਿਹੜਾ ਨੌਕਰ ਹੈ ਉਹ ਤੇ ਮੰਨੇ ਮੇਰੀ ਗੱਲ, ਉਹ ਤੇ ਮੰਨੇ। ਤੇ ਅੱਜ ਕੱਲ ਭਈਏ ਵੀ ਭਰਾ ਨਹੀਂ ਮੰਨਦੇ। ਉਹ ਆਂਦੇ ਨੇ ਮੈਂ ਸਰਦਾਰ ਦੀ ਨੌਕਰੀ ਲੈਣੀ, ਆਪਣੇ ਪੈਸੇ ਫੜ ਮੈਂ ਕਿਸੇ ਦੂਜੇ ਕੋਲ ਜਾ ਨੌਕਰੀ ਕਰਨਾ, ਉਹ ਵੀ ਨਹੀਂ ਮੰਨਦੇ। ਜਿਨ੍ਹਾਂ ਦੀ ਕੋਈ ਵੀ ਨਾ ਮੰਨੇ, ਫਿਰ ਉਹ ਗੁਰਦੁਆਰੇ ਆ ਜਾਂਦੇ ਨੇ। ਭਾਈ ਕਿਹੜੀ ਮਾਸੀ ਕੋਲ ਜਾਣਗੇ, ਉਹਨਾਂ ਨੂੰ ਮਨਾਉਂਦੇ ਜਾ ਕੇ, ਮੰਦਿਰ ਜਾਣਗੇ, ਮਸੀਤੇ ਜਾਣਗੇ। ਇੱਥੇ ਮੰਨਣ ਆਉਣਾ ਸੀ, ਇੱਥੇ ਵੀ ਮਨਾ ਨਹੀਂ ਆਉਂਦੇ ਨੇ। ਯਾਨੀ ਸੁਪਰੀਓਰਿਟੀ ਕੰਪਲੈਕਸ ਦੇ ਸ਼ਿਕਾਰ ਹੋ ਗਏ। ਹੁਣ ਇਹ ਵੱਖਰੀ ਪਹਿਚਾਣ ਹੈ। ਵੱਖਰੀ ਪਹਿਚਾਣ ਬਣਾ ਕੇ ਤੁਸੀਂ ਜੀਣਾ ਹੈ। ਕਿਹੜੀ ਪਹਿਚਾਣ ਬਣਾ ਕੇ ਜੀਣਾ ਚਾਹੁੰਦੇ ਹੋ, ਇਹ ਅਸੀਂ ਖੁਦ ਡਿਸਾਈਡ ਕਰਨਾ ਹੈ, ਮੈਂ ਵੀ ਔਰ ਤੁਸੀਂ ਵੀ। ਇਸ ਲਈ ਸਵਾਭਿਮਾਨੀ ਬਣ ਕੇ ਜੀਓ, ਨਾ ਤੇ ਇਨਫੀਰੀਓਰਿਟੀ ਕੰਪਲੈਕਸ ਵਿੱਚ ਜੀਵੋ, ਨਾ ਸੁਪਰੀਓਰਿਟੀ ਕੰਪਲੈਕਸ ਵਿੱਚ ਜੀਵੋ। ਸਵਾਭਿਮਾਨੀ। ਨਵੇਂ ਗੁਣ ਤੁਹਾਡੀ ਜ਼ਿੰਦਗੀ ਵਿੱਚ ਹੋਣ, ਨਵਾਂ ਪਿਆਰ, ਨਵੀਂ ਇਨਸਾਨੀਅਤ, ਹਰ ਰੋਜ਼ ਚੜ੍ਹਦੀ ਕਲਾ। ਜਿੱਧਰ ਜਾਓ ਖੁਸ਼ੀਆਂ ਵੰਡਦੇ ਚਲੇ ਜਾਓ, ਜਿੱਧਰ ਜਾਓ ਗੁਲਾਬ ਦੀ ਫੁੱਲ ਦੀ ਤਰ੍ਹਾਂ ਸੁਗੰਧ ਬਿਖੇਰਦੇ ਜਾਓ। ਐਸੀ ਅਸੀਂ ਆਪਣੀ ਵੱਖਰੀ ਹੋਂਦ ਬਣਾ ਸਕਦੇ ਹਾਂ। ਹਉ ਵਿੱਚ ਦਿੱਤਾ, ਹਉ ਵਿੱਚ ਲਿਆ। ਜਦੋਂ ਬੰਦਾ ਕੁਝ ਦਿੰਦਾ ਹੈ ਕਿਸੇ ਨੂੰ, ਉਦੋਂ ਇਹਦੀ ਵੱਖਰੀ ਪਹਿਚਾਣ ਹੈ। ਉਹਦੇ ਅੰਦਰ ਕਈ ਵਾਰ ਸੁਪਰੀਓਰਿਟੀ ਕੰਪਲੈਕਸ ਹੈ ਕਿ ਮੈਂ ਦੇ ਰਿਹਾ ਹਾਂ, ਹੰਕਾਰ ਪੈਦਾ ਹੋ ਰਿਹਾ। ਹਉ ਵਿੱਚ ਲਿਆ, ਤੇ ਜਦੋਂ ਕਿਸੇ ਤੋਂ ਲੈਂਦਾ ਹੈ ਉਦੋਂ ਇਨਫੀਰੀਓਰਿਟੀ ਕੰਪਲੈਕਸ ਪੈਦਾ ਹੋ ਜਾਂਦਾ ਹੈ ਕਿ ਮੈਨੂੰ ਕੈਸਾ ਹਾਂ, ਮੈਨੂੰ ਮੰਗਣਾ ਪੈ ਰਿਹਾ, ਲੈਣਾ ਪੈ ਰਿਹਾ। ਸੁਭਾਅ ਨੇ ਨਾ। ਇਸ ਲਈ ਗੁਰਮਤ ਦੇ ਅੰਦਰ ਦਾਨ ਨੂੰ ਪ੍ਰਵਾਨ ਨਹੀਂ ਕੀਤਾ ਗਿਆ, ਕਿਉਂਕਿ ਦਾਨ ਦੇਣ ਵਾਲੇ ਦੇ ਅੰਦਰ ਈਗੋ ਪੈਦਾ ਹੁੰਦੀ ਹੈ। ਸਤਿਆਂ ਮਨ ਸੰਤੋਖ ਉਪਜੇ ਦੇਣੇ ਕੇ ਵਿਚਾਰ, ਲੈ ਲੈ ਦੇ ਦੇ ਮੰਗੇ ਸਹਿਸਾ ਗੁਣਾ, ਸ਼ੋਭ ਕਰੇ ਸੰਸਾਰ। ਔਰ ਜਿਹੜਾ ਲੈਣ ਵਾਲਾ ਹੈ ਉਹਦੇ ਅੰਦਰ ਹੀਨ ਭਾਵਨਾ ਪੈਦਾ ਹੁੰਦੀ ਹੈ। ਇਸ ਲਈ ਇਹ ਦਾਨ ਦੀ ਬਿਰਤੀ ਨੇ ਹੰਕਾਰੀ ਪੈਦਾ ਕੀਤੇ ਨੇ ਔਰ ਭਿਖਾਰੀ ਪੈਦਾ ਕੀਤੇ ਨੇ। ਇਸ ਲਈ ਗੁਰਦੇਵ ਨੇ ਇਹਨੂੰ ਖਤਮ ਕੀਤਾ ਹੈ ਕਿ ਨਾ ਕਿਸੇ ਵਿੱਚ ਇਨਫੀਰੀਓਰਿਟੀ ਕੰਪਲੈਕਸ ਆਏ ਔਰ ਨਾ ਸੁਪਰੀਓਰਿਟੀ ਕੰਪਲੈਕਸ ਆਏ। ਇਸ ਲਈ ਵੰਡ ਕੇ ਛਕਣ ਦਾ ਸਿਧਾਂਤ ਦਿੱਤਾ ਹੈ। ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਜਦੋਂ ਘਰ ਲੰਗਰ ਪਾਣੀ ਵਿੱਚ ਛਕਦੇ ਆ ਤੇ ਅਰਦਾਸ ਕਰਨੇ ਨਾ, ਦਾਣਾ ਪਾਣੀ ਗੁਰੂ ਕਾ, ਟਹਿਲ ਸੇਵਾ ਸਿੱਖਾਂ ਦੀ। ਸਾਡੀ ਤੇ ਟਹਿਲ ਸੇਵਾ ਹੀ, ਦਾਣਾ ਪਾਣੀ ਤੇ ਰੱਬ ਦਾ ਦਿੱਤਾ ਹੈ, ਮਿਲ ਕੇ ਖਾ ਰਹੇ ਆ। ਇਹਦੇ ਵਿੱਚ ਨਾ ਇਨਫੀਰੀਓਰਿਟੀ ਕੰਪਲੈਕਸ ਹੈ, ਨਾ ਸੁਪੀਰੀਓਰਿਟੀ ਕੰਪਲੈਕਸ। ਇਸ ਲਈ ਗੁਰੂ ਜੀ ਕਹਿੰਦੇ ਨੇ ਹਉ ਦੇ ਅੰਦਰ ਇਹ ਦੇ ਰਿਹਾ ਹੈ ਤੇ ਹਉ ਦੇ ਅੰਦਰ ਹੀ ਇਹ ਲੈ ਰਿਹਾ ਹੈ। ਇੱਥੇ ਵੀ ਵੱਖਰੀ ਪਹਿਚਾਨ ਇਹਦੀ ਬਣੀ ਹੋਈ ਹੈ, ਦੇਣ ਵਿੱਚ ਵੀ ਔਰ ਲੈਣ ਵਿੱਚ ਵੀ। ਹਉ ਵਿੱਚ ਖੱਟਿਆ, ਹਉ ਵਿੱਚ ਗਿਆ। ਇਹ ਕੁਛ ਖੱਟਦਾ ਹੈ ਤਾਂ ਹਉ ਵਿੱਚ, ਹੰਕਾਰ ਵਿੱਚ, ਔਰ ਗਿਆ ਦਾ ਮਤਲਬ ਜਦੋਂ ਕੁਛ ਗਵਾਉਂਦਾ ਹੈ ਤੇ ਉਦੋਂ ਵੀ ਹਉ ਦੇ ਵਿੱਚ ਹੁੰਦਾ ਹੈ। ਜਦੋਂ ਖੱਟਦਾ ਹੈ ਉਦੋਂ ਸੁਪਰੀਓਰਿਟੀ ਕੰਪਲੈਕਸ ਵਿੱਚ ਬਹੁਤੇ ਲੋਕ ਹੁੰਦੇ ਨੇ, ਤੇ ਜਦੋਂ ਗਵਾਉਂਦੇ ਨੇ ਉਦੋਂ ਹੀਨ ਭਾਵਨਾ, ਇਨਫੀਰੀਓਰਿਟੀ ਕੰਪਲੈਕਸ ਵਿੱਚ ਚਲੇ ਜਾਂਦੇ ਨੇ। ਮਾਇਆ ਕਾ ਪੁੱਤਰਾ ਕੈਸੇ ਨਚਤ ਹੈ, ਜਬ किछ पावे तब गर्व करत है, माया गई तब रोवन लगत है। ਹਉ ਦੇ ਅੰਦਰ ਖੱਟ ਰਿਹਾ ਹੈ, ਹਉ ਦੇ ਅੰਦਰ ਗਵਾ ਰਿਹਾ ਹੈ। ਤੇ ਜੇ ਇਹਦੇ ਅੰਦਰ ਸਵਾਭਿਮਾਨ ਹੋਵੇ ਤੇ ਫਿਰ ਤੋਂ ਕੁਝ ਆਏਗਾ, ਇਹਨੂੰ ਪਤਾ ਹੋਏਗਾ ਰੱਬੀ ਰਜ਼ਾ ਵਿੱਚ, ਰੱਬੀ ਨਿਯਮਾਂ ਵਿੱਚ ਆ ਰਿਹਾ ਹੈ, ਚਲਾ ਗਿਆ ਹੈ, ਨਿਯਮਾਂ ਵਿੱਚ ਚਲਾ ਗਿਆ ਹੈ। ਫਿਰ ਇਹ ਨਿਯਮਾਂ ਦੇ ਅੰਦਰ ਰਹੇਗਾ, ਫਿਰ ਇਹ ਸਵਾਭਿਮਾਨੀ ਰਹੇਗਾ। ਅਗਲਾ ਬਚਨ ਕਰਦੇ ਨੇ, ਹਉ ਵਿੱਚ ਸਚਿਆਰ ਕੂੜਿਆਰ। ਇਹ ਬੰਦਾ ਕਈ ਵਾਰ ਆਪਣੇ ਆਪ ਨੂੰ ਸਚਿਆਰ ਕਹਿੰਦਾ ਹੈ ਕਿ ਮੇਰੇ ਵਰਗਾ ਸੱਚਾ ਇਸ ਦੁਨੀਆ ਵਿੱਚ ਕੋਈ ਨਹੀਂ। ਉਦੋਂ ਇਹਦੀ ਵੱਖਰੀ ਪਹਿਚਾਨ। ਤੁਸੀਂ ਲੋਕਾਂ ਨੂੰ ਵੇਖਿਆ ਨਾ, ਕਈ ਵਾਰ ਕਹਿੰਦੇ ਨੇ ਮੈਂ ਉਹਦਾ ਅੱਜ ਬੁੱਧੂ ਬਣਾਇਆ, ਉਹਨੂੰ ਪਤਾ ਹੀ ਨਹੀਂ ਲੱਗਾ। ਕੂੜਿਆਰ ਤਾਂ ਵੀ ਹੰਕਾਰ ਵਿੱਚ ਸੱਚ ਬੋਲ ਰਿਹਾ, ਮੇਰੇ ਵਰਗਾ ਸੱਚਾ ਇਸ ਦੁਨੀਆ ਵਿੱਚ ਕੋਈ ਨਹੀਂ। ਝੂਠ ਬੋਲ ਰਿਹਾ ਹੈ ਤਾਂ ਮੇਰੇ ਝੂਠ ਨੂੰ ਕੋਈ ਫੜ ਕੇ ਵਿਖਾਏ। ਮੈਂ ਤੇ ਜੇਬ ਕੱਟਣਾ ਤੇ ਪਤਾ ਹੀ ਨਹੀਂ ਲੱਗਣ ਦਿੰਦਾ, ਮੈਂ ਛਿਆਂ ਦਾ ਕੱਟ ਲਿਆਵਾਂ ਤਾਂ ਨਹੀਂ ਪਤਾ। ਯਾਨੀ ਇਹਦੇ ਅੰਦਰ ਵੀ ਹੰਕਾਰ ਕਰ ਰਿਹਾ ਹੈ। ਕਈਆਂ ਲੋਕਾਂ ਨੂੰ ਮੈਂ ਵੇਖਿਆ, ਮੈਂ ਬੋਤਲ ਸ਼ਰਾਬ ਦੀ ਤੇ ਬਿਨਾਂ ਪਾਣੀ ਪੀਣ ਦੀ ਪੀ ਜਾਂਦਾ। ਯਾਨੀ ਇਸ ਚੀਜ਼ ਦੀ ਉਹਨਾਂ ਨੂੰ ਈਗੋ ਹੈ। ਤਾਂ ਗੁਰੂ ਜੀ ਕਹਿੰਦੇ ਨੇ ਸਚਿਆਰ ਦੀ ਵੱਖਰੀ ਹਉ ਹੈ, ਕੂੜਿਆਰ ਦੀ ਵੱਖਰੀ ਹਉ। ਹਉ ਦਾ ਮਤਲਬ ਪਹਿਚਾਨ। ਵੱਖਰੀ ਪਹਿਚਾਨ ਹੈ ਸਚਿਆਰ ਦੀ,
और वखरी पहचान है कूड़ियार दी। सचियार सचियारां विच जा रलदे ने और कूड़ियार कूड़ियारां विच जा रलदे ने। कई बारी सच बोलन करके इस दे अंदर सुपीरियोरिटी कॉम्पलैक्स आ जांदा है ते कई बारी झूठ फड़े जान करके इहदे अंदर इनफीरियोरिटी कॉम्पलैक्स आ जांदा है। यानी वखरी पहचान है सचियार दी भी और कूड़ियार दी भी। हों दा मतलब इत्थे वखरी पहचान। अगला वचन करदे ने हों विच पाप पुन विचार। हों दे अंदर ही पुन दी विचार करदा है और हों दे अंदर ही पाप दी विचार करदा है। यानी जो पुन कमा रहा है ओदी वखरी पहचान है पुन्नी करके, और जो पाप कमा रहा है पाप दी विचार कर रहा है ओदी वखरी हों, ओदी वखरी पहचान है पाप कर्म करके। गुरबाणी विच ही वचन आया ना, जो धर्म कमावे तिस धर्म ना होवे, पाप कमाने पापी जानिए। धर्म कमान वाले नूं धर्मी और पाप कमान वाले नूं पापी किया जाता है। उन्हां दी वखरी पहचान बन जाती है। यही वखरी हों है। और जैसी फिर हों बन जाती है, जैसे अपने विचार बन जाते हैं, जैसा अपना सुभाव बन जाता है, उस तरह ही बंदा फिर अगे अगे कर्म कमाई जाता है, उस लड़ी के अंदर तुरया जाता है। चंगे चंगे काम करी जाते हैं, माड़े माड़े, फिर माड़ियां नूं माड़ा फल मिलता है, चंगियां नूं चंगा फल मिलता है। ये लड़ी साडी अपनी है। इसलिए असीं अपनी कैसी बिरती बनाना चाहते हैं, ये सानू सोच लेना चाहिए। कुछ बच्चे ने उन्हां दी वखरी पहचान है कि उन्हां दा IQ बहुत वधिया है, वो पढ़ाई दे विच बहुत हुशियार ने, वो 90-95% नंबर लेंदे ने। उन्होंने अपना गोल बनाया होया कि असीं इन्ने नंबर लैणे ने, क्योंकि उन्हां दा अंदर स्वाभिमान है, उन्हां नूं माण है अपने आप ते असीं लैणे ने। उन्हां दी वखरी पहचान बन गई है। ते कुछ बच्चे ने वो सोचते ने कि साडे तो कित्थे होना है, वो नैगेटिव सोचते ने, फेल हो जाते ने, नंबर घट होंदे ने। हुण साडे ते डिपेंड करता है कि बच्चे ने अपनी पहचान कैसी बनानी है। जैसा सोचोगे, जैसे बीज बीजोगे, वैसे हो जाओगे। इनू कहते ने जो पावे भांडे विच वस्त, सा निकले क्या कोई करे विचारा। जो सोचोगे, जो तुहाडे सबकॉन्शियस माइंड अंदर जाएगा, वो तुहाडे कॉन्शियस माइंड नू सिग्नल देवेगा, वैसे ही तुसी कर्म करोगे। जे कोई पढ़ाई दे अंदर बच्चा है सोचे कि मेरी याददाश्त तेज है, मैं पढ़ाई विच हुशियार हाँ, मैनू हर गल चेते रहिंदी है, मेरे अंदर चेते रखण दी क्षमता है, मैं सब तो चंगे नंबर लै सकदा हाँ और लवांगा, क्योंकि मेरे अंदर शक्ति है, मेरे अंदर सर्वशक्तिमान प्रभु बैठा है जिहदे अंदर अनंत शक्तियां ने, मेरे अंदर अनंत ताकतां ने, मेरे दिमाग दे विच अनंत शक्ति है, मैं कर सकदा हाँ। तां इहनूं कहंदे ने जेहा बीजै सो लुणै। इहनूं कहंदे ने जो मांगे ठाकुर अपने ते, सोई सोई देवे। इहनूं कहंदे ने जे ही सुरत तेहा तिन राह। इहनूं कहंदे ने जैसी इनपुट वैसी आउटपुट। जो तुसी CPU ਦੇ ਅੰਦਰ ਇਨਪੁਟ ਦੋਗੇ, ਸੈਂਟਰਲ ਪ੍ਰੋਸੈਸਿੰਗ ਯੂਨਿਟ ਦੇ ਵਿੱਚੋਂ ਵੈਸੀ ਹੀ ਆਊਟਪੁੱਟ ਆਏਗੀ। ਤੇ ਜੇ ਬੱਚਾ ਸੋਚੇ ਨਹੀਂ ਜੀ ਇਹ ਤੇ ਸਟੇਜੀ ਗੱਲਾਂ ਨੇ, ਐਸਾ ਕਿੱਥੇ ਹੋ ਸਕਦਾ ਹੈ, ਦੂਜੇ ਬੱਚੇ ਨੰਬਰ ਚੰਗੇ ਲੈਂਦੇ ਨੇ, ਮੇਰੇ ਤੋਂ ਨਹੀਂ ਆਉਣੇ, ਤਾਂ ਉਹਦੇ ਨਹੀਂ ਆਉਣਗੇ, ਕਿਉਂਕਿ ਉਹ ਮੰਗ ਹੀ ਰਿਹਾ ਹੈ, ਉਹਦੀ ਸੁਰਤ ਹੀ ਐਸੀ ਹੈ, ਉਹ ਬੀਜ ਐਸੇ ਬੀਜ ਰਿਹਾ ਹੈ। ਤਾਂ ਗੁਰੂ ਜੀ ਸਾਨੂੰ ਸਮਝਾ ਰਹੇ ਨੇ, ਹੋਂ ਵਿੱਚ ਪਾਪ ਪੁੰਨ ਵਿਚਾਰ। ਬੰਦਾ ਆਪਣੀ ਵੱਖਰੀ ਪਹਿਚਾਨ ਬਣਾ ਲੈਂਦਾ, ਪਾਪ ਵਾਲੀ ਵੱਖਰੀ ਪਹਿਚਾਨ ਬਣਾ ਲੈਂਦਾ ਹੈ ਪੁੰਨ ਵਾਲੀ। ਹੁਣ ਇਹ ਪੁੰਨ ਔਰ ਪਾਪ ਦੀ ਵਿਚਾਰ ਦੇਖੋ, ਇੱਕ ਤੇ ਉਹ ਹੈ ਕਿ ਜਿਨ੍ਹਾਂ ਨੇ ਪੁੰਨ ਔਰ ਪਾਪ ਦੀ ਵਿਚਾਰ ਹੀ ਬਣਾਈ ਹੋਈ ਹੈ, ਲੇਕਿਨ ਇੱਕ ਉਹ ਨੇ ਜੋ ਸਵਾਭਿਮਾਨੀ ਨੇ ਇਸ ਪੁੰਨ ਪਾਪ ਦੀ ਵਿਚਾਰ ਤੋਂ ਉੱਤੇ ਨੇ। ਹੁਣ ਜੇ ਅਸੀਂ ਦੇਖਦੇ ਹਾਂ ਜੈਨ ਧਰਮ ਵੱਲ, ਤਾਂ ਉਹ ਕਹਿੰਦੇ ਨੇ ਅਹਿੰਸਾ ਪਰਮੋ ਧਰਮ ਹੈ, ਅਹਿੰਸਾ ਪਰਮ ਧਰਮ ਹੈ। ਉਹਨਾਂ ਵਿੱਚੋਂ ਕੁਝ ਫਿਰਕੇ ਐਸੇ ਨੇ ਜਿਹੜੇ ਰਾਤ ਨੂੰ ਤੁਰਦੇ ਵੀ ਨਹੀਂ, ਪਾਣੀ ਵਿੱਚ ਨਹਾਉਂਦੇ ਨਹੀਂ, ਵਾਲ ਕੱਟਦੇ ਨਹੀਂ, ਸਗੋਂ ਕੱਲਾ ਕੱਲਾ ਵਾਲ ਪੁੱਟਦੇ ਨੇ ਕਿ ਜੂੰ ਜਾਂ ਕੋਈ ਕੀੜਾ ਨਾ ਮਰ ਜਾਏ, ਔਰ ਟਾਇਲਟ ਜਾ ਕੇ ਬਾਹਰ ਖੇਤ ਵਿੱਚ ਉਹਨੂੰ ਵੀ ਫਰੋਲ ਦਿੰਦੇ ਨੇ ਕਿ ਉਹਦੇ ਵਿੱਚ ਕੀੜਾ ਆਦਿਕ ਨਾ ਹੋਵੇ। ਫੂਲ ਫਦੀਹਤ ਨੂੰ ਲੈਣ ਪੜਾਸਾਂ, ਪਾਣੀ ਦੇਖ ਸੰਗਾਹੀ। ਇਹ ਉਹਨਾਂ ਦੀ ਵੱਖਰੀ ਪਹਿਚਾਨ ਬਣ ਗਈ ਨਾ, ਪਾਪ ਵਾਲੀ ਪੁੰਨ ਵਾਲੀ। ਉਹਨਾਂ ਦੀ ਵੱਖਰੀ ਪਹਿਚਾਨ ਹੈ ਕਿ ਇਹ ਪੁੰਨ ਹੈ।
लेकिन दूजे पासे कुछ लोग ऐसे ने जो कहते ने कि मतलब जी ਅਸੀਂ मीट वगैरह खाते हैं तो कोई पाप नहीं, ये पुण्य है। कई लोग ने धर्म के नाम के उत्ते बलि दिंदे ने ना पशुओं की, उन्होंने वास्ते वो पुण्य है। ते अपनी विचार है ना, पुण्य और पाप अपनी विचार होगी। एक बंदा उस चीज ਨੂੰ पुण्य समझदा है, दूजा ਨੂੰ पाप समझदा है। ਤੇ ਜੇ ਇਸ ਪੁੰਨ ਪਾਪ ਵਾਲੀ ਵਿਚਾਰ ਵਿੱਚ ਪੈ ਜਾਓ ਤੇ ਜੀਣਾ ਕਿੰਨਾ ਮੁਸ਼ਕਲ ਹੋ ਜਾਏਗਾ। ਹੁਣ ਮੰਨ ਲਓ ਕਿ ਕੋਈ ਬੰਦਾ ਇਹ ਸੋਚਦਾ ਹੈ ਕਿ ਪਾਪ ਕਰਮ ਕਰਨ ਦੇ ਨਾਲ ਨਰਕ ਵਿੱਚ ਪਵੋਗੇ, ਜੀਵ ਹੱਤਿਆ ਕਰਨ ਨਾਲ ਨਰਕ ਵਿੱਚ ਪਵੋਗੇ। ਇਹ ਯਾਦ ਰੱਖਣਾ ਕਿ ਮੈਂ ਜੀਵ ਹੱਤਿਆ ਕਰਨ ਦਾ ਉਪਦੇਸ਼ ਨਹੀਂ ਕਰ ਰਿਹਾ, ਚੀਜ਼ ਸਮਝਣੀ ਹੈ, ਵੱਖਰੀ ਹੋਣ ਨੂੰ ਸਮਝਣਾ ਕਿ ਪਾਪ ਕਰਮ ਕਰੋਗੇ, ਜੀਵ ਹੱਤਿਆ ਕਰੋਗੇ, ਨਰਕ ਵਿੱਚ ਜਾਓਗੇ। ਹੁਣ ਮੰਨ ਲਓ ਤੁਹਾਡੇ ਘਰ ਵਿੱਚ ਕੋਈ ਗਾਂ ਮੱਝ ਹੈ ਤੇ ਉਸ ਗਾਂ ਮੱਝ ਨੂੰ ਜ਼ਖਮ ਹੋ ਜਾਏ ਤੇ ਕੀੜੇ ਪੈ ਜਾਣ ਤੇ ਕੀੜੇ ਮਾਰਨ ਵਾਲੀ ਦਵਾਈ ਪਾਓਗੇ ਕਿ ਨਹੀਂ? ਪਾਓਗੇ ਨਾ। ਕੀੜੇ ਮਰਨਗੇ, ਪਾਪ ਲੱਗੇਗਾ, ਨਰਕ ਵਿੱਚ ਪਵੋਗੇ। ਤੇ ਜੇ ਕੀੜੇ ਮਾਰਨ ਵਾਲੀ ਦਵਾਈ ਨਹੀਂ ਪਾਓਗੇ, ਉਹ ਤੁਹਾਡੀ ਗਾਂ ਮੱਝ ਮਰ ਜਾਏਗੀ, ਫਿਰ ਤੁਹਾਨੂੰ ਪਾਪ ਲੱਗੇਗਾ, ਫਿਰ ਨਰਕ ਵਿੱਚ ਪਵੋਗੇ। ਕਿਵੇਂ ਬਚੋਗੇ? ਕਿਸਾਨ ਨੂੰ ਹੁਣ ਬਾਬੇ ਸਾਡੇ ਕਹਿੰਦੇ ਨੇ ਨਾ ਕਿ ਜੀਵ ਹੱਤਿਆ ਪਾਪ ਹੈ। ਮੈਂ ਜੀਵ ਹੱਤਿਆ ਕਰਨ ਦਾ ਪ੍ਰਚਾਰ ਨਹੀਂ ਕਰ ਰਿਹਾ, ਪਰ ਸੋਚਣਾ। ਸਾਡੇ ਬਾਬੇ ਕਹਿੰਦੇ ਨੇ ਜੀਵ ਹੱਤਿਆ ਕਰਨਾ ਪਾਪ ਹੈ। ਜਿਹੜਾ ਜੀਵ ਹੱਤਿਆ ਕਰੇਗਾ ਨਰਕ ਵਿੱਚ ਜਾਏਗਾ, ਪਾਪ ਲੱਗੇਗਾ। ਕਿਸਾਨ ਹਲ ਨਾ ਵਾਏ ਤੇ ਫਿਰ ਕੀ ਬਣੇਗਾ? ਕਿਸਾਨ ਹਲ ਵਾਹੁੰਦਾ ਤੇ ਕਿੰਨੇ ਗੰਡੋਏ ਤੇ ਕੀੜੇ ਹਲ ਦੇ ਥੱਲੇ ਮਰਦੇ ਨੇ ਨਾ। ਕਿਸਾਨ ਕੀੜਾ ਮਾਰ ਦਵਾਈਆਂ ਦੀ ਸਪਰੇ ਨਾ ਕਰੇ ਤਾਂ ਫਸਲ ਪੈਦਾ ਨਹੀਂ ਹੋਏਗੀ। ਕਿਸਾਨ ਲੱਖਾਂ ਨਹੀਂ ਕਰੋੜਾਂ ਕੀੜੇ ਮਾਰਦਾ ਹੈ। ਕਿਸਾਨ ਤੇ ਰਗੜਿਆ ਗਿਆ ਵਿਚਾਰਾ ਨਰਕ ਵਿੱਚ ਜਾਏਗਾ। ਤੇ ਜੇ ਉਹ ਕੀੜੇ ਨਾ ਮਾਰੇ, ਫਸਲ ਪੈਦਾ ਨਹੀਂ ਹੋਣੀ। ਹਲ ਨਾ ਵਾਏ, ਫਸਲ ਪੈਦਾ ਨਹੀਂ ਹੋਣੀ। ਸਾਰੇ ਬਾਬੇ ਮਰ ਜਾਣਗੇ, ਕਿਸਾਨ ਤੇ ਫਿਰ ਵਿਚਾਰੇ ਨੂੰ ਪਾਪ ਲੱਗੇਗਾ ਵੀ ਤੂੰ ਫਸਲ ਪੈਦਾ ਨਹੀਂ ਕੀਤੀ ਤੇ ਬਾਬੇ ਸਾਰੇ ਮਰ ਗਏ। ਬਾਬਿਆਂ ਨੇ ਆਪ ਤੇ ਕੱਖ ਕਰਨਾ ਨਹੀਂ। ਹੋ ਗਈ ਨਾ ਪ੍ਰੋਬਲਮ। ਕੀ ਕਰੋਗੇ? ਇੱਕ ਬਾਜ ਨੇ ਬਟੇਰਾ ਫੜ ਲਿਆ ਤੇ ਉਹ ਬਟੇਰੇ ਨੂੰ ਨੋਚ ਕੇ ਖਾਣ ਲੱਗਾ। ਕੋਲ ਕੋਈ ਧਰਮੀ ਬੰਦਾ ਖਲੋਤਾ ਸੀ, ਉਹਨੇ ਉਹ ਬਟੇਰਾ ਛਡਾ ਲਿਆ, ਬਟੇਰੇ ਦੇ ਜ਼ਖਮ ਤੇ ਹਲਦੀ ਵਗੈਰਾ ਲਾਈ ਤੇ ਬਾਜ ਪੁੱਛਣ ਲੱਗਾ ਵੀ ਇਹਨੂੰ ਕਿਉਂ ਛਡਾਇਆ? ਉਹ ਕਹਿਣ ਲੱਗਾ, ਸਜਣਾ ਮੈਂ ਤਾਂ ਛਡਾਇਆ ਕਿ ਮੇਰੇ ਸਾਹਮਣੇ ਇਹਨੇ ਤੜਪ ਤੜਪ ਕੇ ਮਰਨਾ ਸੀ, ਤੂੰ ਇਹਨੂੰ ਨੋਚਣਾ ਸੀ, ਇਹ ਤੜਪ ਰਿਹਾ ਸੀ ਤੇ ਮੈਂ ਤੜਪ ਤੜਪ ਕੇ ਮਰਦੇ ਜੀਵ ਨੂੰ ਵੇਖਦਾ, ਮੈਨੂੰ ਪਾਪ ਲੱਗਦਾ, ਮੈਂ ਨਰਕ ਵਿੱਚ ਜਾਂਦਾ। ਤੇ ਬਾਜ ਖਿੜਖੜਾ ਕੇ ਹੱਸਿਆ, ਕਹਿਣ ਲੱਗਾ ਤੇਰੇ ਵਰਗੇ ਮੂਰਖ ਨਰਕਾਂ ਵਿੱਚ ਹੀ ਪੈਂਦੇ ਨੇ, ਜਿਉਂਦੇ ਹੀ ਨਰਕਾਂ ਵਿੱਚ ਨੇ। ਹੁਣ ਰੱਬ ਨੇ ਮੈਨੂੰ ਮਾਸਖੋਰ ਬਣਾਇਆ, ਮੈਂ ਆਪ ਤੇ ਬਣਿਆ ਨਹੀਂ। ਕੁਦਰਤੀ ਸੁਭਾਅ ਹੈ, ਮੈਨੂੰ ਬਣਾਇਆ ਹੀ ਮਾਸਖੋਰ ਹੈ। ਇਹਦੇ ਵਿੱਚ ਮੇਰੀ ਕੀ ਗਲਤੀ ਹੈ? ਇਹ ਬਟੇਰਾ ਮੇਰੀ ਖੁਰਾਕ ਸੀ। 4 ਦਿਨ ਦਾ ਮੈਂ ਭੁੱਖਾ ਵਾਂ, 4 ਦਿਨ ਬਾਅਦ ਮੈਨੂੰ ਮੇਰੀ ਖੁਰਾਕ ਮਿਲੀ, ਉਹ ਤੂੰ ਖੋਹ ਲਈ। ਹੁਣ ਮੈਂ ਤੇਰੇ ਸਾਹਮਣੇ ਭੁੱਖ ਦੇ ਨਾਲ ਤੜਪ ਤੜਪ ਕੇ ਮਰਾਂਗਾ, ਤੈਨੂੰ ਪਾਪ ਲੱਗੇਗਾ, ਤੂੰ ਨਰਕ ਵਿੱਚ ਜਾਏਗਾ। ਹੁਣ ਕਿਹਨੂੰ ਪੁੰਨ ਕਹੋਗੇ, ਕਿਹਨੂੰ ਪਾਪ ਕਹੋਗੇ? ਤਾਂ ਆਪਣੀ ਵਿਚਾਰ ਹੈ ਨਾ, ਆਪਣੀ ਹੋਂ ਹੈ। ਕਿਸੇ ਨੇ ਪੁੰਨ ਦੀ ਬਣਾ ਲਈ, ਕਿਸੇ ਨੇ ਪਾਪ ਦੀ ਬਣਾ ਲਈ। ਤੇ ਜਿਹੜਾ ਅਸਲ ਜਿਹੜਾ ਹੋਂ ਹੈ ਸਾਡਾ, ਅਸਲ ਜੋ ਜੇ ਇਹਦੀ ਸਹੀ ਵਰਤੋਂ ਕਰੀਏ ਤਾਂ ਉਹ ਇਸ ਤੋਂ ਉਤਲੀ ਗੱਲ ਹੈ ਕਿ ਅਸੀਂ ਆਪਣੇ ਫਰਜ਼ਾਂ ਨੂੰ ਪੂਰੀਆਂ ਕਰਨਾ ਹੈ, ਸੱਚ ਨੂੰ ਆਧਾਰ ਬਣਾ ਕੇ। ਪਾਪ ਔਰ ਪੁੰਨ ਤੋਂ ਉੱਤੇ ਸਿਮਰਿਤ ਸ਼ਾਸਤਰ, ਪੁੰਨ ਪਾਪ ਵਿਚਾਰ ਦੇ ਤੱਤੈ ਸਾਰ ਨਾ ਜਾਣੀ। ਤੱਤੈ ਸਾਰ ਨਾ ਜਾਣੀ ਗੁਰੂ ਬਾਝੋਂ, ਤੱਤੈ ਸਾਰ ਨਾ ਜਾਣੀ। ਤਿਹੀ ਗੁਣੀ ਸੰਸਾਰ ਪਰਮ ਸੁੱਤਾ, ਸੁੱਤਿਆਂ ਰਹਿਣ ਵਿਹਾਣੀ। ਗੁਰ ਕਿਰਪਾ ਤੇ ਸੇ ਜਨ ਜਾਗੇ, ਜਿਨ੍ਹਾਂ ਹਰ ਮਨ ਵਸਿਆ, ਬੋਲੇ ਅੰਮ੍ਰਿਤ ਬਾਣੀ। ਤਾਂ ਹੋਂ ਵਿੱਚ ਪਾਪ ਪੁੰਨ ਵਿਚਾਰ, ਆਪਣੀ ਵੱਖਰੀ ਪਹਿਚਾਨ ਕਰਕੇ ਬੰਦਾ ਪੁੰਨ ਔਰ ਪਾਪ ਦੀ ਵਿਚਾਰ ਕਰਦਾ ਹੈ। ਕਿਸੇ ਦੀ ਪਾਪ ਵਾਲੀ ਹੋਂ ਬਣੀ ਪਈ ਹੈ, ਕਿਸੇ ਦੀ ਪੁੰਨ ਵਾਲੀ। ਹੋਂ ਵਿੱਚ ਨਰਕ ਸੁਰਗ ਅਵਤਾਰ, ਅਵਤਾਰ ਦਾ ਮਤਲਬ ਇੱਥੇ ਹੈ ਜਨਮ। ਨਰਕ ਵਿੱਚ ਔਰ ਸੁਰਗ ਵਿੱਚ, ਨਰਕ ਦੇ ਕੱਕੇ ਨਾਲ ਸਿਹਾਰੀ, ਸਵਰਗ ਦੇ ਗੱਗੇ ਨਾਲ ਸਿਹਾਰੀ। ਨਰਕ ਵਿੱਚ ਔਰ ਸਵਰਗ ਵਿੱਚ ਇਹ ਬੰਦਾ ਆਪਣੀ ਵੱਖਰੀ ਪਹਿਚਾਨ ਕਰਕੇ ਨਰਕ ਵਿੱਚ ਪੈਂਦਾ ਹੈ ਔਰ ਵੱਖਰੀ ਪਹਿਚਾਨ ਕਰਕੇ ਸਵਰਗ ਵਿੱਚ ਪੈਂਦਾ ਹੈ। ਹੁਣ ਇਹ ਨਰਕ ਔਰ ਸਵਰਗ ਮਰਨ ਤੋਂ ਬਾਅਦ ਨਹੀਂ, ਇਹ ਤੇ ਆਪਾਂ ਪਹਿਲਾਂ ਵਿਚਾਰ ਕਰ ਚੁੱਕੇ ਹਾਂ। ਹੁਣ ਕਈ ਲੋਕਾਂ ਦੀ ਵੱਖਰੀ ਪਹਿਚਾਨ ਹੈ ਕਿ ਉਹ ਚੰਗੇ ਕੰਮ ਕਰਦੇ ਨੇ ਔਰ ਬੜੇ ਸੁੱਖ ਵਾਲੀ ਜ਼ਿੰਦਗੀ ਜੀ ਰਹੇ ਨੇ, ਲੋਕਾਂ ਨੂੰ ਵੀ ਸੁੱਖ ਦਿੰਦੇ ਨੇ,
ਲੋਕਾਂ ਦੀ ਹੈਲਪ ਕਰਦੇ ਨੇ, ਕਿਸੇ ਡਿੱਗੇ ਨੂੰ ਉਠਾਉਂਦੇ ਨੇ, ਕਿਸੇ ਰੋਂਦੇ ਨੂੰ ਚੁੱਪ ਕਰਾਉਂਦੇ ਨੇ, ਕਿਤੇ ਨੈਗੇਟਿਵ ਨੂੰ ਪੋਜ਼ਿਟਿਵ ਕਰਦੇ ਨੇ, ਕਿਸੇ ਜ਼ਖਮੀ ਦੇ ਜ਼ਖਮ ਤੇ ਮਲਮ ਲਗਾਉਂਦੇ ਨੇ, ਕਿਸੇ ਨੰਗੇ ਨੂੰ ਕੱਪੜਾ ਦਿੰਦੇ ਨੇ, ਭੁੱਖੇ ਨੂੰ ਭੋਜਨ ਦਿੰਦੇ ਨੇ, ਸੁਖੀ ਨੇ, ਸ਼ਾਂਤ ਨੇ, ਸ਼ੁਭ ਕਰਮ ਕਰਦੇ ਨੇ। ਉਹਨਾਂ ਦਾ ਘਰ ਸਵਰਗ ਬਣਿਆ ਹੋਇਆ, ਉਹ ਸਵਰਗ ਵਿੱਚ ਜ਼ਿੰਦਗੀ ਜੀ ਰਹੇ ਨੇ। ਤੇ ਕਈ ਲੋਕ ਨੇ ਚੋਰੀਆਂ ਕਰਦੇ ਨੇ, ਬੇਈਮਾਨੀਆਂ ਕਰਦੇ ਨੇ, ਨਸ਼ੇ ਪੀਂਦੇ ਨੇ, ਗੁਆਂਢੀਆਂ ਨੂੰ ਤੰਗ ਕਰਦੇ ਨੇ, 2 ਨੰਬਰ ਦੇ ਧੰਦੇ ਕਰਦੇ ਨੇ, ਘਰ ਦੇ ਵਿੱਚ ਕਲ ਕਲੇਸ਼, ਉਹਨਾਂ ਦਾ ਘਰ ਨਰਕ ਬਣਿਆ ਪਿਆ। ਇਹ ਹੀ ਹੈ ਨਰਕ ਔਰ ਸਵਰਗ। ਆਪਣੀ ਵੱਖਰੀ ਪਹਿਚਾਨ ਕਰਕੇ ਕੋਈ ਨਰਕ ਵਾਲੀ ਜ਼ਿੰਦਗੀ ਬਿਤਾ ਰਿਹਾ ਹੈ ਤੇ ਆਪਣੀ ਵੱਖਰੀ ਹੋਂ ਕਰਕੇ ਕੋਈ ਸਵਰਗ ਵਾਲੀ ਜ਼ਿੰਦਗੀ ਬਿਤਾ ਰਿਹਾ ਹੈ। ਇਹ ਹੁਣ ਤੁਹਾਡੇ ਤੇ ਡਿਪੈਂਡ ਕਰੇਗਾ ਕਿ ਤੁਸੀਂ ਆਪਣੀ ਹੋਂ ਕਿਹੜੀ ਬਣਾਉਣੀ ਚਾਹੋਗੇ। ਤੁਸੀਂ ਇਸ ਹੋਂ ਦੀ, ਆਪਣੀ ਵੱਖਰੀ ਪਹਿਚਾਨ ਦੀ ਵਰਤੋਂ ਕਿਵੇਂ ਦੀ ਕਰੋਗੇ, ਇਹ ਬੰਦੇ ਤੇ ਡਿਪੈਂਡ ਕਰਦਾ ਹੈ। ਆਪਣੀ ਜ਼ਿੰਦਗੀ ਨੂੰ ਨਰਕ ਬਣਾ ਲਓ ਜਾਂ ਸਵਰਗ ਬਣਾ ਲਓ। ਪਤੀ ਪਤਨੀ ਪਿਆਰ ਦੇ ਨਾਲ ਰਹੋ। ਪਤਨੀ ਨੂੰ ਪਤੀ ਦਿਸੇ ਪਰਮੇਸ਼ਰ, ਤੇ ਪਤੀ ਨੂੰ ਪਤਨੀ ਦਿਸੇ ਦੇਵੀ। ਦੇਵੀ ਪਰਮੇਸ਼ਰ ਦੀ ਤਰ੍ਹਾਂ ਰਹਿਣ, ਘਰ ਬਣ ਗਿਆ ਸਵਰਗ। ਤੇ ਪਤੀ ਨੂੰ ਪਤਨੀ ਦਿਸੇ ਚੜੇਲ, ਤੇ ਪਤਨੀ ਨੂੰ ਪਤੀ ਦਿਸੇ ਭੂਤਨਾ, ਤੇ ਚੜੇਲ ਭੂਤਨੇ ਦੀ ਤਰ੍ਹਾਂ ਰਹਿਣ, ਤੇ ਨਰਕ ਬਣ ਗਿਆ। ਵੱਖਰੀ ਪਹਿਚਾਨ ਬਣ ਗਈ ਨਾ, ਵੱਖਰੀ ਹੋਂ ਬਣ ਗਈ। ਇਹ ਹੁਣ ਸਾਡੇ ਤੇ ਡਿਪੈਂਡ ਕਰਦਾ ਹੈ। ਉਹ ਬੰਦਾ ਜਨਾਨੀ ਲੜਦੇ ਸਨ ਪਏ ਕਿਤੇ, ਤੇ ਉਹਨਾਂ ਦਾ ਬੀਬੀ ਦਾ ਪਿਤਾ ਆ ਗਿਆ ਕੁਦਰਤੀ, ਤੇ ਬੀਬੀ ਦੇ ਪਤੀ ਨੇ ਆਪਣੇ ਸਹੁਰੇ ਅੱਗੇ ਸ਼ਿਕਾਇਤ ਕੀਤੀ। ਕਹਿਣ ਲੱਗਾ ਵੀ ਆ ਦੇਖ ਲਓ, ਤੁਹਾਡੀ ਬੇਟੀ ਐਵੇਂ ਕਰਦੀ ਹੈ, ਐਵੇਂ ਬੋਲਦੀ ਹੈ, ਵੇਖ ਲਓ ਤੁਹਾਡੇ ਸਾਹਮਣੇ, ਫਿਰ ਮੇਰਾ ਦੋਸ਼ ਕੱਢੋ। ਤੇ ਪਿਓ ਨੇ ਆਖਿਆ, ਕੁੜੀਏ ਐਵੇਂ ਨਹੀਂ ਕਰੀਦਾ। ਕਹਿਣ ਲੱਗੀ, ਪਾਪਾ ਮੈਂ ਤੇ ਦੁਖੀ ਹੋ ਗਈ ਹਾਂ, ਮੈਂ ਤੇ ਦੁਖੀ ਹੋ ਗਈ ਹਾਂ। ਮੈਂ ਆਨੀਆਂ, ਹੇ ਸੱਚੇ ਪਾਤਸ਼ਾਹ, ਜਾਂ ਰੱਬ ਮੇਰੇ ਪਤੀ ਨੂੰ ਚੁੱਕ ਲੈ ਤੇ ਜਾਂ ਮੈਨੂੰ ਰੰਡੀ ਕਰ ਦੇ। ਮੈਂ ਤੇ ਰੱਬ ਅੱਗੇ ਅਰਦਾਸ ਕਰਨੀ ਆ, ਜਾਂ ਰੱਬ ਮੇਰੇ ਪਤੀ ਨੂੰ ਚੁੱਕ ਲੈ ਤੇ ਜਾਂ ਮੈਨੂੰ ਰੰਡੀ ਕਰ ਦੇ। ਯਾਨੀ ਮਰੇ ਦੋਵਾਂ ਪਾਸੇ ਪਤੀ ਹੋਈ ਤੇ ਘਰ ਨਰਕ ਹੀ ਬਣੇਗਾ ਨਾ। ਤੇ ਜੇ ਹੋਵੇ ਧਨ ਫਿਰ ਇਹ ਨਾ ਆਖੀਏ, ਬਹਿਨ ਇਕੱਠੇ ਹੋਏ, ਏਕ ਜੋਤ ਦੋਏ ਮੂਰਤੀ, ਧਨ ਫਿਰ ਕਹੀਏ ਸੋਈ ਘਰ ਸਵਰਗ ਬਣ ਜਾਏਗਾ। ਇਸੇ ਨੂੰ ਕਹਿੰਦੇ ਨੇ ਨਰਕ ਔਰ ਸਵਰਗ। ਤੇ ਸਾਨੂੰ ਉਲਝਾਇਆ ਗਿਆ ਕਿ ਮਰਨ ਤੋਂ ਬਾਅਦ ਤੁਹਾਨੂੰ ਸਵਰਗ ਮਿਲੇਗਾ, 72 ਹੂਰਾਂ ਮਿਲਣਗੀਆਂ। ਇੱਥੇ ਇੱਕ ਘਰ ਵਾਲੀ ਨਾਲ ਨਹੀਂ ਬਣਦੀ ਤਾਂ ਉੱਥੇ 72 ਨਾਲ ਕਿਵੇਂ ਬਣ ਜਾਏ? ਹਾਲ ਕੀ ਹੋ ਜਾਏਗਾ 72 ਜਿੱਥੇ ਹੋਈਆਂ। ਤਾਂ ਕਹਿਣ ਤੋਂ ਮੁਰਾਦ, ਇਹ ਜ਼ਿੰਦਗੀ ਨੂੰ ਸਵਰਗ ਬਣਾਓ, ਇਸ ਜ਼ਿੰਦਗੀ ਨੂੰ ਨਰਕ ਬਣਾਓ, ਇਹ ਤੁਹਾਡੇ ਤੇ ਡਿਪੈਂਡ ਕਰਦਾ ਹੈ, ਮੇਰੇ ਤੇ ਡਿਪੈਂਡ ਕਰਦਾ। ਇਹ ਵੱਖਰੀ ਪਹਿਚਾਨ ਹੈ ਕਿਸੇ ਦੀ ਨਰਕ ਵਾਲੀ ਔਰ ਕਿਸੇ ਦੀ ਸਵਰਗ ਵਾਲੀ। ਹੋਂ ਵਿੱਚ ਹੱਸੈ, ਹੋਂ ਵਿੱਚ ਰੋਵੈ। ਬੰਦਾ ਹੋਂ ਕਰਕੇ ਆਪਣੀ ਵੱਖਰੀ ਪਹਿਚਾਨ ਕਰਕੇ ਹੱਸ ਰਿਹਾ ਹੈ, ਵੱਖਰੀ ਪਹਿਚਾਨ ਕਰਕੇ ਰੋ ਰਿਹਾ ਹੈ। ਜਿਹੜਾ ਹੱਸ ਰਿਹਾ ਹੈ ਉਹਦੀ ਆਪਣੀ ਵੱਖਰੀ ਹੋਂ ਹੈ, ਉਹਦੇ ਚੰਗੇ ਕਰਮ ਨੇ, ਚੰਗੀ ਜ਼ਿੰਦਗੀ ਜਿੰਦਾ ਹੈ, 10 ਨਵਾਂ ਦੀ ਕਿਰਤ ਕਰਦਾ ਹੈ, ਗਿਆਨ ਹਾਸਲ ਕਰਦਾ ਹੈ, ਪੜ੍ਹਾਈ ਕਰਦਾ ਹੈ, ਲੋਕਾਂ ਨਾਲ ਪਿਆਰ ਕਰਕੇ ਲੋਕਾਂ ਤੋਂ ਪਿਆਰ ਪਾਉਂਦਾ ਹੈ ਔਰ ਮਾਣ ਪਾਉਂਦਾ ਹੈ, ਬੌਧਿਕ ਸੁੱਖ ਪਾਉਂਦਾ ਹੈ, ਰੱਬੀ ਗੁਣ ਗਾ ਕੇ ਰੱਬ ਦੇ ਵਿੱਚ ਲੀਨ ਹੁੰਦਾ ਹੈ, ਹੱਸ ਰਿਹਾ ਹੈ, ਖੁਸ਼ ਹੈ। ਤੇ ਦੂਜਾ ਆਪਣੀ ਵੱਖਰੀ ਪਹਿਚਾਨ ਕਰਕੇ ਰੋ ਰਿਹਾ ਹੈ, ਮਾੜੇ ਕਰਮ ਕਰਦਾ ਹੈ, ਈਰਸ਼ਾ, ਦਵੇਸ਼, ਵੈਰ ਵਿਰੋਧ, ਲੜਾਈ, ਦੰਗੇ, ਫਸਾਦ, ਉਹ ਰੋ ਰਿਹਾ ਹੈ। ਵੱਖਰੀ ਪਹਿਚਾਨ ਹੈ। ਇਸ ਪਹਿਚਾਨ ਨੂੰ ਹੁਣ ਅਸੀਂ ਆਪ ਬਣਾਉਣਾ ਹੈ। ਹੱਸਣ ਵਾਲੀ ਬਣਾ ਲਓ ਜਾਂ ਰੋਣ ਵਾਲੀ ਬਣਾ ਲਓ। ਤੁਸੀਂ ਇਹ ਸੰਸਾਰ, ਇਹ ਜ਼ਿੰਦਗੀ ਕੀ ਹੈ? ਤੁਸੀਂ ਸ਼ੀਸ਼ੇ ਦੇ ਅੱਗੇ ਖਲੋਵੋ ਔਰ ਸ਼ੀਸ਼ੇ ਦੇ ਅੱਗੇ ਖਲੋ ਕੇ ਥੋੜਾ ਜਿਹਾ ਮੁਸਕਰਾਓ, ਥੋੜਾ ਜਿਹਾ ਮੁਸਕਰਾਓ। ਤੁਹਾਡੇ ਸਾਹਮਣੇ ਖਲੋਤਾ ਬੰਦਾ ਵੀ ਮੁਸਕਰਾਉਣ ਲੱਗ ਜਾਏਗਾ। ਜੋ ਸ਼ੀਸ਼ੇ ਵਿੱਚ ਤੁਹਾਡੇ ਸਾਹਮਣੇ ਹੈ ਮੁਸਕਰਾਏਗਾ, ਤੇ ਤੁਸੀਂ ਰੋਵੋ ਤੇ ਫਿਰ ਉਹ ਵੀ ਰੋਏਗਾ। ਹੁਣ ਦੇਖ ਲਓ ਕਿ ਤੁਸੀਂ ਰੋਣਾ ਚਾਹੁੰਦੇ ਹੋ ਕਿ ਮੁਸਕਰਾਉਣਾ ਚਾਹੁੰਦੇ ਹੋ। ਇਹ ਸੰਸਾਰ ਇੱਕ ਸ਼ੀਸ਼ਾ ਹੈ। ਜੇ ਇਸ ਦੁਨੀਆ ਵੱਲ ਮੁਸਕਰਾਓਗੇ, ਦੁਨੀਆ ਮੁਸਕਰਾਏਗੀ। ਲੋਕ ਨੇ ਨਾ, ਤੁਸੀਂ ਸੈਰ ਕਰਨ ਜਾਂਦੇ, ਗੋਰੇ ਨੇ ਜਾਂ ਦੂਜਾ ਕੋਈ ਵੀ ਮਿਲੇ, ਥੋੜਾ ਮੁਸਕਰਾਓ, ਉਹ ਵੀ ਮੁਸਕਰਾਉਣਗੇ ਤੁਹਾਡੇ ਵੱਲ। ਤੇ ਰੋਂਦੂ ਜਿਹਾ ਮੂੰਹ ਬਣਾ ਕੇ ਲੰਘੀ ਫਿਰ ਅਗਲਾ ਕਹਿੰਦਾ ਮੈਂ ਤੇਰੇ ਤੋਂ ਦਾਣੇ ਲੈਣੇ ਨੇ, ਰੋਂਦਾ। ਫਿਰ ਮੁਸਕਰਾਓਗੇ, ਦੁਨੀਆ ਤੁਹਾਡੇ ਨਾਲ ਮੁਸਕਰਾਏਗੀ। ਰੋਗੇ, ਸ਼ਾਇਦ ਤੁਹਾਨੂੰ ਕੱਲਿਆਂ ਰੋਣਾ ਪਵੇ, ਤੁਹਾਡੇ ਨਾਲ ਕੋਈ ਰੋਏਗਾ ਨਹੀਂ। ਰੋਣ ਵਾਲੇ ਵਾਧੂ ਆ ਜਾਣ।
ਤਾਂ ਇਹ ਵੱਖਰੀ ਪਹਿਚਾਨ ਹੈ ਹਰ ਇਨਸਾਨ ਦੀ। ਕੋਈ ਆਪਣੀ ਵੱਖਰੀ ਹੋਂ ਕਰਕੇ ਰੋ ਰਿਹਾ ਹੈ, ਕੋਈ ਆਪਣੀ ਵੱਖਰੀ ਪਹਿਚਾਨ ਕਰਕੇ ਹੱਸ ਰਿਹਾ ਹੈ। ਹੋਂ ਵਿੱਚ ਭਰੀਐ, ਹੋਂ ਵਿੱਚ ਧੋਵੈ। ਵੱਖਰੀ ਪਹਿਚਾਨ ਕਰਕੇ ਭਰੀਏ ਦਾ ਮਤਲਬ ਬੰਦਾ ਆਪਣੀ ਮੱਤ ਨੂੰ ਪਾਪਾਂ ਨਾਲ ਭਰ ਲੈਂਦਾ ਹੈ, ਤੇ ਵੱਖਰੀ ਪਹਿਚਾਨ ਹੈ ਕਿ ਕੋਈ ਆਪਣੀ ਮੱਤ ਨੂੰ ਧੋ ਲੈਂਦਾ ਹੈ। ਦੇਖੋ ਸ਼ੇਖ ਸੱਜਣ, ਉਹਦੀ ਇੱਕ ਵੱਖਰੀ ਪਹਿਚਾਨ ਸੀ, ਕਤਲ ਕਰਨਾ, ਲੋਕਾਂ ਨੂੰ ਲੁੱਟਣਾ, ਮੱਤ ਨੂੰ ਉਹਨੇ ਭਰ ਲਿਆ ਪਾਪਾਂ ਦੇ ਨਾਲ। ਪਰ ਜਦੋਂ ਗੁਰੂ ਨਾਨਕ ਦੇਵ ਜੀ ਮਿਲੇ, ਉਹਨੂੰ ਗੱਲ ਸਮਝ ਆਈ ਤੇ ਪਾਪਾਂ ਭਰੀ ਮੱਤ ਨੂੰ ਉਹਨੇ ਧੋ ਲਿਆ। ਉਹਦੀ ਫਿਰ ਬਾਅਦ ਦੇ ਵਿੱਚ ਵੱਖਰੀ ਪਹਿਚਾਨ ਬਣ ਗਈ। ਉਹੀ ਠੱਗ ਸੱਜਣ ਗੁਰੂ ਕਾ ਭਾਈ ਸੱਜਣ ਬਣ ਗਿਆ, ਵੱਖਰੀ ਹੋ ਗਈ ਨਾ। ਕੌਡਾ ਭੀਲ ਵੱਖਰੀ ਪਹਿਚਾਨ ਹੈ, ਲੋਕਾਂ ਨੂੰ ਤੇਲ ਦੇ ਕੜਾਹਿਆਂ ਵਿੱਚ ਤਲ ਤਲ ਕੇ ਖਾਂਦਾ, ਮਾਰਦਾ, ਤੇ ਉਸੇ ਕੌਡੇ ਦੀ ਵੱਖਰੀ ਪਹਿਚਾਨ ਬਣ ਗਈ। ਗੁਰੂ ਕਾ ਭਾਈ ਹੋ ਗਿਆ, ਸਿੱਖ ਪ੍ਰਚਾਰਕ ਹੋ ਗਿਆ ਹੈ। ਭੂਮੀਆਂ ਹੋਰ ਅਨੇਕਾਂ ਲੋਕ ਲੈ ਲਓ, ਸਾਡੇ ਸਮਾਜ ਵਿੱਚ ਵੇਖ ਲਓ, ਕਿੰਨੇ ਲੋਕ ਸਨ ਜਿਹੜੇ ਪਹਿਲਾਂ ਸ਼ਰਾਬ ਆਦਿ ਪੀਂਦੇ ਸਨ, ਵਿਕਾਰ ਕਮਾਉਂਦੇ ਸਨ, ਪਰ ਉਹ ਅੱਜ ਬੜੇ ਚੰਗੇ ਇਨਸਾਨ ਨੇ। ਉਹਨਾਂ ਨੇ ਛੱਡ ਦਿੱਤਾ ਸਭ ਕੁਝ, ਬਹੁਤ ਚੰਗੇ ਇਨਸਾਨ ਬਣ ਗਏ। ਤੇ ਕਈ ਲੋਕ ਨੇ ਬੜੇ ਚੰਗੇ ਸਨ, ਉਹਨਾਂ ਨੇ ਅੰਮ੍ਰਿਤ ਵੀ ਛਕਿਆ ਸੀ, ਬਾਣੀ ਵੀ ਪੜ੍ਹਦੇ ਸਨ, ਪਰ ਅੱਜ ਉਹ ਨਸ਼ਿਆਂ ਦੇ ਵਿੱਚ ਖਚਤ ਹੋ ਗਏ ਨੇ। ਵੱਖਰੀ ਪਹਿਚਾਨ ਹੈ। ਕੋਈ ਬੰਦਾ ਹੋਂ ਦੇ ਅੰਦਰ ਆਪਣੀ ਵੱਖਰੀ ਪਹਿਚਾਨ ਕਰਕੇ ਆਪਣੀ ਮੱਤ ਨੂੰ ਧੋ ਲੈਂਦਾ ਹੈ। ਭਰੀਏ ਮਤ ਪਾਪਾਂ ਕੇ ਸੰਗ, ਉਹ ਧੋਪੈ ਨਾਵੇਂ ਕੇ ਰੰਗ। ਤੇ ਕਿਸੇ ਦੀ ਵੱਖਰੀ ਪਹਿਚਾਨ ਹੈ ਕਿ ਉਹ ਆਪਣੀ ਮੱਤ ਨੂੰ ਪਾਪਾਂ ਔਰ ਵਿਕਾਰਾਂ ਦੇ ਨਾਲ ਭਰ ਲੈਂਦਾ। ਦੋਵੇਂ ਸੱਚਾਈਆਂ ਨੇ, ਜਿਵੇਂ ਮਰਜ਼ੀ ਕਰ ਲਓ। ਆਪਣੀ ਵੱਖਰੀ ਪਹਿਚਾਨ ਤੁਸੀਂ ਬਣਾਣੀ ਹੈ। ਤੁਹਾਨੂੰ ਰੱਬ ਨੇ ਵੱਖਰੀ ਹੋਂਦ ਦਿੱਤੀ ਹੈ, ਵੱਖਰੀ ਪਹਿਚਾਨ ਦਿੱਤੀ ਹੈ, ਇਹਨੂੰ ਕਿਵੇਂ ਯੂਜ਼ ਕਰੋਗੇ? ਹੋਂ ਵਿੱਚ ਜਾਤੀ ਜਿਨਸੀ ਖੋਵੈ। ਆਪਣੀ ਹੋਂ ਦੇ ਕਾਰਨ, ਇੱਥੇ ਹੁਣ ਹੋਂ ਦਾ ਮਤਲਬ ਹੈ ਸੁਪੀਰੀਓਰਿਟੀ ਕੰਪਲੈਕਸ। ਆਪਣੇ ਹੰਕਾਰ ਭਾਵ ਕਰਕੇ ਜਾਤੀ ਜਿਨਸੀ ਦਾ ਮਤਲਬ ਜਾਤਾਂ ਪਾਤਾਂ ਵਿੱਚ ਪੈ ਕੇ ਖੋਵੇ ਦਾ ਮਤਲਬ ਆਪਣੇ ਆਤਮਿਕ ਜੀਵਨ ਨੂੰ ਬਰਬਾਦ ਕਰ ਲੈਂਦਾ ਹੈ। ਔਰ ਇਸ ਬੰਦੇ ਨੇ ਬਰਬਾਦ ਕੀਤਾ ਸੀ। ਕਿਵੇਂ 4 ਵਰਨਾਂ ਵਿੱਚ ਇਨਸਾਨ ਵੰਡੇ ਗਏ, ਕਿਵੇਂ ਅਖੌਤੀ ਸ਼ੂਦਰਾਂ ਨੂੰ ਪਸ਼ੂਆਂ ਵਾਲੀ ਜ਼ਿੰਦਗੀ ਜੀਣ ਵਾਸਤੇ ਮਜਬੂਰ ਕੀਤਾ ਗਿਆ, ਕਿਵੇਂ ਅੱਜ ਵੀ ਜਾਤਾਂ ਪਾਤਾਂ ਦੇ ਉੱਤੇ ਲੋਕ ਵੰਡੇ ਨੇ, ਜਾਤਾਂ ਪਾਤਾਂ ਦੇ ਨਾਮ ਦੇ ਉੱਤੇ ਅੱਜ ਵੀ ਜਿਹੜੇ ਨੇ ਉਹ ਕਤਲ ਹੁੰਦੇ ਨੇ। ਅੱਜ ਵੀ ਕਈ ਥਾਵਾਂ ਤੇ ਇਹੋ ਜਿਹੇ ਸਮਾਚਾਰ ਛਪਦੇ ਨੇ ਕਿ ਫਲਾਂ ਜ਼ਿਲ੍ਹੇ ਜਾਂ ਪਿੰਡ ਦੇ ਅੰਦਰ ਕਿਸੇ ਅਖੌਤੀ ਨੀਵੀਂ ਜਾਤ ਦੇ ਬੰਦੇ ਨੂੰ ਵਿਆਹ ਦੇ ਸਮੇਂ ਘੋੜੀ ਤੇ ਚੜਨ ਤੋਂ ਰੋਕਿਆ ਔਰ ਉੱਥੇ ਮਾਰ ਕੁਟਾਈ ਕੀਤੀ ਗਈ। ਖੋ ਲਿਆ ਨਾ, ਆਪਣੇ ਜੀਵਨ ਨੂੰ ਬਰਬਾਦ ਕਰ ਲਿਆ। ਤਾਂ ਇਹ ਵੱਖਰੀ ਪਹਿਚਾਨ ਹੈ ਕਿਸੇ ਦੀ ਕਿ ਕੋਈ ਜਾਤਾਂ ਜਿਨਸਾਂ ਦੇ ਅੰਦਰ ਪੈ ਕੇ ਜਾਤਾਂ ਪਾਤਾਂ ਵਿੱਚ ਆਪਣੇ ਆਤਮਿਕ ਜੀਵਨ ਨੂੰ ਬਰਬਾਦ ਕਰ ਲੈਂਦਾ। ਸਭ ਮੈਂ ਜੋਤ ਜੋਤ ਹੈ ਸੋਏ, ਜਿਹੜਾ ਵਿਕਾਸ ਹੋਣਾ ਸੀ, ਜੋ ਰੱਬ ਵਰਗਾ ਬਣਨਾ ਸੀ, ਉਸ ਚੀਜ਼ ਨੂੰ ਗਵਾ ਬੈਂਦਾ ਹੈ ਔਰ ਬਿਲਕੁਲ ਘਟੀਆ ਸੋਚ ਅਪਣਾ ਕੇ ਆਪਣੀ ਜ਼ਿੰਦਗੀ ਨੂੰ ਗਵਾ ਲੈਂਦਾ ਹੈ। ਅਗਲਾ ਬਚਨ ਕਰਦੇ ਨੇ, ਹੋਂ ਵਿੱਚ ਮੂਰਖ, ਹੋਂ ਵਿੱਚ ਸਿਆਣਾ। ਵੱਖਰੀ ਪਹਿਚਾਨ ਕਰਕੇ ਕੋਈ ਮੂਰਖ ਹੋ ਜਾਂਦਾ, ਕੋਈ ਸਿਆਣਾ ਹੋ ਜਾਂਦਾ। ਹੁਣ ਮੂਰਖ ਕੌਣ ਹੈ? ਮੂਰਖ ਨੂੰ ਜੇ ਸਮਝਣਾ ਹੋਵੇ ਤਾਂ 2-3 ਚੀਜ਼ਾਂ ਨੇ, ਕਿ ਅਸੀਂ ਆਪਣੇ ਆਪ ਨੂੰ ਵੇਖੀਏ ਕਿ ਕਿਤੇ ਅਸੀਂ ਮੂਰਖ ਤੇ ਨਹੀਂ ਬਣੇ, ਆਪਣੀ ਵੱਖਰੀ ਪਹਿਚਾਨ ਮੂਰਖ ਵਾਲੀ ਤੇ ਨਹੀਂ ਬਣਾ ਲਈ। ਮੂਰਖ 2 ਸ਼ਬਦਾਂ ਤੋਂ ਬਣਿਆ ਹੈ, ਮੂੰਹ ਰੱਖ। ਪਹਿਲੀ ਮੂਰਖ ਦੀ ਕੈਟੇਗਰੀ ਉਹ ਹੈ ਜਿਨਨੇ ਮੂੰਹ ਰੱਖਿਆ, ਜ਼ਬਾਨ ਬੜੀ ਚੱਲਦੀ ਹੈ ਮੇਰੀ ਤਰ੍ਹਾਂ, ਕਥਨੀ ਹੈ ਪਰ ਰਹਿਤ ਕੋਈ ਨਹੀਂ। ਮਨਮੁਖ ਕਥਨੀ ਹੈ ਪਰ ਰਹਿਤ ਨਾ ਹੋਈ। ਜ਼ਬਾਨ ਬੜੀ ਚੱਲਦੀ ਹੈ, ਗੱਲਾਂ ਆਲ ਪਤਾਲ ਦੀਆਂ ਬੋਲਦਾ, ਲੇਕਿਨ ਕਰਦਾ ਕੱਖ ਨਹੀਂ। ਮੂੰਹ ਹੀ ਮੂੰਹ ਰੱਖਿਆ ਹੈ, ਜ਼ਬਾਨ ਹੀ ਜ਼ਬਾਨ ਰੱਖੀ ਹੈ। ਦੂਜਾ ਮੂੰਹ ਰੱਖ, ਮੂੰਹ ਹੀ ਮੂੰਹ ਰੱਖਿਆ, ਖਾਣ ਹੀ ਖਾਣ ਰੱਖਿਆ ਹੈ, ਸਵੇਰ ਤੋਂ ਲੈ ਕੇ ਸ਼ਾਮ ਤੱਕ ਖਾਂਦਾ ਹੈ, ਕਰਦਾ ਕੱਖ ਨਹੀਂ। ਸਮਾਜ ਤੋਂ ਧੀਆਂ ਪੁੱਤਰ ਭੈਣ ਭਰਾ ਜ਼ਮੀਨ ਜਾਇਦਾਦ ਧਨ ਦੌਲਤ ਅੰਬਾਰ ਸੁੱਖ ਲੈ ਨੇ, ਸੁੱਖਾਂ ਦੇ ਅੰਬਾਰ, ਪਰ ਸਮਾਜ ਵਾਸਤੇ ਕੁਝ ਵੀ ਨਹੀਂ ਕੀਤਾ। ਜੇ ਸਾਡੇ ਤੋਂ ਪੁੱਛੀਏ ਕਿ ਤੁਹਾਨੂੰ ਸਮਾਜ ਵਿੱਚੋਂ ਇੰਨਾ ਕੁਝ ਮਿਲਿਆ, ਤੁਸੀਂ ਇੰਨਾ ਕੁਝ ਲਿਆ, ਤੁਹਾਡੀ ਦੇਣ ਕੀ ਹੈ ਸਮਾਜ ਨੂੰ? ਕੀ ਦੇਣ ਹੈ? ਤੇ ਦੇਣ ਤੇ ਕੁਝ ਵੀ ਨਹੀਂ। ਸਾਡੀ ਦੇਣ ਤੇ ਹੀ ਅਸੀਂ ਸਮਾਜ ਦੀ ਝੋਲੀ ਈਰਖਾ ਦਵੇਸ਼ ਪਾਇਆ, ਅੰਧ ਵਿਸ਼ਵਾਸ ਫੈਲਾਏ ਨੇ, ਜਾਤ ਪਾਤ ਫੈਲਾਈ ਹੈ, 2 ਨੰਬਰ ਦੇ ਧੰਦੇ ਫੈਲਾਏ ਨੇ, ਲੜਾਈ ਦੰਗੇ ਫਸਾਦ ਫੈਲਾਏ ਨੇ। ਅਸੀਂ ਇਸ ਸਮਾਜ ਦੀ ਝੋਲੀ ਵਿੱਚ ਐਟਮ ਬੰਬ ਪਾਏ ਨੇ, ਮਿਜ਼ਾਈਲਾਂ ਪਾਈਆਂ ਨੇ, ਤੋਪਾਂ ਪਾਈਆਂ ਨੇ।
यही पाया। चंद लोग ने जिन्हां दी इस समाज नूं देन है चंगी। गुरु नानक देव जी महाराज दी केडी वड्डी देन है। डॉक्टर, इंजीनियर, वैज्ञानिक, मनोवैज्ञानिक केडी वड्डी देन है। अज डॉक्टर लोग अपनी जान हील के ते कोरोना दे नाल लड़ रहे ने, लोकां दी जान बचाने लई अपनी जान गवा रहे ने। ते ਜਿਹੜੇ ਸਾਡੇ ਬਾਬੇ ਸੀ ਜਿਹੜੇ ਕਹਿੰਦੇ ਸੀ ਤੁਹਾਡਾ ਲੋਕ ਪਰਲੋਕ ਸਵਾਰ ਦੇਾਂਗੇ, ਸਵਾਰਨਾ ਤੇ ਕੀ ਉਹ ਆਪ ਡਰਦੇ ਨੇ। ਜਿਹੜੇ ਦਿੰਦੇ ਸਨ ਨਾ ਆਸ਼ੀਰਵਾਦ, ਤੇ ਉਹਨਾਂ ਨੂੰ ਕਹੋ ਬਾਬਾ ਜੀ ਮੈਨੂੰ ਕਰੋਨਾ ਆਸ਼ੀਰਵਾਦ ਦਿਓ, ਬਾਬੇ ਭੱਜ ਜਾਣਗੇ। ਬਿਲਕੁਲ ਉਹਨੂੰ ਕਹੋ ਬਾਬਾ ਜੀ ਪੈਰਾਂ ਨੂੰ ਮੱਥਾ ਹੀ ਟੇਕ ਲੈਣ ਦਿਓ, ਮੈਨੂੰ ਕਰੋਨਾ ਹੈ, ਕੌਣ ਲਾਣ ਦੇਗਾ ਹੱਥ ਤੁਹਾਨੂੰ? ਨਹੀਂ ਨਾ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿ ਇਹ ਮੂਰਖ ਔਰ ਸਿਆਣਾ, ਦੂਜਾ ਮੂਰਖ ਮੈਂ ਕਹਿ ਰਿਹਾ ਸਾਂ ਉਹ ਹੈ ਜਿਹਨੇ ਮੂੰਹ ਹੀ ਮੂੰਹ ਰੱਖਿਆ, ਖਾਣ ਰੱਖਿਆ, ਦੇਣ ਕੋਈ ਨਹੀਂ। ਤੇ ਤੀਜਾ ਮੂਰਖ ਦੀ ਕੈਟੇਗਰੀ ਹੈ ਮੂੰਹ ਰੱਖ, ਜਿਹੜਾ ਕੇਵਲ ਮੂੰਹ ਰੱਖਦਾ। ਤੁਹਾਡੇ ਸਾਹਮਣੇ ਤੁਹਾਡੀ ਸਿਫਤ ਤੇ ਤੁਹਾਡੇ ਜਾਣ ਤੋਂ ਬਾਅਦ ਤੁਹਾਡੀ ਬੇਇੱਜ਼ਤੀ। ਵੀ ਤੁਸੀਂ ਕੋਲ ਬੈਠੇ ਹੋ, ਭਾਈ ਸਾਹਿਬ ਕਿਆ ਬਾਤ, ਤੁਸੀਂ ਬੜੇ ਵਧੀਆ ਬੰਦੇ ਹੋ, ਕਿੰਨਾ ਤੁਹਾਡਾ ਚੰਗਾ ਸੁਭਾਅ ਹੈ, ਕਿੰਨਾ ਤੁਹਾਡੀ ਮਿੱਠੀ ਬੋਲੀ ਹੈ, ਤੇ ਤੁਸੀਂ ਚੱਲੇ ਗਏ ਤੇ ਨਾਲ ਦੇ ਨਾਲ ਹੀ ਪਿੱਛੋਂ ਅਗਲਾ ਕਹਿੰਦਾ ਚਵਲ ਸੀ, ਐਵੇਂ ਕੋਈ ਨਹੀਂ, ਮੂੰਹ ਤੇ ਕਹਿਣਾ ਪੈਂਦਾ ਸੀ। ਯਾਨੀ ਮੂੰਹ ਰੱਖ, ਚਾਪਲੂਸੀ, ਸੱਚ ਨੂੰ ਸੱਚ ਨਹੀਂ ਕਹਿਣਾ, ਝੂਠ ਨੂੰ ਝੂਠ ਨਹੀਂ ਕਹਿਣਾ। ਉਹ ਤਿੰਨ ਕੈਟੇਗਰੀ ਨੇ ਮੂਰਖ ਦੀਆਂ। ਜਿਹੜਾ ਬੰਦਾ ਕੇਵਲ ਜ਼ਬਾਨ ਚਲਾਉਂਦਾ ਹੈ, ਕਥਨੀ ਕਰਨੀ ਦਾ ਪੂਰਾ ਨਹੀਂ, ਉਹ ਮੂਰਖ ਹੈ। ਤੀਜਾ ਬੰਦਾ ਜਿਸਨੇ ਖਾਣ ਹੀ ਖਾਣ ਰੱਖਿਆ, ਸਮਾਜ ਨੂੰ ਕੋਈ ਦੇਣ ਨਹੀਂ, ਮੂਰਖ ਹੈ। ਦੂਜਾ ਬੰਦਾ ਜਿਹੜਾ ਹੈ ਉਹ, ਤੇ ਤੀਜਾ ਬੰਦਾ ਜਿਹੜਾ ਮੂੰਹ ਰੱਖਣੀ ਕਰਦਾ ਹੈ, ਸੱਚ ਨੂੰ ਸੱਚ ਨਹੀਂ ਕਹਿੰਦਾ, ਝੂਠ ਨੂੰ ਝੂਠ ਨਹੀਂ ਕਹਿੰਦਾ, ਉਹ ਮੂਰਖ। ਹੁਣ ਇਹ ਵੱਖਰੀ ਹੋਣ ਨਾ ਕਿਸੇ ਦੀ, ਆਪਣੀ ਸ਼ਖਸੀਅਤ ਬਣਾ ਲਈ ਕਿਸੇ ਨੇ ਮੂਰਖਾਂ ਵਾਲੀ, ਤੇ ਕਿਸੇ ਨੇ ਆਪਣੀ ਸ਼ਖਸੀਅਤ ਸਿਆਣਿਆਂ ਵਾਲੀ ਬਣਾ ਲਈ ਹੈ। ਜਦੋਂ ਉਹ ਕਿਸੇ ਨੂੰ ਸਲਾਹ ਦੇਣਗੇ, ਚੰਗੀ ਦੇਣਗੇ। ਕਿਸੇ ਦਾ ਬੱਚਾ ਜੇ ਗਲਤ ਕਰਦਾ ਹੋਵੇ, ਉਹਨੂੰ ਬੜੇ ਪਿਆਰ ਨਾਲ ਗਲੇ ਲਾ ਕੇ ਸਮਝਾਣਗੇ, ਬੇਟਾ ਜਾਂ ਬੇਟੀ ਐਵੇਂ ਨਹੀਂ ਕਰੀਦਾ, ਆਪਣੇ ਮਾਂ-ਬਾਪ ਦਾ ਨਾਮ ਰੋਸ਼ਨ ਕਰੀਦਾ। ਧੀਏ ਬੇਟਾ ਸਕੂਲੇ ਜਾਇਆ ਕਰ, ਸਕੂਲੇ ਪੜਿਆ ਕਰ, ਨਾਮ ਰੋਸ਼ਨ ਕਰ, ਚੰਗਾ ਇਨਸਾਨ ਬਣ, ਚੰਗੀ ਸਲਾਹ ਦੇਣਗੇ। ਤੇ ਜਿਹੜੇ ਮੂਰਖਾਂ ਵਾਲੇ ਨੇ ਉਹ ਕਹਿਣਗੇ ਆ ਤੂੰ ਸ਼ਰਾਬ ਪੀ। ਇਹ ਸ਼ਖਸੀਅਤ ਵੱਖਰੀ, ਹੋਂ ਵਿੱਚ ਮੂਰਖ, ਹੋਂ ਵਿੱਚ ਸਿਆਣਾ। ਮੋਖ ਮੁਕਤ ਕੀ ਸਾਰ ਨਾ ਜਾਣਾ। ਹੁਣ ਇਸ ਵੱਖਰੀ ਸ਼ਖਸੀਅਤ ਕਰਕੇ ਵੱਖਰੀ ਹੋਂ ਦੇ ਵਿੱਚ ਬੰਦਾ ਫਸਿਆ ਹੈ। ਕੋਈ ਇਨਫੀਰੀਓਰਿਟੀ ਕੰਪਲੈਕਸ ਦੇ ਵਿੱਚ ਫਸਿਆ ਹੈ ਤੇ ਕੋਈ ਸੁਪਰੀਓਰਿਟੀ ਕੰਪਲੈਕਸ ਵਿੱਚ ਫਸਿਆ ਹੋਇਆ ਹੈ। ਮੋਖ ਮੁਕਤ ਕੀ ਸਾਰ ਨਾ ਜਾਣਾ, ਇਹਦੇ ਵਿੱਚੋਂ ਮੁਕਤੀ ਹਾਸਲ ਕਿਵੇਂ ਕਰਨੀ ਹੈ, ਸਵਾਭਿਮਾਨੀ ਕਿਵੇਂ ਹਾਸਲ ਕਰਨੀ ਹੈ, ਇਹਦੀ ਸਾਰ ਨੂੰ ਨਹੀਂ ਕੋਈ ਜਾਣਦਾ। ਇਹ ਪ੍ਰੋਬਲਮ ਹੈ। ਕੋਈ ਇਨਫੀਰੀਓਰਿਟੀ ਕੰਪਲੈਕਸ ਵਿੱਚ ਜੀ ਰਿਹਾ, ਕੋਈ ਸੁਪਰੀਓਰਿਟੀ ਕੰਪਲੈਕਸ ਵਿੱਚ ਜੀ ਰਿਹਾ ਹੈ। ਇਹਦੇ ਵਿੱਚੋਂ ਨਿਕਲਣਾ ਕਿਵੇਂ ਹੈ? ਇਹ ਦੋਵੇਂ ਮਾਨਸਿਕ ਰੋਗ ਨੇ, ਇਹਨਾਂ ਚੋਂ ਬਚਣਾ ਕਿਵੇਂ ਹੈ? ਇਹਦੀ ਸਾਰ ਨਹੀਂ ਜਾਣਦਾ ਬੰਦੇ ਨੂੰ, ਇਹਦੀ ਕਦਰ ਨਹੀਂ, ਇਹਦੀ ਸਮਝ ਨਹੀਂ ਕਿ ਮੈਂ ਹੀਨ ਭਾਵਨਾ ਚੋਂ ਕਿਵੇਂ ਨਿਕਲਾਂ ਔਰ ਮੈਂ ਇਸ ਈਗੋ ਵਾਲੇ ਹੰਕਾਰ ਦੇ ਵਿੱਚੋਂ ਕਿਵੇਂ ਨਿਕਲਾਂ, ਇਹਦੀ ਬੰਦਾ ਸਾਰ ਨਹੀਂ ਜਾਣ ਰਿਹਾ। ਹੁਣ ਅਗਲਾ ਬਚਨ ਕਰਦੇ ਨੇ, ਹੋਂ ਵਿੱਚ ਮਾਇਆ, ਹੋਂ ਵਿੱਚ ਛਾਇਆ। ਹੋਂ ਦਾ ਮਤਲਬ ਵੱਖਰੀ ਪਹਿਚਾਨ, ਛਾਇਆ ਦਾ ਮਤਲਬ ਹੁੰਦਾ ਹੈ ਅਸਰ ਹੋ ਜਾਣਾ, ਪਰਛਾਏ ਹੇਠ ਜੀਣਾ, ਸਾਏ ਹੇਠ ਜੀਣਾ। ਆਪਣੀ ਵੱਖਰੀ ਪਹਿਚਾਨ ਦੇ ਕਾਰਨ ਬੰਦਾ ਮਾਇਆ ਦੇ ਸਾਏ ਹੇਠ ਜੀਂਦਾ ਹੈ। ਔਰ ਇਹ ਚੀਜ਼ ਸਮਝਣ ਵਾਲੀ ਹੈ, ਮਾਇਆ ਦਾ ਮਤਲਬ ਪੈਸਾ ਨਹੀਂ ਹੈ। ਮਾਇਆ ਉਸ ਸੋਚ ਦਾ ਨਾਮ ਹੈ ਜਿਹੜੀ ਸੋਚ ਸਾਨੂੰ ਰੱਬ ਨਾਲੋਂ ਤੋੜਦੀ ਹੈ। ਇਹ ਮਾਇਆ ਜਿਤ ਹਰ ਵਿਸਰੈ, ਜਿਹੜੀ ਸੋਚ ਮੈਨੂੰ ਤੁਹਾਡੇ ਵਿੱਚ ਰੱਬ ਨਹੀਂ ਵੇਖਣ ਦਿੰਦੀ, ਜਿਹੜੀ ਸੋਚ ਮੈਨੂੰ ਤੁਹਾਡੇ ਨਾਲ ਰੱਬ ਵਰਗਾ ਪਿਆਰ ਔਰ ਸਤਿਕਾਰ ਨਹੀਂ ਕਰਨ ਦਿੰਦੀ, ਉਹ ਸੋਚ ਮਾਇਆ ਹੈ। ਮੋਹ ਉਪਜੈ, ਜਿਹੜੀ ਮੇਰੇ ਅੰਦਰ ਸੈਲਫਿਸ਼ਨੈਸ ਪੈਦਾ ਕਰਦੀ, ਉਹ ਸੋਚ ਮਾਇਆ ਹੈ। ਭਾਉ ਦੂਜਾ ਲਾਇਆ ਦਾ ਮਤਲਬ ਸੱਚ ਨੂੰ ਛੱਡ ਕੇ ਝੂਠ ਵਿੱਚ ਜੋੜਦੀ ਹੈ, ਮੇਰ ਤੇਰ ਦੇ ਵਿਤਕਰੇ, ਉਹ ਮਾਇਆ ਹੈ। ਵੱਖਰੀ ਪਹਿਚਾਨ ਕਰਕੇ ਬੰਦਾ ਇਸ ਸੋਚ ਦੇ ਛਾਇਆ ਦਾ ਮਤਲਬ ਸਾਏ ਹੇਠ ਜੀ ਰਿਹਾ ਹੈ। ਤੇ ਜੇ ਇਹ ਆਪਣੇ ਆਪੇ ਨੂੰ ਰੱਬ ਵਿੱਚ ਲੀਨ ਕਰ ਦੇਵੇ ਤਾਂ ਇਹਦੇ ਤੋਂ ਮੁਕਤ ਹੋ ਸਕਦਾ। ਹੁਣ ਇਹਦੇ ਤੋਂ ਮੁਕਤ ਕਿਵੇਂ ਹੋਣਾ ਹੈ? ਇਹਦੀ ਸਾਰ ਨੂੰ ਨਹੀਂ ਜਾਣਦਾ। ਹਉਮੈ ਕਰ ਕਰ ਜੰਤ ਉਪਾਇਆ, ਕਰ ਕਰ ਦਾ ਮਤਲਬ ਕਰਦੇ ਨੇ, ਜੰਤ ਉਪਾਇਆ ਦਾ ਮਤਲਬ ਮਨੁੱਖੀ ਜੀਵ, ਉਪਾਇਆ ਦਾ ਮਤਲਬ ਪੈਦਾ ਹੋਏ ਜੀਵਨ ਦੌਰਾਨ। ਕਿ ਜਿਹੜਾ
ਇਹ ਜੀਵਨ ਮਿਲਿਆ ਨਾ, ਇਹਨੇ ਹਉਮੈ ਕਰ ਕਰਕੇ ਆਪਣੀ ਵੱਖਰੀ ਪਹਿਚਾਨ ਪੈਦਾ ਕਰ ਲਈ ਹੈ। ਕਰਮ ਕਾਂਡ ਹੀ ਕਰੀ ਕਰ ਜਾ ਰਿਹਾ ਹੈ, ਆਪਣੇ ਆਪ ਨੂੰ ਇਹਦੇ ਵਿੱਚ ਲੀਨ ਕਰ ਲਿਆ ਹੈ। ਉਪਾਇਆ ਦਾ ਮਤਲਬ ਆਪਣਾ ਇੱਕ ਵੱਖਰਾ ਰੂਪ ਸਿੱਧ ਲਿਆ, ਕਰਮ ਕਾਂਡਾਂ ਵਾਲਾ, ਇਨਫੀਰੀਓਰਿਟੀ ਕੰਪਲੈਕਸ ਜਾਂ ਸੁਪੀਰੀਓਰਿਟੀ ਕੰਪਲੈਕਸ ਵਾਲਾ। ਹੁਣ ਅਸੀਂ ਰੱਬ ਦੇ ਦਰ ਤੱਕ ਜਾਣਾ ਚਾਹੁੰਦੇ ਹਾਂ, ਤਾਂ ਗੁਰੂ ਜੀ ਹੁਣ ਅਗਲਾ ਇੱਕ ਸਵਾਲ ਕਰਦੇ ਨੇ ਔਰ ਨਾਲ ਸਾਨੂੰ ਇਹ ਦੱਸਦੇ ਨੇ ਕਿ ਹਉਮੈ ਬੂਝੈ ਤਾਂ ਦਰ ਸੂਝੈ। ਜੇ ਹਉਮੈ ਨੂੰ ਸਮਝ ਲਵੇ, ਸਭ ਤੋਂ ਪਹਿਲੀ ਚੀਜ਼ ਸਾਡੀ ਜ਼ਿੰਦਗੀ ਵਿੱਚ ਸਮਝਣ ਵਾਲੀ ਕਿਹੜੀ ਹੈ ਕਿ ਮੈਂ ਸੁਪੀਰੀਓਰਿਟੀ ਕੰਪਲੈਕਸ ਦਾ ਸ਼ਿਕਾਰ ਹਾਂ ਜਾਂ ਮੈਂ ਇਨਫੀਰੀਓਰਿਟੀ ਕੰਪਲੈਕਸ ਦਾ ਸ਼ਿਕਾਰ ਹਾਂ। ਇਹ ਚੀਜ਼ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਔਰ ਹਰ ਇੱਕ ਦੇ ਸਮਝ ਵਿੱਚ ਇਹ ਚੀਜ਼ ਆਉਂਦੀ ਨਹੀਂ। ਦੇਖੋ, ਜਦੋਂ ਅਸੀਂ ਗਹੁ ਦੇ ਨਾਲ ਵੇਖਾਂਗੇ ਨਾ, ਤਾਂ ਇਸ ਦੁਨੀਆ ਦੇ ਅੰਦਰ ਹਰ ਚੌਥਾ ਪੰਜਵਾਂ ਬੰਦਾ ਜਿਹੜਾ ਹੈ ਕਿਸੇ ਨਾ ਕਿਸੇ ਪਰਸਨੈਲਿਟੀ ਡਿਸਆਰਡਰ ਦਾ ਸ਼ਿਕਾਰ ਹੈ। ਕੋਈ ਨਾ ਕੋਈ ਪਰਸਨੈਲਿਟੀ ਡਿਸਆਰਡਰ, ਵਿਅਕਤਿਤਵ ਵਿਕਾਰ ਹਰ ਇਨਸਾਨ ਦੇ ਅੰਦਰ ਹੈ, ਕੁਝ ਲੋਕਾਂ ਨੂੰ ਛੱਡ ਕੇ। ਜਿਵੇਂ ਪੈਰਾਨਾਇਡ ਪਰਸਨੈਲਿਟੀ ਡਿਸਆਰਡਰ, ਮੈਂ ਇਹਦੇ ਬਾਰੇ ਤੁਹਾਡੇ ਨਾਲ ਥੋੜੀ ਜੀ ਗੱਲ ਕਰਾਂ। ਪੈਰਾਨਾਇਡ ਪਰਸਨੈਲਿਟੀ ਡਿਸਆਰਡਰ ਦੇ ਵਿੱਚ ਕੁਝ ਇਹਦੇ ਨਿਸ਼ਾਨੀਆਂ ਨੇ, ਚਿੰਨ੍ਹ ਨੇ, ਜਿਹਨੂੰ ਪੈਰਾਨਾਇਡ ਪਰਸਨੈਲਿਟੀ ਡਿਸਆਰਡਰ ਦਾ ਜੋ ਸ਼ਿਕਾਰ ਹੋਏਗਾ, ਉਹਦੀ ਪਹਿਲੀ ਨਿਸ਼ਾਨੀ ਇਹ ਹੁੰਦੀ ਹੈ ਰੋਗ ਦੀ, ਉਹ ਬੰਦਾ ਇਹ ਸਮਝਦਾ ਕਿ ਮੈਂ ਠੀਕ ਹਾਂ, ਬਾਕੀ ਸਾਰੇ ਗਲਤ ਨੇ। ਪਹਿਲੀ ਨਿਸ਼ਾਨੀ ਇਹ, ਉਹ ਕਹਿੰਦਾ ਮੈਂ ਠੀਕ ਹਾਂ, ਮੈਨੂੰ ਕੋਈ ਰੋਗ ਨਹੀਂ, ਮੈਂ ਬਿਲਕੁਲ ਠੀਕ ਹਾਂ, ਬਾਕੀ ਸਭ ਗਲਤ ਨੇ। ਪਹਿਲੀ ਨਿਸ਼ਾਨੀ। ਦੂਜੀ ਨਿਸ਼ਾਨੀ ਉਹਦੀ ਇਹ ਹੈ ਕਿ ਛੋਟੀ ਜੀ ਨਾ ਕਰ ਦੋ ਉਹਨੂੰ, ਤੇ ਥੋੜੀ ਜੀ ਗੱਲ ਤੇ ਉਹ ਲੜਨ ਮਰਨ ਵਾਸਤੇ ਤਿਆਰ ਹੋ ਜਾਏਗਾ। ਉਹ ਬਹੁਤ ਤੇਜ਼ ਮੋਟਰਸਾਈਕਲ, ਸਕੂਟਰ ਜਾਂ ਕਾਰ ਚਲਾਏਗਾ। ਦੂਜਿਆਂ ਦੀ ਭਾਵਨਾਵਾਂ ਦੀ ਉਹ ਕਦਰ ਨਹੀਂ ਕਰੇਗਾ, ਆਪਣੀਆਂ ਭਾਵਨਾਵਾਂ ਨੂੰ ਉਹ ਸਾਹਮਣੇ ਰੱਖੇਗਾ। ਦੂਜੇ ਦੇ ਵਿਚਾਰਾਂ ਨੂੰ ਉਹ ਤੁੱਛ ਸਮਝੇਗਾ ਔਰ ਨਿੱਕੀ ਜੀ ਗੱਲ ਤੇ ਕਿਸੇ ਨਾਲ ਮਿੱਤਰਤਾ ਕਰ ਲਵੇਗਾ ਤੇ ਇੱਕ ਪਲ ਦੇ ਅੰਦਰ ਮਿੱਤਰਤਾ ਨੂੰ ਤੋੜ ਦੇਵੇਗਾ। ਇਹ ਦੋਸ਼ ਨੇ, ਰੋਗ ਹੈ। ਇਹਨਾਂ ਰੋਗਾਂ ਦਾ ਇਲਾਜ ਹੋ ਸਕਦਾ ਹੈ ਕਾਉਂਸਲਿੰਗ ਦੇ ਨਾਲ। ਤੇ ਜੇ ਕਾਉਂਸਲਿੰਗ ਨਾਲ ਨਾ ਹੋਏ, ਬਹੁਤ ਡੀਪ ਇਹ ਚੀਜ਼ ਚਲੀ ਗਈ ਹੋਵੇ, ਤਾਂ ਫਿਰ ਇਹਦੇ ਵਾਸਤੇ ਅੱਜ ਕੱਲ ਦਵਾਈਆਂ ਵੀ ਮਿਲ ਜਾਂਦੀਆਂ ਨੇ। ਉਹ ਵੇਖਣਾ ਪਵੇਗਾ ਕਿ ਇਹ ਜਿਹੜੀ ਕਿ ਇਹਦਾ ਕਾਰਨ ਕੀ ਹੈ, ਰੋਗ ਦਾ ਕਾਰਨ ਕੀ ਹੈ। ਕਿਉਂਕਿ 2-3 ਕਾਰਨ ਨੇ। ਇੱਕ ਜੈਵਿਕ ਕਾਰਨ ਜੋ ਪਿਤਾ ਪੁਰਖ ਹੀ ਆ ਜਾਂਦਾ ਹੈ, ਦੂਜਾ ਹੈ ਸੋਸ਼ਲ ਲਾਈਫ ਰਾਹੀਂ ਸਮਾਜ ਵਿੱਚੋਂ ਆਏ ਹੋਏ, ਤੇ ਤੀਜਾ ਹੈ ਸਾਡੇ ਦਿਮਾਗ ਦੇ ਅੰਦਰ ਜੋ ਕੈਮੀਕਲ ਨੇ ਇੰਬੈਲੈਂਸ ਹੋ ਜਾਣ। ਜਦੋਂ ਕੈਮੀਕਲ ਇੰਬੈਲੈਂਸ ਹੁੰਦੇ ਨੇ ਤਾਂ ਕਈ ਬੰਦੇ ਦੇ ਅੰਦਰ ਹੀਨ ਭਾਵਨਾ ਆ ਜਾਂਦੀ ਹੈ, ਡਰ ਪੈਦਾ ਹੋ ਜਾਂਦਾ ਹੈ। ਤੇ ਕਈ ਲੋਕਾਂ ਨੂੰ ਤੁਸੀਂ ਵੇਖਿਆ ਹੋਵੇਗਾ, ਉਹ ਬੇਮਤਲਬ ਹੀ ਖੁਸ਼ ਹੋਈ ਜਾਂਦੇ ਨੇ। ਤਾਂ ਉਹ ਕੈਮੀਕਲ ਇੰਬੈਲੈਂਸ ਹੋਣ ਦੇ ਨਾਲ ਜਾਂ ਤਾਂ ਉਹ ਬੇਮਤਲਬ ਹੀ ਐਵੇਂ ਖੁਸ਼ ਹੋਈ ਜਾਏਗਾ ਜਾਂ ਫਿਰ ਨੈਗੇਟਿਵ ਦੇ ਵਿੱਚ ਚਲਾ ਜਾਏਗਾ। ਅੱਜ ਕੱਲ ਇਹਨਾਂ ਚੀਜ਼ਾਂ ਦੀਆਂ ਦਵਾਈਆਂ ਮਿਲ ਜਾਂਦੀਆਂ ਨੇ। ਦਵਾਈ ਕਿਸ ਨੂੰ ਦੇਣੀ ਹੈ, ਇਹ ਕੋਈ ਸਾਈਕੈਟ੍ਰਿਕ ਜੋ ਸਪੈਸ਼ਲਿਸਟ ਬੰਦਾ ਹੈ ਉਹੀ ਡਿਸਾਈਡ ਕਰੇਗਾ। ਤੇ ਜਿਹੜੇ ਸਾਈਕੋਲੋਜਿਸਟ ਨੇ ਜਾਂ ਸਾਈਕੋਥੈਰੇਪਿਸਟ ਨੇ, ਜਿਹੜੇ ਚੰਗੇ ਕਾਉਂਸਲਿੰਗ ਕਰਨ ਵਾਲੇ ਨੇ, ਉਹ ਲੋਕ ਕਾਉਂਸਲਿੰਗ ਵੀ ਕਰ ਸਕਦੇ ਨੇ। ਜੇ ਇਸ ਬਾਰੇ ਦਾਸ ਦੀ ਸਲਾਹ ਲੈਣੀ ਹੋਵੇ ਤਾਂ ਥੋੜੀ ਬਹੁਤੀ ਮੈਂ ਵੀ ਆਪ ਨੂੰ ਰਾਏ ਦੇ ਸਕਦਾ ਹਾਂ ਕਿਸੇ ਨੂੰ, ਜੇ ਇਹੋ ਜਿਹੀ ਉਹ ਹੁੰਦੀ ਹੈ ਤਾਂ ਗੁਰੂ ਜੀ ਕਹਿੰਦੇ ਨੇ ਸਭ ਤੋਂ ਪਹਿਲੀ ਚੀਜ਼ ਕੀ ਹੈ, ਹਉਮੈ ਬੂਝੈ। ਜੇ ਆਪਣੀ ਹਉ ਨੂੰ ਬੰਦਾ ਸਮਝ ਲਵੇ ਨਾ, ਸਭ ਤੋਂ ਵੱਡੀ ਬਿਮਾਰੀ ਸਾਨੂੰ ਇਹ ਵੀ ਸਾਨੂੰ ਸਾਡੀ ਬਿਮਾਰੀ, ਸੌਰੀ ਮੈਂ ਕਹਿ ਗਿਆ, ਸਾਡੀ ਜੋ ਪ੍ਰੋਬਲਮ ਹੈ, ਬੰਦਾ ਆਪਣੀ ਹਉ ਨੂੰ ਨਹੀਂ ਸਮਝਦਾ ਕਿ ਮੈਂ ਮਾਨਸਿਕ ਤੌਰ ਤੇ ਕਿੱਥੇ ਖੜਾ ਹਾਂ। ਤੁਹਾਡੇ ਬਾਰੇ ਮੈਂ ਆਪਣੇ ਓਪੀਨੀਅਨ ਵਾਧੂ ਦੇ ਦਿਆਂਗਾ, ਤੁਸੀਂ ਮੇਰੇ ਬਾਰੇ ਬਹੁਤ ਕੁਛ ਕਹਿ ਦੋਗੇ ਵੀ ਭਾਈ ਸਰ ਐਵੇਂ ਦੇ ਐਵੇਂ ਦੇ ਐਵੇਂ ਦੇ, ਲੇਕਿਨ ਮੈਂ ਕਿਵੇਂ ਦਾ ਹਾਂ ਇਹ ਬਹੁਤ ਲੋਕ ਘੱਟ ਜਾਣਦੇ ਨੇ ਕਿ ਮੇਰੀ ਮਾਨਸਿਕਤਾ ਕਿੱਥੇ ਖੜੀ ਹੈ, ਬੌਧਿਕ ਤੌਰ ਤੇ ਮੈਂ ਕਿੱਥੇ ਖੜਾ ਹਾਂ, ਵਿਵਹਾਰਿਕ ਤੌਰ ਤੇ ਮੈਂ ਕਿੱਥੇ ਖੜਾ ਹਾਂ। ਸਭ ਤੋਂ ਵੱਡੀ ਬੰਦੇ ਦੀ ਪ੍ਰੋਬਲਮ ਇਹ ਹੈ, ਹਉਮੈ ਬੂਝੈ। ਜੋ ਇਸ ਆਪਣੀ ਹਉ ਨੂੰ ਬੁੱਝ ਲਵੇ ਕਿ ਮੈਂ ਇਨਫੀਰੀਓਰਿਟੀ ਕੰਪਲੈਕਸ ਦਾ ਸ਼ਿਕਾਰ ਹਾਂ ਤੇ ਜਾਂ ਮੈਂ ਸੁਪੀਰੀਓਰਿਟੀ ਕੰਪਲੈਕਸ ਦਾ ਸ਼ਿਕਾਰ ਹਾਂ, ਤਾਂ ਦਰ ਸੂਝੇ, ਤਾਂ ਇਹਨੂੰ ਰੱਬ ਦੇ ਦਰ ਸੁਝੇਗਾ, ਤਾਂ ਇਹਨੂੰ ਰੱਬ ਦਾ ਦਰ ਦਿਸੇਗਾ ਕਿ ਰੱਬ ਦਾ ਵੀ ਕੋਈ ਦਰ ਹੈ। ਇਹ ਤੇ ਆਪਣੇ ਵਿੱਚ ਉਲਝਿਆ ਪਿਆ। ਜਾਂ ਹੀਨ ਭਾਵਨਾ ਦਾ ਸ਼ਿਕਾਰ ਜਾਂ ਹੰਕਾਰ ਦਾ ਸ਼ਿਕਾਰ, ਰੱਬ ਤੇ ਇਹਨੂੰ ਦਿਸ ਹੀ ਨਹੀਂ ਰਿਹਾ, ਦੂਜੇ ਤੇ ਇਹਨੂੰ ਦਿਸ ਹੀ ਨਹੀਂ ਰਿਹਾ। ਮੈਨੂੰ ਤੁਹਾਡੀਆਂ ਭਾਵਨਾਵਾਂ ਤੇ ਦਿਸ ਹੀ ਨਹੀਂ ਰਹੀਆਂ, ਮੈਨੂੰ ਤੇ ਆਪਣੀਆਂ ਭਾਵਨਾਵਾਂ ਦਿਸ ਰਹੀਆਂ ਨੇ, ਕਿਉਂਕਿ ਮੈਂ ਹਉਮੈ ਦਾ ਸ਼ਿਕਾਰ ਹਾਂ। ਗਿਆਨ ਵਿਹੂਣਾ ਕਥ ਕਥ ਲੂਝੈ,
ਇਹ ਅਗਿਆਨੀ ਬੰਦਾ, ਇਹਨੂੰ ਆਪਣੇ ਆਪ ਦਾ ਗਿਆਨ ਨਹੀਂ ਹੈ ਨਾ। ਕਤ ਲੁਝੇ ਦਾ ਮਤਲਬ ਬੋਲੀ ਜਾ ਰਿਹਾ ਹੈ, ਲੁਝ ਰਿਹਾ ਹੈ, ਲੜ ਰਿਹਾ ਹੈ। ਆ ਦੇਖ ਲਓ ਤੁਸੀਂ ਧਾਰਮਿਕ ਦੁਨੀਆ ਵਿੱਚ ਇਹਨਾਂ ਦੇ ਵਿੱਚੋਂ ਬਹੁਤੇ ਲੋਕ ਜਿਹੜਾ ਸੋਸ਼ਲ ਫੋਬੀਆ ਹੈ ਨਾ, ਉਹਦੇ ਸ਼ਿਕਾਰ ਨੇ। ਕਈ ਲੋਕ ਪੈਰਾਨਾਈਡ ਪਰਸਨੈਲਿਟੀ ਡਿਸਆਰਡਰ ਦੇ ਸ਼ਿਕਾਰ ਨੇ, ਐਂਟੀ ਸੋਸ਼ਲ ਫੋਬੀਆ ਵਗੈਰਾ। ਰੋਗੀ ਨੇ ਲੋਕ, ਮਾਨਸਿਕ ਰੋਗੀ ਨੇ, ਜੋ ਦੂਜਿਆਂ ਦੇ ਨਾਲ ਲੜ ਰਹੇ ਨੇ, ਝਗੜ ਰਹੇ ਨੇ, ਆਪਣੇ ਵਿਚਾਰ ਦੂਜਿਆਂ ਤੇ ਥੋਪ ਰਹੇ ਨੇ, ਸ਼ਿਕਾਰ ਨੇ। ਹਉਮੈ ਬੂਝੈ ਤਾਂ ਦਰ ਸੂਝੈ, ਗਿਆਨ ਵੀ ਹੋਣਾ ਕਤ ਲੂਝੈ। ਗਿਆਨ ਹੈ ਨਹੀਂ ਆਪਣੇ ਆਪ ਦਾ ਕਿ ਮੈਂ ਕਿੱਥੇ ਖੜਾ ਹਾਂ, ਮੇਰੀ ਵੱਖਰੀ ਸ਼ਖਸੀਅਤ ਜੋ ਹੈ ਉਹ ਕੀ ਬਣੀ ਪਈ ਹੈ, ਮੇਰੀ ਵੱਖਰੀ ਪਹਿਚਾਨ ਕੀ ਹੈ। ਮੈਂ ਇਨਫੀਰੀਓਰਿਟੀ ਕੰਪਲੈਕਸ ਦਾ ਸ਼ਿਕਾਰ ਹਾਂ, ਸੁਪਰੀਓਰਿਟੀ ਕੰਪਲੈਕਸ ਦਾ ਸ਼ਿਕਾਰ ਹਾਂ। ਮੇਰੇ ਅੰਦਰ ਕੋਈ ਪਰਸਨੈਲਿਟੀ ਡਿਸਆਰਡਰ ਤੇ ਨਹੀਂ, ਇਹਦਾ ਗਿਆਨ ਨਹੀਂ ਹੈ, ਲੇਕਿਨ ਕਤ ਕੇ ਲੁਝ ਰਿਹਾ ਹੈ। ਲੜਾਈਆਂ, ਦੰਗੇ, ਫਸਾਦ, ਕਮਲਾ ਹੋਇਆ ਫਿਰਦਾ ਹੈ, ਬੰਦਾ ਦੁਖੀ ਹੋ ਰਿਹਾ ਹੈ। ਹੁਣ ਗੁਰੂ ਜੀ ਕਹਿੰਦੇ ਨੇ ਇਹ ਬਣ ਕਿਵੇਂ ਜਾਂਦੀ ਹੈ ਹਉਮੈ? ਨਾਨਕ ਹੁਕਮੀ ਲਿਖੀਐ ਲੇਖ। ਲੇਖ ਦਾ ਮਤਲਬ ਲੇਖਾ, ਜੋ ਅਸੀਂ ਰੋਜ਼ ਕਰਮ ਕਰਦੇ ਹਾਂ, ਜੋ ਅਸੀਂ ਕਲਪਨਾ ਕਰਦੇ ਹਾਂ ਆਪਣੇ ਮਨ ਵਿੱਚ, ਜੋ ਸਾਡੇ ਮਨ ਦੇ ਅੰਦਰ ਵਿਚਾਰ ਪੈਦਾ ਹੁੰਦੇ ਨੇ, ਉਹ ਵਿਚਾਰ ਫਿਰ ਪੱਕੇ ਹੋਈ ਜਾਂਦੇ ਨੇ। ਉਹਨਾਂ ਦਾ ਇੱਕ ਨਿਊਰੋਪਾਥ ਬਣ ਜਾਂਦਾ ਹੈ, ਇੱਕ ਰਾਹ ਬਣ ਜਾਂਦਾ। ਜਿਵੇਂ ਅਸੀਂ ਕਿਸੇ ਪੈਲੀ ਵਿੱਚ ਤੁਰੇ ਤਾਂ ਸਾਡੇ ਪੈਰ ਲੱਗ ਗਏ, ਇੱਕ ਪੈਰ, ਦੂਜਾ, ਤੀਜਾ, ਦੂਜੀ ਵਾਰੀ ਗਏ, ਤੀਜੀ ਵਾਰੀ ਦੂਜਾ ਬੰਦਾ ਲੰਘਿਆ, ਤੀਜਾ ਲੰਘਿਆ, ਚੌਥਾ, ਇੱਕ ਪਗਡੰਡੀ ਬਣ ਗਈ, ਇੱਕ ਰਾਹ ਬਣ ਗਿਆ। ਤੇ ਸਮਾਂ ਆਉਣ ਤੋਂ ਬਾਅਦ ਗੌਰਮੈਂਟ ਨੇ ਉੱਥੇ ਪੱਕੀ ਸੜਕ ਬਣਾ ਦਿੱਤੀ, ਪੱਕਾ ਰਾਸਤਾ ਹੀ ਬਣ ਗਿਆ। ਐਵੇਂ ਸਾਡੇ ਮਨ ਦੇ ਅੰਦਰ ਕੋਈ ਵਿਚਾਰ ਆਉਂਦਾ ਹੈ, ਦੁਬਾਰਾ ਵਿਚਾਰ ਆਇਆ, ਤੀਜੀ ਵਾਰੀ ਆਇਆ, ਹੌਲੇ ਹੌਲੇ ਉਹ ਵਿਚਾਰ ਸਾਡਾ ਸੁਭਾਅ ਬਣ ਗਿਆ, ਸਾਡੀ ਆਦਤ ਬਣ ਗਈ। ਇਹਨੂੰ ਕਹਿੰਦੇ ਨੇ ਹੁਕਮੀ ਦਾ ਮਤਲਬ, ਹੁਕਮ ਬਾਰੇ ਆਪ ਨਾਲ ਮੈਂ ਵਿਚਾਰ ਕੀਤੀ ਸੀ। ਹੁਕਮ, ਰਜਾ, ਭਾਣਾ, ਲੇਖ, ਇਹਦਾ ਮਤਲਬ ਸਿਸਟਮ, ਲਾ ਆਫ ਨੇਚਰ। ਇਹਦੇ ਤੋਂ ਕੋਈ ਨਹੀਂ ਬਚ ਸਕਦਾ। ਇੱਕ ਲੇਖ ਲਿਖਿਆ ਜਾਂਦਾ ਹੈ, ਸਾਡਾ ਸੁਭਾਅ ਬਣ ਜਾਂਦਾ ਹੈ, ਸਾਡੀ ਆਦਤ ਬਣ ਜਾਂਦੀ ਹੈ, ਤੇ ਉਸ ਆਦਤ ਮੁਤਾਬਕ ਫਿਰ ਬੰਦਾ ਜੀ ਵੀ ਜਾਂਦਾ ਹੈ। ਇਸ ਲਈ ਸਭ ਤੋਂ ਪਹਿਲਾਂ ਬੰਦਾ ਆਦਤਾਂ ਬਣਾਉਂਦਾ ਹੈ, ਫਿਰ ਆਦਤਾਂ ਬੰਦਾ ਨੇ ਕਿ ਬੰਦਾ ਚੰਗਾ ਹੈ ਜਾਂ ਮਾੜਾ ਹੈ, ਉਹ ਸਾਡੀਆਂ ਆਦਤਾਂ ਤੈਅ ਕਰਨਗੀਆਂ। ਇਸ ਲਈ ਕੋਈ ਵੀ ਆਦਤ ਬਣ ਜਾਏ ਕਰਮ, ਉਸ ਤੋਂ ਪਹਿਲਾਂ 1000 ਵਾਰ ਸੋਚੋ ਤੇ ਯਾਦ ਰੱਖਣਾ, ਜਿਹੜੀਆਂ ਆਦਤਾਂ ਸਿੱਖੀਆਂ ਜਾ ਸਕਦੀਆਂ ਨੇ ਉਹਨਾਂ ਨੂੰ ਭੁੱਲਿਆ ਵੀ ਜਾ ਸਕਦਾ ਹੈ। ਜੇ ਭੈੜੀ ਆਦਤ ਅਸੀਂ ਸਿੱਖ ਗਏ ਆ ਨਾ, ਤਾਂ ਚੰਗੀ ਵੀ ਸਿੱਖ ਸਕਦੇ ਹਾਂ। ਉਹਦੇ ਵਾਸਤੇ ਪ੍ਰੈਕਟਿਸ ਕਰਨੀ ਪਵੇਗੀ, ਉਹਦੇ ਵਾਸਤੇ ਸਾਨੂੰ ਕਾਉਂਸਲਿੰਗ ਦੀ ਜ਼ਰੂਰਤ ਹੈ, ਉਹਦੇ ਵਾਸਤੇ ਸਾਨੂੰ ਕੋਈ ਰਾਸਤਾ ਦੱਸੇ ਕਿ ਇਸ ਆਦਤ ਨੂੰ ਕਿਵੇਂ ਬਦਲਿਆ ਜਾ ਸਕਦਾ ਹੈ। ਇਹਦੇ ਲਈ ਸਿਸਟਮ ਕੀ ਹੈ, ਇਹਦੇ ਲਈ ਲਾ ਆਫ ਨੇਚਰ ਕੀ ਹੈ, ਰੱਬੀ ਰਜ਼ਾ ਕੀ ਹੈ, ਸਿਸਟਮ ਕੀ ਹੈ। ਹਰ ਬੰਦਾ ਬਦਲ ਸਕਦਾ ਹੈ, ਆਪਣੇ ਆਪ ਨੂੰ ਬਦਲਣਾ ਵੀ ਲੋਕ ਚਾਹੁੰਦੇ ਨੇ, ਪਰ ਅਸਲ ਪ੍ਰੋਬਲਮ ਹੈ ਕਿ ਉਹਨਾਂ ਨੂੰ ਵਿਚਾਰਿਆਂ ਨੂੰ ਸਹੀ ਸਾਧਨ ਨਹੀਂ ਮਿਲਦੇ। ਸਹੀ ਸਾਧਨ ਨਾ ਮਿਲਣ ਕਰਕੇ ਬੰਦਾ ਗਲਤ ਜੀਵਨ ਜੀਵੀ ਜਾਂਦਾ ਹੈ, ਆਪਣੇ ਆਪ ਦੀ ਉਹ ਪਹਿਚਾਨ ਕਰਦਾ ਨਹੀਂ। ਇਸ ਲਈ ਗੁਰਦੇਵ ਨੇ ਪਾਵਨ ਬਾਣੀ ਦੇ ਅੰਦਰ ਸਾਡੇ ਵਾਸਤੇ ਬਹੁਤ ਜ਼ਰੂਰੀ ਵਚਨ ਕੀਤਾ ਹੈ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਤੇਰੀਆਂ ਪਰੇਸ਼ਾਨੀਆਂ ਦਾ ਕਾਰਨ ਇਹ ਹੈ ਕਿ ਤੂੰ ਆਪਣੀ ਖੋਜ ਨਹੀਂ ਕਰਦਾ ਕਿ ਤੇਰੀ ਸ਼ਖਸੀਅਤ ਕੈਸੀ ਬਣਦੀ ਚਲੀ ਜਾ ਰਹੀ ਹੈ, ਤੇਰੇ ਅੰਦਰ ਕਿਹੜੇ ਕਿਹੜੇ ਅਵਗੁਣ ਨੇ, ਕਿਹੜੀਆਂ ਚੀਜ਼ਾਂ ਤੇਰੀ ਸ਼ਖਸੀਅਤ ਦੇ ਵਿਕਾਸ ਦੇ ਅੰਦਰ ਰੋੜਾਂ ਨੇ, ਉਹਨਾਂ ਰੋੜਿਆਂ ਨੂੰ ਕਿਵੇਂ ਪਾਸੇ ਕਰਨਾ ਹੈ। ਤੇਰੇ ਅੰਦਰ ਕਿਹੜੀ ਕਿਹੜੀ ਕੁਆਲਿਟੀਜ਼ ਨੇ, ਉਸ ਕੁਆਲਿਟੀ ਨੂੰ ਤੂੰ ਕਿਵੇਂ ਪਾਣਾ ਹੈ, ਉਹਦੇ ਵਾਸਤੇ ਕੀ ਸਾਧਨ ਨੇ, ਉਹ ਸਾਧਨ ਕਿੱਥੋਂ ਮਿਲਣਗੇ, ਕਿਵੇਂ ਮਿਲਣਗੇ, ਔਰ ਕਿੰਨੇ ਸਮੇਂ ਤੱਕ ਤੂੰ ਉੱਥੇ ਪਹੁੰਚ ਜਾਣਾ ਹੈ। ਇਹਨਾਂ ਚੀਜ਼ਾਂ ਨੂੰ ਖੋਜ, ਇਹਨੂੰ ਕਹਿੰਦੇ ਨੇ ਬੰਦੇ ਖੋਜ ਦਿਲ ਹਰ ਰੋਜ਼। ਪਰ ਪ੍ਰੋਬਲਮ ਕਿੱਥੇ ਆਈ, ਵਿਕਾਸ ਬੰਦੇ ਦਾ ਕਿਉਂ ਨਹੀਂ ਹੋਇਆ ਕਿ ਸਾਨੂੰ ਤੇ ਸਮਾਧੀਆਂ ਲਵਾਤੀਆਂ ਵੀ ਤੁਸੀਂ ਧਿਆਨ ਲਾ ਕੇ ਬਹਿਣਾ, ਇੰਜ ਬੈਠੇ ਰਹੋ, ਬਸ ਦਿਮਾਗ ਨੂੰ ਯੂਜ਼ ਨਹੀਂ ਕਰਨਾ, ਬੈਠੇ ਰਹੋ। ਕਿੰਨੇ ਲੋਕ ਬੈਠੇ ਸਨ ਸਮਾਧੀਆਂ ਲਾ ਕੇ, ਉਹਨਾਂ ਨੂੰ ਗੁਰੂ ਨਾਨਕ ਦੇਵ ਨੇ ਗੁਫਾਵਾਂ ਚੋਂ ਬਾਹਰ ਲਿਆਂਦਾ, ਕੱਢ ਕੇ ਕਹਿਣ ਲੱਗੇ ਇੱਥੇ ਬਾਹਰ ਆਓ, ਜ਼ਿੰਦਗੀ ਜੀਓ। ਤੇ ਜਿਹੜੇ ਪਾਪਾਂ ਵਿੱਚ ਫਸੇ ਸਨ ਉਹਨਾਂ ਨੂੰ ਕਿਹਾ, ਪਿਆਰਿਓ ਸੱਚ ਦੇ ਨਾਲ ਜੁੜੋ, ਸੱਚ ਨੂੰ ਆਧਾਰ ਬਣਾ ਕੇ ਮਨੁੱਖੀ ਫਰਜ਼ਾਂ ਨੂੰ ਪੂਰੀਆਂ ਕਰੋ, ਆਪਣੇ ਆਪ ਨੂੰ ਪਛਾਣੋ। ਤੁਹਾਡੇ ਅੰਦਰ ਬਹੁਤ ਵੱਡੀਆਂ ਸ਼ਕਤੀਆਂ ਨੇ, ਤੁਸੀਂ ਬਹੁਤ ਕੁਝ ਕਰ ਸਕਦੇ ਹੋ,
ਤੁਸੀਂ ਬੜੇ ਮਹਾਨ ਹੋ ਸਕਦੇ ਹੋ, ਤੁਸੀਂ ਰੱਬ ਦੇ ਅੰਦਰ ਮਿਲ ਕੇ ਰੱਬ ਵਰਗੇ ਹੋ ਸਕਦੇ ਹੋ। ਹਰ ਬੂੰਦ ਦੇ ਅੰਦਰ ਸੰਭਾਵਨਾ ਹੈ ਕਿ ਉਹ ਸਮੁੰਦਰ ਹੋ ਜਾਏ, ਹੋ ਸਕਦੀ ਹੈ। ਹਰ ਬੰਦੇ ਦੇ ਅੰਦਰ ਸੰਭਾਵਨਾ ਹੈ ਕਿ ਉਹ ਰੱਬ ਹੋ ਜਾਏ, ਪਰ ਸਭ ਤੋਂ ਪਹਿਲਾਂ ਆਪਣੀ ਪਛਾਣ ਕਰੇ ਕਿ ਮੇਰੇ ਅੰਦਰ ਦੋਸ਼ ਕੀ ਹੈ, ਇਨਫੀਰੀਓਰਿਟੀ ਕੰਪਲੈਕਸ ਜਾਂ ਸੁਪਰੀਓਰਿਟੀ ਕੰਪਲੈਕਸ। ਤਾਂ ਗੁਰੂ ਜੀ ਕਹਿੰਦੇ ਨੇ, ਨਾਨਕ ਹੁਕਮੀ ਲਿਖੀਏ ਲੇਖ, ਰੱਬੀ ਰਜਾ ਦੇ ਅੰਦਰ ਇਹ ਲੇਖ ਲਿਖਿਆ ਜਾਂਦਾ ਹੈ। ਇਹ ਨਹੀਂ ਕਿ ਮੱਥੇ ਤੇ ਪਿੱਛੋਂ ਲਿਖੇ ਹੁੰਦੇ ਨੇ, ਅਸੀਂ ਆਪ ਲਿਖ ਰਹੇ ਹਾਂ, ਆਪ ਅਸੀਂ ਆਪਣੇ ਵਿਚਾਰ ਪੈਦਾ ਕਰ ਰਹੇ ਹਾਂ, ਉਹ ਵਿਚਾਰ ਸਾਡੀਆਂ ਆਦਤਾਂ ਬਣਾ ਰਹੇ ਨੇ। ਔਰ ਇਹ ਸਿਸਟਮ ਹੈ ਕਿ ਜੈਸੇ ਕੰਮ ਕਰੋਗੇ ਵੈਸੇ ਬਣਦੇ ਜਾਓ। ਅਗਲਾ ਬਚਨ ਦੇਖੋ ਕਿੰਨਾ ਪਿਆਰਾ ਹੈ, ਜਿਹਾ ਵੇਖੈ ਤੇਹਾ ਵੇਖ। ਇੱਥੇ ਵੇਖ ਦਾ ਮਤਲਬ ਹੈ ਦ੍ਰਿਸ਼, ਜੋ ਸਾਨੂੰ ਦਿਸਦਾ। ਜਿਹਾ ਵੇਖਣ ਦਾ ਮਤਲਬ ਜਿਹੋ ਜਿਹਾ ਤੁਸੀਂ ਵੇਖੋਗੇ ਉਹੋ ਜਿਹਾ ਤੁਹਾਨੂੰ ਦਿਸੇਗਾ ਇਹ ਸੰਸਾਰ। ਫਾਰ ਐਗਜ਼ਾਮਪਲ, ਤੁਸੀਂ ਮੇਰੇ ਬਾਰੇ ਆਪਣਾ ਵਿਚਾਰ ਬਣਾ ਲਿਆ ਕਿ ਮੋਹਰ ਸਿੰਘ ਇੱਕ ਬੇਈਮਾਨ ਝੂਠਾ ਫਰੇਬੀ ਬੰਦਾ ਹੈ। ਤੁਹਾਨੂੰ ਕਿਸੇ ਨੇ ਕਹਿ ਦਿੱਤਾ ਕਿ ਮੋਹਰ ਸਿੰਘ ਝੂਠਾ ਫਰੇਬੀ ਬੰਦਾ ਹੈ, ਜਾਂ ਤੁਸੀਂ ਆਪ ਸੋਚ ਲਿਆ। ਹੁਣ ਤੁਹਾਡੇ ਸਬਕੌਂਸ਼ੀਅਸ ਦੇ ਅੰਦਰ ਇਹ ਚਲਾ ਗਿਆ ਕਿ ਮੋਹਰ ਸਿੰਘ ਇੱਕ ਝੂਠਾ ਫਰੇਬੀ ਬੰਦਾ ਹੈ, ਤੇ ਜਦੋਂ ਮੈਂ ਤੁਹਾਡੇ ਸਾਹਮਣੇ ਆਵਾਂਗਾ ਤੇ ਕਿਵੇਂ ਦਾ ਦਿਸਾਂਗਾ? ਫਰੇਬੀ ਦਿਸਾਂਗਾ, ਝੂਠਾ ਦਿਸਾਂਗਾ, ਕਿਉਂਕਿ ਤੁਸੀਂ ਮੈਨੂੰ ਵੇਖਣਾ ਹੀ ਐਵੇਂ ਦਾ ਚਾਹੁੰਦੇ ਹੋ। ਸ਼ਖਸੀਅਤ ਤੁਸੀਂ ਇਹੋ ਜਿਹੀ ਬਣਾ ਲਈ, ਮੇਰੀ ਇਮੇਜ ਐਵੇਂ ਦੀ ਬਣਾ ਲਈ। ਤੇ ਜੇ ਤੁਸੀਂ ਇਹ ਸੋਚ ਲਿਆ ਕਿ ਮੋਹਰ ਸਿੰਘ ਯਾਰ ਬੜਾ ਚੰਗਾ ਬੰਦਾ ਹੈ, ਬੜਾ ਪਿਆਰਾ ਬੰਦਾ ਹੈ, ਤਾਂ ਫਿਰ ਤੁਹਾਡੇ ਅੰਦਰ ਇਹ, ਜਦੋਂ ਤੁਹਾਨੂੰ ਮੈਂ ਮਿਲਾਂਗਾ ਤੁਸੀਂ ਮੈਨੂੰ ਮਿਲਣ ਵਾਸਤੇ ਆਓਗੇ, ਕਿਉਂਕਿ ਤੁਹਾਡੇ ਸਬਕੌਂਸ਼ੀਅਸ ਦੇ ਅੰਦਰ ਚਲਾ ਗਿਆ। ਤੁਸੀਂ ਮੇਰੀ ਇਮੇਜ ਬਣਾ ਲਈ, ਜਿਹੋ ਜਿਹਾ ਮੈਨੂੰ ਵੇਖੋਗੇ ਮੈਂ ਉਹੋ ਜਿਹਾ ਦਿਸਾਂਗਾ। ਜਿਵੇਂ ਮੈਂ ਕੱਲ ਬੇਨਤੀ ਕੀਤੀ ਸੀ ਨਾ, ਪਿਕਚਰ ਹਾਲ ਵਿੱਚ ਪਰਦੇ ਦੇ ਉੱਤੇ ਫਿਲਮ ਦਿਸਦੀ ਹੈ, ਪਰ ਉਹ ਦਿਸਦੀ ਹੈ ਜੋ ਪ੍ਰੋਜੈਕਟਰ ਦੇ ਉੱਤੇ ਚਲਾਈ ਜਾ ਰਹੀ ਹੈ। ਇਹ ਸੰਸਾਰ ਇੱਕ ਪਰਦਾ ਹੈ, ਪ੍ਰੋਜੈਕਟਰ ਤੁਹਾਡੀ ਆਪਣੀ ਸੋਚ ਹੈ। ਜੈਸੀ ਸੋਚ ਅੰਦਰ ਚਲਾਓਗੇ ਵੈਸਾ ਇਹ ਸੰਸਾਰ ਦਿਸੇਗਾ। ਸਾਨੂੰ ਇਹ ਸੰਸਾਰ ਦੁੱਖਾਂ ਦਾ ਘਰ ਦਿਸਦਾ ਹੈ। ਸਾਨੂੰ ਨਜ਼ਰ ਹੀ ਪੈਂਦਾ ਇੱਥੇ ਕੋਈ ਕਿਸੇ ਦਾ ਨਹੀਂ, ਇੱਥੇ ਸਾਰੇ ਬੇਈਮਾਨ ਨੇ, ਇੱਥੇ ਕਿਸੇ ਦਾ ਵਿਸ਼ਵਾਸ ਨਹੀਂ ਕਰਨਾ ਚਾਹੀਦਾ, ਪਾਪੀ ਨੇ, ਅਪਰਾਧੀ ਨੇ, ਇਸ ਦੁਨੀਆ ਦੇ ਵਿੱਚ ਬੇਵਕੂਫ ਬਦਤਮੀਜ਼ ਲੋਕ ਨੇ, 2 ਨੰਬਰ ਵਾਲੇ ਲੋਕ ਨੇ। ਸਾਨੂੰ ਇਹ ਦਿਸਦਾ ਹੈ ਕਿਉਂਕਿ ਅਸੀਂ ਵੇਖਣਾ ਚਾਹੁੰਦੇ ਹਾਂ, ਸਾਨੂੰ ਐਵੇਂ ਦਿਸਦਾ ਹੈ। ਤੇ ਭਗਤ ਕਬੀਰ ਜੀ ਕਹਿੰਦੇ ਨੇ, ਦੋਏ ਦੋਏ ਲੋਚਨ ਵੇਖਾਂ, ਹੋਂ ਹਰ ਬਿਨ ਔਰ ਨਾ ਦੇਖਾਂ, ਨੈਣ ਰਹੇ ਰੰਗ ਲਾਈ, ਅਬ ਬੇਗਲ ਕਹਿਣ ਨਾ ਜਾਈ, हमरा परम गया पो भागा, जब राम नाम चित लागा। बाजी गरडंक बजाई, सब खलक तमाशाई, ਉਹਨੂੰ ਰੱਬ ਤੋਂ ਬਿਨਾਂ ਦਿਸਦੇ ਨਹੀਂ। ਗੁਰੂ ਅਰਜਨ ਦੇਵ ਜੀ ਕਹਿੰਦੇ ਨੇ, ਜੋ ਦਿਸੈ ਸੋ ਤੇਰਾ ਰੂਪ। ਗੁਰੂ ਅਮਰਦਾਸ ਜੀ ਕਹਿੰਦੇ ਨੇ, ਵਿਸ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ, ਹਰ ਰੂਪ ਨਜ਼ਰ ਨਹੀਂ ਆਇਆ। ਗੁਰੂ ਨਾਨਕ ਦੇਵ ਜੀ ਨੂੰ ਇਹ ਜਗਤ ਦਿਸ ਰਿਹਾ ਹੈ, ਇਹ ਜਗ ਸੱਚੀ ਕੀ ਹੈ ਕੋਠੜੀ। ਸਾਨੂੰ ਇਹ ਸੰਸਾਰ ਉਵੇਂ ਦਿਸ ਰਿਹਾ। ਕਿਉਂ? ਜਿਹਾ ਵੇਖੈ, ਜਿਹੋ ਜਿਹਾ ਵੇਖੋਗੇ ਉਹੋ ਜਿਹਾ ਦਿਸੇਗਾ। ਹੁਣ ਤੁਸੀਂ ਆਪਣੇ ਆਪ ਨੂੰ ਕਿਹੋ ਜਿਹਾ ਵੇਖਣਾ ਚਾਹੁੰਦੇ ਹੋ? ਇਨਫੀਰੀਓਰਿਟੀ ਕੰਪਲੈਕਸ ਵਾਲਾ, ਸੁਪਰੀਓਰਿਟੀ ਕੰਪਲੈਕਸ ਵਾਲਾ, ਜਾਂ ਕਿ ਸਵਾਭਿਮਾਨੀ, ਪੁੰਨ ਵਾਲਾ, ਪਾਪ ਵਾਲਾ, ਸਫਲ ਅਸਫਲ, ਚੰਗਾ ਮੰਦਾ? ਜਿਹੋ ਜਿਹਾ ਵੇਖੋਗੇ ਉਹੋ ਜਿਹੇ ਹੋ ਜਾਓਗੇ। ਇਹਨੂੰ ਕਹਿੰਦੇ ਨੇ, ਜੇ ਹੀ ਸੁਰਤ ਤੇ ਹੈ ਰਾਜਾਏ। ਇਸ ਲਈ ਆਪਣੇ ਅੰਦਰ ਹੀਨ ਭਾਵਨਾ ਨੂੰ ਖਤਮ ਕਰੋ। ਇਸ ਸੰਸਾਰ ਨੂੰ ਚੰਗੇ ਰੂਪ ਵਿੱਚ ਵੇਖੋ। ਆਪਣੇ ਘਰਦਿਆਂ ਨੂੰ ਕਿਵੇਂ ਵੇਖਦੇ ਹੋ? ਪਿਆਰ ਦੇ ਨਾਲ ਵੇਖੋ, ਚੰਗੇ ਵੇਖੋ। ਆਪਣੇ ਘਰਦਿਆਂ ਵਾਸਤੇ ਚੰਗੇ ਬਚਨ ਬੋਲੋ, ਆਪਣੇ ਵਾਸਤੇ ਚੰਗਾ ਬੋਲੋ। ਆਪਣੇ ਆਪ ਨੂੰ ਨਾ ਕਹੋ ਕਿ ਮੈਂ ਕੁਛ ਨਹੀਂ ਕਰ ਸਕਦਾ। ਸਵੇਰੇ ਉੱਠਦਿਆਂ ਸਾਰ ਇਹ ਰਿਪੀਟ ਕਰੋ ਕਿ ਰੱਬ ਨੇ ਮੈਨੂੰ ਖੁਸ਼ੀਆਂ ਭਰੀ ਜ਼ਿੰਦਗੀ ਦਿੱਤੀ ਹੈ। ਮੇਰੇ ਚਿਹਰੇ ਤੇ ਨੂਰ, ਮੇਰੀਆਂ ਅੱਖਾਂ ਵਿੱਚ ਚਮਕ, ਮੇਰੇ ਬੁੱਲਾਂ ਤੇ ਮੁਸਕਾਨ ਹੈ। ਮੇਰੇ ਅੰਦਰ ਹਰ ਕੰਮ ਕਰਨ ਦੀ ਸ਼ਕਤੀ ਹੈ। ਮੈਂ ਟਾਈਮ ਦਾ ਪਾਬੰਦ ਹਾਂ। ਮੇਰੀ ਸੋਚ ਉੱਚੀ ਸੁੱਚੀ ਹੈ। ਮੇਰਾ ਵਤੀਰਾ ਪਿਆਰ ਭਰਿਆ ਹੈ। ਮੈਨੂੰ ਕੰਮ ਕਰਕੇ ਖੁਸ਼ੀ ਹੁੰਦੀ ਹੈ। ਮੈਂ ਆਪਣੇ ਆਪ ਤੋਂ, ਪਰਿਵਾਰ ਤੋਂ, ਸੱਜਣਾ ਮਿੱਤਰਾਂ, ਰਿਸ਼ਤੇਦਾਰਾਂ ਤੋਂ ਸੰਤੁਸ਼ਟ ਹਾਂ। ਮੈਂ ਖੁਸ਼ ਹਾਂ, ਮੈਂ ਪ੍ਰਸੰਨ ਹਾਂ, ਮੈਂ ਰਿਲੈਕਸ ਹਾਂ। ਮੇਰੀ ਯਾਦਦਾਸ਼ਤ ਬੜੀ ਚੰਗੀ ਹੈ। ਮੈਂ ਬਹੁਤ ਚੰਗਾ ਇਨਸਾਨ ਹਾਂ। ਇਹ ਬੋਲੋ ਆਪਣੇ ਆਪ ਵਾਸਤੇ। ਐਵੇਂ ਦਾ ਵੇਖੋ, ਐਵੇਂ ਦੇ ਹੋ ਜਾਓਗੇ। ਮਨ ਬਚਨ ਕਰਮ ਕਰ। ਇਹ ਬੋਲ ਜ਼ਬਾਨ ਤੇ ਵੀ ਹੋਣ, ਇਹ ਬੋਲ ਸੋਚ ਵਿੱਚ ਵੀ ਹੋਣ,
ਇਹ ਬੋਲ ਵਿਹਾਰ ਵਿੱਚ ਵੀ ਹੋਣ। ਐਵੇਂ ਦਾ ਵੇਖੋਗੇ ਐਵੇਂ ਦਾ ਹੋ ਜਾਓਗੇ, ਤੇ ਜੇ ਐਵੇਂ ਦਾ ਵੇਖੋਗੇ ਹਾਏ ਮੇਰੇ ਤੇ ਗੋਡੇ ਗਏ, ਮੇਰੇ ਤੋਂ ਤੇ ਤੁਰਿਆ ਨਹੀਂ ਜਾਂਦਾ, ਵੇਟ ਮੇਰਾ ਵੱਧ ਗਿਆ, ਕੰਮ ਮੇਰੇ ਤੋਂ ਨਹੀਂ ਕੀਤਾ ਜਾਂਦਾ, ਮੈਨੂੰ ਤੇ ਨੂੰਹ ਨਹੀਂ ਪਸੰਦ ਕਰਦੀ, ਮੈਨੂੰ ਤੇ ਸੱਸ ਨਹੀਂ ਪਸੰਦ ਕਰਦੀ, ਮੈਂ ਤੇ ਦੁਨੀਆ ਤੇ ਭਾਰ ਹਾਂ, ਮੈਂ ਕਿੱਥੇ ਕਾਮਯਾਬ ਹੋਣਾ, ਲੋਕ ਹੋ ਗਏ ਸਾਡੇ ਵਾਸਤੇ ਕਿੱਥੇ, ਜਿੰਨਾ ਦੁੱਖਾਂ ਦਾ ਘਰ ਹੈ ਰੱਬ ਚੁੱਕ ਹੀ ਲਵੇ, ਠੀਕ ਹੈ। ਐਵੇਂ ਦਾ ਵੇਖੋਗੇ ਐਵੇਂ ਦੇ ਹੋ ਜਾਓਗੇ। ਜਿਹਾ ਵੇਖੇ ਤਿਹਾ ਵੇਖ। ਇਸ ਲਈ ਜ਼ਰੂਰਤ ਹੈ ਇਸ ਚੀਜ਼ ਨੂੰ ਸਮਝਣ ਦੀ ਕਿ ਜਿਵੇਂ ਦਾ ਤੁਸੀਂ ਵੇਖਦੇ ਹੋ ਉਵੇਂ ਦਾ ਹੀ ਤੁਹਾਨੂੰ ਇਹ ਸੰਸਾਰ ਨਜ਼ਰੀ ਪਵੇਗਾ। ਤਾਂ ਅੱਜ ਅਸੀਂ ਇੱਥੇ ਹੀ ਵਿਚਾਰ ਨੂੰ ਸਮਾਪਤ ਕਰਾਂਗੇ। ਤਾਂ ਹਉਮੈ ਜਿਹੜੀ ਹੈ ਇਹਦੇ ਦੋ ਰੂਪ ਵਿੰਗੜੇ ਹੋਏ ਨੇ, ਇਨਫੀਰੀਓਰਿਟੀ ਕੰਪਲੈਕਸ ਔਰ ਸੁਪਰੀਓਰਿਟੀ ਕੰਪਲੈਕਸ। ਇਹ ਦੋਵੇਂ ਹੀ ਮਾੜੇ ਨੇ। ਸਵਾਭਿਮਾਨੀ ਹੋਣਾ ਅਤਿਅੰਤ ਜ਼ਰੂਰੀ ਹੈ। ਜਿਵੇਂ ਦਾ ਤੁਸੀਂ ਆਪਣਾ ਸਰੂਪ ਬਣਾ ਲੋਗੇ ਉਵੇਂ ਦਾ ਬਣ ਜਾਏਗਾ। ਇਸ ਦੁਨੀਆ ਦੇ ਅੰਦਰ ਹਰ ਇਨਸਾਨ ਦੀ ਵੱਖਰੀ ਪਹਿਚਾਣ ਹੈ, ਵੱਖਰੀ ਪਹਿਚਾਣ ਲੈ ਕੇ ਆ ਰਿਹਾ ਹੈ, ਵੱਖਰੀ ਪਹਿਚਾਣ ਲੈ ਕੇ ਜਾ ਰਿਹਾ ਹੈ, ਵੱਖਰੀ ਪਹਿਚਾਣ ਲੈ ਕੇ ਜੀ ਰਿਹਾ ਹੈ। ਉਹ ਪਹਿਚਾਣ ਤੁਸੀਂ ਚੰਗੀ ਬਣਾਣੀ ਹੈ ਜਾਂ ਮਾੜੀ ਬਣਾਣੀ ਹੈ, ਇਹ ਮੇਰੇ ਤੇ ਔਰ ਤੁਹਾਡੇ ਤੇ ਡਿਪੈਂਡ ਕਰੇਗਾ। ਇਸ ਲਈ ਹਉਮੈ ਮਾੜੀ ਨਹੀਂ, ਇਹ ਬਹੁਤ ਚੰਗੀ ਹੈ ਜੇ ਅਸੀਂ ਇਹਦਾ ਸਹੀ ਯੂਜ਼ ਕਰੀਏ। ਜੇ ਇਹਦਾ ਮਾੜਾ ਯੂਜ਼ ਕਰਾਂਗੇ ਸਾਨੂੰ ਰੋਗੀ ਬਣਾ ਦੇਵੇਗੀ। ਦੋ ਰੋਗ ਨੇ, ਮਾਨਸਿਕ ਰੋਗ ਨੇ, ਇਨਫੀਰੀਓਰਿਟੀ ਔਰ ਸੁਪਰੀਓਰਿਟੀ, ਇਹ ਦੋਵੇਂ ਮਾਨਸਿਕ ਰੋਗ ਨੇ। ਤੇ ਸਵਾਭਿਮਾਨੀ ਹੋ ਕੇ ਜੀਣਾ ਇੱਕ ਨਿਰੋਗ ਮਨੁੱਖ ਦੀ ਨਿਸ਼ਾਨੀ ਹੈ। ਤੇ ਮੈਂ ਅੱਜ ਇਹ ਚੀਜ਼ ਇੱਥੇ ਹੀ ਸਮਾਪਤ ਕਰਦਾ। ਮੇਰੇ ਤੋਂ ਬੋਲਦਿਆਂ ਕਈ ਸਾਰੀਆਂ ਗਲਤੀਆਂ ਹੋਈਆਂ ਹੋਣਗੀਆਂ। ਅੱਜ ਸਾਡੇ ਵਿੱਚ ਬੜੇ ਵਿਦਵਾਨ ਪੁਰਸ਼ ਭਾਈ ਸੁਖਵਿੰਦਰ ਸਿੰਘ ਜੀ, ਜੋ ਆਪ ਇੱਕ ਬਹੁਤ ਚੰਗੇ ਕਥਾਵਾਚਕ ਨੇ, ਅੱਜ ਕੱਲ ਇਹ ਬੱਸ ਡਰਾਈਵ ਕਰ ਰਹੇ ਨੇ ਔਰ ਇਹਨਾਂ ਨੂੰ ਗੁਰਮਤਿ ਦੀ ਬਹੁਤ ਚੰਗੀ ਸੋਹਣੀ ਜਾਣਕਾਰੀ ਹੈ। ਭਾਈ ਜਤਿੰਦਰ ਸਿੰਘ ਜੀ, ਹੋਰ ਵਿਦਵਾਨ ਵੀਰ, ਤੁਸੀਂ ਸਾਰੇ ਮੇਰੇ ਨਾਲ ਸਾਰੇ ਹੀ ਸਿਆਣੇ ਹੋ। ਤੇ ਇਹਨਾਂ ਅੱਗੇ ਜਾਂ ਤੁਹਾਡੇ ਅੱਗੇ ਬੋਲਦਿਆਂ ਵੀ ਸ਼ਰਮ ਜੀ ਤੇ ਆਉਂਦੀ ਹੈ ਕਿ ਮੇਰੇ ਤੋਂ ਸਾਰੇ ਚੰਗੇ ਪੜ੍ਹੇ ਲਿਖੇ ਨੇ, ਮੈਂ ਬੋਲ ਰਿਹਾ, ਲੇਕਿਨ ਕਿਉਂਕਿ ਤੁਸੀਂ ਡਿਊਟੀ ਲਾਈ ਹੈ ਇਸ ਲਈ ਮੈਂ ਵਿਚਾਰ ਕਰ ਰਿਹਾ। ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਆਖਿਆ ਜਾਂਦਾ ਹੈ। ਤੇ ਛੋਟੀ ਜਿਹੀ ਮੈਂ ਬੇਨਤੀ ਕੱਲ ਵੀ ਕੀਤੀ ਸੀ, ਜੇ ਤੁਸੀਂ ਚਾਹੋ ਤੇ WhatsApp ਗਰੁੱਪ ਬਣਾ ਕੇ ਉਹਦੇ ਵਿੱਚ ਜਪਜੀ ਸਾਹਿਬ ਜੀ ਦੀ ਅਸੀਂ ਵੱਖਰੀ ਵਿਚਾਰ ਸ਼ੁਰੂ ਕਰ ਸਕਦੇ ਹਾਂ। ਉਹਨੂੰ ਜਦੋਂ ਮਰਜ਼ੀ ਤੁਸੀਂ ਸੁਣ ਸਕਦੇ ਹੋ। ਉਹਦੇ ਵਿੱਚ ਜਪਜੀ ਸਾਹਿਬ ਜੀ ਦਾ ਜੋ ਉਚਾਰਨ ਹੈ ਉਹਦੇ ਬਾਰੇ ਆਪਾਂ ਵਿਚਾਰ ਕਰ ਸਕਦੇ ਹਾਂ। ਗੁਰਬਾਣੀ ਦੇ ਉਚਾਰਨ ਬਾਰੇ ਕੱਲ ਨੂੰ ਮੈਂ 10-15 ਮਿੰਟ ਆਪਦੇ ਲਵਾਂਗਾ ਤੇ ਉਹਦੇ ਵਿੱਚ ਆਪਾਂ ਉਚਾਰਨ ਕਰਕੇ ਵੀ ਮੈਂ ਪਾ ਦਿਆਂਗਾ, ਕਿੱਥੇ ਵਿਸ਼ਰਾਮ ਲਗਾਉਣਾ ਹੈ, ਕਿਹੜੇ ਸ਼ਬਦ ਨੂੰ ਕਿਵੇਂ ਉਚਾਰਨਾ ਹੈ, ਉਹਦੇ ਮੀਨਿੰਗ ਕੀ ਨੇ। ਇਹ ਸਾਰਾ ਕੁਝ ਆਪਾਂ WhatsApp ਗਰੁੱਪ ਤੇ ਵੀ ਕਰ ਸਕਦੇ ਹਾਂ। ਪਰ ਜੇ ਤੁਹਾਡੀ ਇਹ ਸਲਾਹ ਬਣੇ ਤਾਂ ਉਸ ਗਰੁੱਪ ਦੇ ਵਿੱਚ ਪਹਿਲਾਂ ਹੀ ਬੇਨਤੀ ਕੀਤੀ ਜਾਏਗੀ ਕਿ ਕੋਈ ਵੀ ਬੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾ ਪਾਏ, ਗੁੱਡ ਮਾਰਨਿੰਗ ਵਗੈਰਾ ਨਾ ਪਾਏ, ਕੋਈ ਵੀ ਹੋਰ ਆਡੀਓ ਵੀਡੀਓ ਨਾ ਪਾਏ। ਕੇਵਲ ਗੁਰਬਾਣੀ ਬਾਰੇ ਜੇ ਕਿਸੇ ਦਾ ਕੋਈ ਸਵਾਲ ਹੋਵੇ, ਜੋ ਅਸੀਂ ਵਿਚਾਰ ਕੀਤੀ ਹੋਵੇ, ਉਹਦੇ ਬਾਰੇ ਕੋਈ ਵਿਚਾਰ ਹੋਵੇ ਤੇ ਬੋਲ ਕੇ ਪੁੱਛ ਸਕਦਾ ਹੈ। ਮੈਂ ਇੱਥੇ ਖਿਮਾ ਦਾ ਜਾਚਕ ਹਾਂ। ਸਰਦਾਰ ਤਰਲੋਚਨ ਸਿੰਘ ਜੀ ਹੁਣ ਅਨਮਿਊਟ ਹੋ ਗਏ ਨੇ, ਅਗਲੀ ਕਾਰਵਾਈ ਉਹ ਕਰਨਗੇ। ਮੇਰੇ ਤੋਂ ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ ਗਿਆਨੀ ਜੀ, ਬਹੁਤ ਬਹੁਤ ਧੰਨਵਾਦ ਜੀ ਆਪਦੇ ਹਮੇਸ਼ਾ ਦੀ ਤਰ੍ਹਾਂ। ਤੇ ਜਿਹੜਾ WhatsApp ਗਰੁੱਪ ਤੁਸੀਂ ਕਹਿੰਦੇ ਹੋ, ਇਹਦੇ ਬਣਾਉਣ ਵਾਸਤੇ ਆਪਾਂ ਓਬਵੀਅਸਲੀ ਸਾਨੂੰ ਫਿਰ ਟੈਲੀਫੋਨ ਨੰਬਰਾਂ ਦੀ ਜ਼ਰੂਰਤ ਹੋਵੇ ਜਿਹੜੇ ਪਾਰਟਿਸਿਪੇਟ ਕਰਨਾ ਚਾਹੁੰਦੇ ਹੋਵੇ। ਤੇ ਇਹਦੇ ਬਾਰੇ ਅਸੀਂ ਕੁਝ ਨੰਬਰ ਤਾਂ ਮੇਰੇ ਕੋਲ ਹੈਗੇ ਆ, ਬਾਕੀਆਂ ਦੇ ਨਾਲ ਫਿਰ ਅਸੀਂ ਸਲਾਹ ਕਰ ਲਵਾਂਗੇ ਜੀ। ਹਾਂ, ਸਲਾਹ ਕਰਕੇ। ਹਾਂਜੀ। ਤੇ ਫਿਰ ਨੰਬਰ ਸਾਨੂੰ ਚਾਹੀਦੇ ਆ, ਉਹਦੇ ਵਿੱਚ ਗਰੁੱਪ ਬਣਾ ਕੇ ਤਾਂ ਫਿਰ ਜਿਹੜੇ ਵੀ ਹਿੱਸਾ ਲੈਣੇ ਚਾਹੁੰਦੇ ਤੇ ਉਹ ਗਰੁੱਪ ਫਿਰ ਉਹਨਾਂ ਨੂੰ ਉਹ ਯੂਜ਼ ਕਰ ਸਕਣਗੇ ਤੇ ਫਾਇਦਾ ਵੀ ਲੈ ਸਕਣਗੇ, ਜਿੱਦਾਂ ਤੁਸੀਂ ਕਹਿੰਦੇ ਹੋ। ਤੇ ਹਾਂਜੀ, ਅੱਜ ਦੀ ਵਿਚਾਰ ਬਹੁਤ ਵਧੀਆ ਹਮੇਸ਼ਾ ਦੀ ਤਰ੍ਹਾਂ ਹੋਈ ਹੈ। ਤੁਸੀਂ ਸਭ ਤੋਂ ਪਹਿਲਾਂ ਜਿਹੜੇ 5 ਵਿਕਾਰਾਂ ਦੀ ਗੱਲ ਕੀਤੀ ਹੈ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਸ਼ੁਰੂ ਦੇ ਵਿੱਚ ਤੁਸੀਂ ਉਹਦੇ ਬਾਰੇ ਬਹੁਤ ਵਧੀਆ ਤਰੀਕੇ ਦੇ ਨਾਲ ਸਹੀ ਤੇ ਗਲਤ ਵਰਤੋਂ ਜਦੋਂ ਇਹਨਾਂ ਦੀ ਹੁੰਦੀ ਆ, ਉਹ ਕਿੱਦਾਂ ਸਹੀ ਕਰਨੀ ਹੈ, ਗਲਤ ਵਰਤੋਂ ਕਰਕੇ ਕਿੱਦਾਂ ਦੁੱਖ ਉਠਾਉਂਦੇ ਆ, ਉਹਦੀ ਵਿਚਾਰ ਵੀ ਆਪਨੇ ਬਹੁਤ ਵਧੀਆ ਕੀਤੀ ਹੈ। ਤੇ ਨਾਲ ਉਹਨਾਂ 5 ਵਿਕਾਰਾਂ ਦੇ ਵਿੱਚੋਂ ਅੱਜ ਜਿਹੜਾ ਇੱਕ ਸੀਗਾ ਹਉਮੈ ਦਾ, ਉਹ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਜਿਹੜੀ ਹੈ ਸਾਖੀਵਾਦ ਦੇ ਵਿੱਚ ਕਾਫੀ ਡਿਟੇਲ ਦੇ ਵਿੱਚ ਉਹ ਆਈ ਹੈ ਤੇ ਉਹ ਸਾਰਿਆਂ ਨੇ ਸਰਵਣ ਕੀਤੀ ਹੈ। ਤੇ ਅਸੀਂ ਸਾਰੇ ਲਾਹਾ ਲੈ ਰਹੇ ਹਾਂ ਤੇ ਉਮੀਦ ਹੈ ਕਿ ਅਸੀਂ ਇਹਦੇ ਵਿੱਚ ਕੁਝ ਨਾ ਕੁਝ ਬਦਲਾਅ ਚਾਹਾਂਗੇ ਆਪਣੇ ਸਿਸਟਮ ਦੇ ਵਿੱਚ। ਤੇ ਇੱਥੇ ਮੈਂ ਨਾਲ ਵੈਲਕਮ ਕਰਦਾ ਜੀ, ਜਿੱਦਾਂ ਤੁਸੀਂ ਕਿਹਾ। ਮੈਂ ਦੇਖ ਰਿਹਾ ਭਾਈ ਸੁਖਵਿੰਦਰ ਸਿੰਘ ਜੀ, ਮੈਨੂੰ ਤਾਂ ਬਹੁਤਾ ਪਤਾ ਨਹੀਂ ਜੀ, ਤੇ ਆਪਣਾ ਤੁਸੀਂ ਵੀ ਥੋੜਾ ਜਿਹਾ ਆਪਣਾ ਦੱਸਿਓ ਥੋੜੇ ਚਿਰ ਤੱਕ। ਤੇ ਸਾਡੇ ਨਾਲ ਹੋਰ ਵੀ ਭਾਈ ਸਾਹਿਬ ਸੀਗੇ ਇੱਥੇ, ਇੱਕ ਦੇਵਾਸ਼ੀਸ਼ ਸਿੰਘ ਸੀਗੇ ਜੀ, ਹੁਣ ਤਾਂ ਮੇਰਾ ਖਿਆਲ ਨਜ਼ਰ ਆ ਰਿਹਾ, ਤੇ ਇੱਕ ਪਰਮਜੀਤ ਕੌਰ ਅੱਜ ਨਵੇਂ ਜੁੜੇ ਆ ਜੀ ਸਲੋ ਤੋਂ। ਤੇ ਸਾਰਿਆਂ ਨੂੰ ਵੈਲਕਮ ਤੇ ਜੀ ਆਇਆਂ।
ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਹਮੇਸ਼ਾ ਦੀ ਤਰ੍ਹਾਂ ਅਸੀਂ ਜਿੱਦਾਂ ਕਹਿੰਦੇ ਹੁੰਦੇ ਸ਼ੁਰੂ ਦੇ ਵਿੱਚ, ਸੌਰੀ ਇਸ ਟਾਈਮ ਤੇ ਕਥਾ ਦੇ ਬਾਅਦ ਦੇ ਵਿੱਚ, ਕਿ ਤੁਸੀਂ ਆਪਣੇ ਜਿਹੜੇ ਵਿਚਾਰ ਆ ਉਹ ਜ਼ਰੂਰ ਦਿਓ ਤਾਂ ਕਿ ਸਾਨੂੰ ਵੀ ਪਤਾ ਲੱਗ ਸਕੇ ਤੇ ਗਿਆਨੀ ਜੀ ਨੂੰ ਵੀ ਫੀਡਬੈਕ ਮਿਲ ਸਕੇ। ਤੇ ਕਹਿੰਦਾ ਤਾਂ ਮੈਂ ਹੁੰਦਾ, ਤੁਸੀਂ ਅਨਮਿਊਟ ਕਰ ਲਿਆ ਕਰੋ, ਕੋਈ ਕੋਈ ਕਰਦਾ, ਤੇ ਪਰ ਮੈਂ ਆ ਜਾਊਂਗਾ ਸਾਰਿਆਂ ਦੇ ਕੋਲੇ ਹੀ, ਮਤਲਬ ਜਿੰਨਿਆਂ ਦੇ ਕੋਲ ਵੀ ਆ ਸਕਿਆ। ਤੇ ਭਾਵੇਂ ਤੁਸੀਂ ਹੈਲੋ ਹੀ ਕਰ ਲਿਓ ਤੇ ਫਤਿਹ ਹੀ ਬੁਲਾ ਲਿਓ, ਪਰ ਫੇਰ ਵੀ ਚਲੋ ਠੀਕ ਹੈ ਜੀ। ਤੇ ਸਭ ਤੋਂ ਪਹਿਲਾਂ ਮੈਂ ਦੇਖ ਰਿਹਾ ਅਨਮਿਊਟ ਕੀਤਾ ਭੈਣ ਕੁਲਦੀਪ ਕੌਰ ਨੇ ਜੀ। ਮੈਂ ਇੱਕ ਬੇਨਤੀ ਕਰੂੰਗਾ ਸਾਰਿਆਂ ਨੂੰ, ਜਿਨ੍ਹਾਂ ਨੇ ਵੀ ਕੋਈ ਸਵਾਲ ਜਾਂ ਜਵਾਬ ਕੁਝ ਪੁੱਛਣਾ ਦੱਸਣਾ ਹੋਵੇ, ਬਰੀਫ ਰੱਖਿਓ, ਟੂ ਦਾ ਪੁਆਇੰਟ ਰੱਖਿਓ, ਸਵਾਲ ਜਿੰਨੇ ਮਰਜ਼ੀ ਪੁੱਛ ਲਓ ਪਰ ਬਰੀਫ ਰੱਖਿਓ। ਹਾਂਜੀ ਭੈਣ ਜੀ। ਗਿਆਨੀ ਜੀ। ਹਾਂਜੀ। ਹਾਂ, ਜਦੋਂ ਮੈਂ ਆਉਂਦਾ ਉਦੋਂ ਬਿੰਦੀ ਲੱਗਦੀ ਉੱਤੇ, ਇੱਥੇ ਫਿਰ ਹਾਂ ਤੇ ਬਿੰਦੀ ਲੱਗੇਗੀ ਕਿ ਨਹੀਂ? ਜੇ ਲੱਗੇਗੀ ਜੀ, ਲੱਗੇਗੀ। ਇਹ ਉਚਾਰਨ ਵਾਸਤੇ ਅਸੀਂ ਡਿਟੇਲ ਨਾਲ ਜਪਜੀ ਉਹ ਜਿਹੜੀ ਗਰੁੱਪ ਬਣਾਵਾਂਗੇ ਉਹਦੇ ਵਿੱਚ ਆਪਾਂ ਗੱਲ ਕਰਾਂਗੇ, ਲੇਕਿਨ ਇੱਥੇ ਬਿੰਦੀ ਲੱਗੇਗੀ। ਹਾਂ ਨਹੀਂ, ਜੇ ਹਾਂ ਹੋਵੇ ਫਿਰ ਤਾਂ ਮੈਨੂੰ ਪਤਾ ਕਿ ਬਿੰਦੀ ਲੱਗਦੀ ਹੈ ਕਿ ਮੈਂ, ਪਰ ਇੱਥੇ ਤੁਸੀਂ ਦੱਸਿਆ ਕਿ ਪਹਿਚਾਨ ਹੈ, ਸੋ ਇੱਥੇ ਵੀ ਮੈਂ ਤਾਂ ਇਸ ਕਰਕੇ ਪੁੱਛਿਆ। ਨਹੀਂ, ਹਉ ਵੀ ਪਹਿਚਾਨ, ਜਦੋਂ ਅਸੀਂ ਹਉ ਪੜਾਂਗੇ ਨਾ ਬਿੰਦੀ ਤੋਂ ਬਿਨਾ, ਤੇ ਉਹਦਾ ਮਤਲਬ ਹੋ ਜਾਏਗਾ ਹੈ। ਜੋ ਤੁਮ ਕੋ ਦੂਰ ਕਹਿਤ ਹੋ, ਤੇ ਬਿੰਦੀ ਤੋਂ ਬਿਨਾ ਹੋ ਜਾਏਗਾ ਵੀ ਜੇ ਤੁਸੀਂ ਮੈਨੂੰ ਦੂਰ ਦੱਸਦੇ ਹੋ। ਤੇ ਇਸ ਕਰਕੇ ਜਦੋਂ ਵੀ ਹੋ ਮੈਂ ਵਾਸਤੇ ਆਏ ਨਾ ਜਾਂ ਈਗੋ ਵਾਸਤੇ ਆਏ, ਉੱਥੇ ਬਿੰਦੀ ਸਹਿਤ ਹੀ ਪੜਨਾ ਹੋ। ਧੰਨਵਾਦ ਧੰਨਵਾਦ। ਹਾਂਜੀ ਧੰਨਵਾਦ ਜੀ। ਹਰਨੇਕ ਸਿੰਘ ਜੀ, ਮੈਂ ਤੁਹਾਡੇ ਕੋਲ ਆਉਣਾ ਤੇ ਫਿਰ ਦਵਿੰਦਰ ਸਿੰਘ ਤੂਰ, ਫਿਰ ਗੁਰਚਰਨ ਸਿੰਘ ਢੇਸੀ। ਹਾਂਜੀ। ਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਿਆਨੀ ਜੀ ਫਤਿਹ ਜੀ। ਤੁਸੀਂ ਬਹੁਤ ਸੋਹਣੇ ਤਰੀਕੇ ਨਾਲ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਬਾਰੇ ਸਾਨੂੰ ਸਮਝਾਇਆ, ਦੋਏ ਤਰੀਕੇ ਦੱਸੇ, ਚੰਗੀ ਸਾਈਡ ਵੀ ਦਾ ਬੈਡ ਸਾਈਡ ਵੀ, ਬਹੁਤ ਵਧੀਆ। ਤੇ ਦੂਜਾ ਤੁਸੀਂ ਦੱਸਿਆ ਵੀ ਆਪਣੀ ਤੁਸੀਂ ਖੁਦ ਪਹਿਚਾਨ ਆਪ ਬਣਾ ਸਕਦੇ ਆ। ਚੰਗੇ ਕੰਮ ਕਰੋਗੇ ਤਾਂ ਤੁਹਾਡੀ ਪਹਿਚਾਨ ਵਧੀਆ ਬਣੂਗੀ ਤੇ ਤੁਹਾਨੂੰ ਸਮਾਜ ਆਪਣਾ ਐਕਸੈਪਟ ਕਰੇਗਾ, ਤੇ ਮਾੜੇ ਕੰਮ ਕਰੋਗੇ ਤਾਂ ਤੁਸੀਂ ਵਧੀਆ, ਜਿਸ ਨਾਲ ਮਾੜੀ ਤੁਹਾਡੀ ਆਪਣੀ ਪਹਿਚਾਨ ਖੁਦ ਹੀ ਮਾੜੀ ਬਣ ਜਾਊਗੀ ਮਾੜੇ ਕੰਮਾਂ ਨਾਲ। ਤੁਸੀਂ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਨੇ ਇੱਕ ਠਾਗ ਦਾ ਨਾਮ ਕਿ ਉਹਨਾਂ ਨੂੰ ਸਿੱਧੇ ਰਾਹ ਲਾਇਆ ਸੀ ਤੇ ਉਹਨੇ ਠੱਗੀ ਛੱਡ ਕੇ ਉਹ ਚੰਗੇ ਕੰਮ ਕਰਨ ਲੱਗ ਪਿਆ। ਪਰ ਜਿਹੜਾ ਅੱਜ ਕੱਲ ਦਾ ਸਮਾਜ ਆ ਹੁਣ, ਜੇ ਕੋਈ ਬੰਦਾ ਮਾੜੇ ਕੰਮ ਕਰਦਾ ਤੇ ਉਹ ਛੱਡ ਦਿੰਦਾ, ਜਿੱਦਾਂ ਪਹਿਚਾਨ ਚਲੋ ਮਾੜੀ ਬਣ ਗਈ, ਉਹਨੇ ਕੋਈ ਗਲਤ ਕੰਮ ਕਰ ਦਿੱਤਾ, ਉਹ ਹੈ ਬੰਦਾ ਚੰਗਾ, ਬਾਅਦ ਚ ਆਪਣੇ ਨੂੰ ਚੇਂਜ ਵੀ ਕਰਦਾ, ਚੰਗਾ ਬਣਾਉਂਦਾ, ਬਹੁਤ ਕੋਸ਼ਿਸ਼ ਕਰਦਾ, ਪਰ ਸਾਡੀ ਜਿਹੜੀ ਸਮਾਜ ਆ ਫੇਰ ਵੀ ਉਹਨੂੰ ਐਕਸੈਪਟ ਨਹੀਂ ਕਰਦੀ। ਅਸੀਂ ਸਾਡੇ ਨਾਲ ਦੇ ਬੰਦੇ ਜਦੋਂ ਖੇਲਦੇ ਮੁੰਡੇ, ਕਈਆਂ ਨੇ ਚਲੋ ਗਲਤ ਉਹਨਾਂ ਦੇ ਨਾਲ ਕੰਮ ਹੋ ਜਾਂਦੇ ਜਵਾਨੀ ਚ, ਤੇ ਬਾਅਦ ਚ ਉਹ ਬਹੁਤ ਚੰਗੇ ਰਹੇ, ਕਈ ਵਧੀਆ, ਬਹੁਤ ਵਧੀਆ ਕੰਮ, ਪਰ ਉਹ ਹਾਲੇ ਵੀ ਉਹ ਜਿਹੜੀ ਉਹਨੇ ਤੇ ਇੱਕ ਵਾਰੀ ਦਾਗ ਲੱਗ ਗਿਆ, ਉਹ ਹਾਲੇ ਤੇ ਨਹੀਂ ਧੋਇਆ। ਜਦੋਂ ਵੀ ਮਿਲਦੇ ਆ ਉਹ ਕੋਈ ਨਾ ਕੋਈ ਗੱਲ ਪਿੱਛੋਂ ਕੋਈ ਨਾ ਕੋਈ ਉਸੇ ਕਹਿ ਹੀ ਦਿੰਦਾ ਵੀ ਤੂੰ ਆ ਵੀ ਕੀਤਾ। ਮੇਰਾ ਕਹਿਣ ਦਾ ਮਤਲਬ ਇਹ ਕਿ ਸਮਝਾ, ਸਾਡਾ ਜਿਹੜਾ ਸਮਾਜ ਆ ਉਹ ਐਕਸੈਪਟ ਨਹੀਂ ਕਰਦਾ ਛੇਤੀ। ਤਾਂ ਮੈਂ ਇਹ ਕਹਿਣੀ ਚਾਹੁੰਦਾ ਵੀ ਹਾਂਜੀ, ਉਹ ਤੁਹਾਡਾ ਕੀ ਖਿਆਲ ਹੈ? ਤੁਹਾਡਾ ਕੀ ਖਿਆਲ ਹੈ? ਕੋਈ ਗੱਲ ਨਹੀਂ, ਦੇਖੋ ਸਮਾਜ ਦੇ ਵਿੱਚ ਨਾ ਹਰ ਇੱਕ ਨੂੰ ਸ਼ੁਰੂ ਦੇ ਵਿੱਚ ਨਹੀਂ ਪਤਾ ਹੁੰਦਾ, ਜਦੋਂ ਗਲਤੀ ਦਾ ਪਤਾ ਲੱਗ ਜਾਏ ਤਾਂ ਸਾਨੂੰ ਗਲਤੀ ਸੁਧਾਰ ਲੈਣੀ ਚਾਹੀਦੀ ਹੈ। ਦੇਖੋ ਅਸੀਂ ਭਾਈ ਲਹਿਣਾ ਵੱਲ ਦੇਖਦੇ ਹਾਂ ਤਾਂ ਉਹਨਾਂ ਦੀ ਪਿਛਲੀ ਜ਼ਿੰਦਗੀ ਕੈਸੀ ਹੈ ਕਿ ਉਹ ਦੇਵੀ ਦੇ ਪੁਜਾਰੀ ਨੇ, ਦੇਵੀ ਤੇ ਜਾਂਦੇ ਨੇ, ਘੁੰਗਰੂ ਪਾ ਕੇ ਉਹ ਨੱਚਦੇ ਵੀ ਨੇ, ਪਰ ਜਦੋਂ ਗੁਰੂ ਨਾਨਕ ਦੇਵ ਦੀ ਸ਼ਰਨ ਵਿੱਚ ਆਏ ਤਾਂ ਉਹਨਾਂ ਦਾ ਪਿਛਲਾ ਜੀਵਨ ਖਤਮ ਹੋ ਗਿਆ, ਤਾਂ ਉਹਨਾਂ ਨੂੰ ਚੰਗੀ ਜ਼ਿੰਦਗੀ ਮਿਲ ਗਈ। ਇਸ ਲਈ ਸਮਾਜ ਦੀ ਪਰਵਾਹ ਕਰਨ ਦੀ ਲੋੜ ਨਹੀਂ ਹੈ। ਜੇ ਤੁਸੀਂ ਆਪਣੀ ਜ਼ਿੰਦਗੀ ਬਦਲੀਏ ਤੇ ਸਾਨੂੰ ਸਿੱਧੇ ਰਾਹ ਦੇ ਉੱਤੇ ਤੁਰਦੇ ਰਹਿਣਾ ਚਾਹੀਦਾ ਹੈ। ਲੋਕੀ ਜਿਹੜੇ ਨਹੀਂ ਮੰਨਦੇ, ਨਾਮ ਭਗਤ ਕਬੀਰ ਜੀ ਨੇ ਕਿਹਾ, ਲੋਕ ਨਾ ਭਤੀਜੇ ਨਾ ਭਤੀਜੇ ਤੂੰ ਭਤੀਜੇ। ਇਸ ਲਈ ਉਹਨਾਂ ਨੂੰ ਚਾਹੀਦਾ ਕਿ ਬੇਪਰਵਾਹੀ ਦੇ ਨਾਲ, ਸਮਾਜ ਦੀ ਪਰਵਾਹ ਨਾ ਕਰਦੇ ਹੋਏ, ਉਹ ਆਪਣੀ ਨਵੀਂ ਪਹਿਚਾਨ ਜਿਹੜੀ ਚੰਗੀ ਬਣਾਈ ਉਸ ਰਾਸਤੇ ਤੇ ਤੁਰੀ ਜਾਣ, ਸਮਾਜ ਦੀ ਪਰਵਾਹ ਕਰਦੇ। ਇੱਕ ਗਿਆਨੀ ਹੋ ਰਿਹਾ, ਇੱਕ ਵੈਸੇ ਇਸ ਸਬਜੈਕਟ ਨਾਲ ਅੱਜ ਦੇ ਨਾਲ ਇੰਨਾ ਨਹੀਂ ਆਇਆ, ਪਰ ਮੈਂ ਇੱਕ ਹੀ ਕੁਐਸਚਨ ਛੋਟਾ ਜਿਹਾ ਹੀ ਆ। ਇੱਕ ਸਾਡਾ ਕਜ਼ਨ ਹੀ ਆ, ਉਹਨੇ ਅੰਮ੍ਰਿਤ ਛਕਿਆ ਸੀਗਾ ਰੀਸੈਂਟਲੀ, ਹੋ ਗਿਆ 6-7 ਸਾਲ ਹੋ ਗਏ ਆ, ਤੇ ਮੈਂ ਉਹਨੂੰ ਮਿਲਿਆ ਤੇ ਮੈਂ ਉਹ ਡਰਿੰਕ ਉਹ ਛੱਡ ਨਹੀਂ ਪੀਂਦਾ, ਤੇ ਉਹ ਜਦੋਂ ਅਸੀਂ ਖਾਣਾ ਖਾਣ ਲੱਗੇ ਤਾਂ ਉਹ ਮੀਟ ਖਾਂਦਾ ਸੀ। ਮੈਂ ਉਹਨੂੰ ਟੋਕ ਦਿੱਤਾ, ਮੈਂ ਕਿਹਾ ਯਾਰ ਇਹ ਤਾਂ ਤੂੰ ਠੀਕ ਨਹੀਂ ਵੀ ਕਰਦਾ, ਅੰਮ੍ਰਿਤ ਛਕਿਆ ਤੇ ਤੂੰ ਮੀਟ ਕਿਉਂ ਖਾਣਾ? ਤੇ ਉਹ ਕਹਿੰਦਾ ਜਿਹੜੇ ਨੇ ਅੰਮ੍ਰਿਤ ਛਕਾਉਂਦੇ ਨਾ ਕਈ, ਉਹ ਕਈ ਅਲਾਉ ਕਰਦੇ ਆ ਮੀਟ ਖਾਣਾ, ਕਈ ਨਹੀਂ ਕਰਦੇ। ਇਹਦਾ ਕੀ ਮਤਲਬ? ਸਾਡੇ ਗੁਰੂ ਇੱਕ ਆ, ਸਭ ਕੁਛ ਇੱਕ ਆ, ਕਿ ਇਹਦਾ ਦੋ ਰੀਜ਼ਨ ਕਿਉਂ? ਦੇਖੋ ਵੀਰ ਜੀ, ਇਹ ਨਾ ਇੱਕ ਬਹੁਤ ਉਲਝਿਆ ਹੋਇਆ ਮਸਲਾ ਹੈ ਮੀਟ ਦਾ। ਇਹਦੇ ਵਾਸਤੇ ਫਿਰ ਵਿਚਾਰ ਵਿੱਚ ਪੈ ਗਏ ਤਾਂ ਲੰਮੀ ਵਿਚਾਰ ਨਾ ਹੋ ਜਾਏ, ਲੇਕਿਨ ਮੈਂ ਸ਼ਾਰਟ ਰੂਪ ਦੇ ਵਿੱਚ ਕਹਿਣਾ ਚਾਹਾਂਗਾ ਕਿ ਜਿਹੜਾ ਮੀਟ ਖਾਣਾ ਹੈ ਉਹਦਾ ਧਰਮ ਦੇ ਨਾਲ ਕੋਈ ਸੰਬੰਧ ਨਹੀਂ। ਜਦੋਂ ਅਕਾਲ ਤਖਤ ਤੋਂ ਅੰਮ੍ਰਿਤ ਛਕਾਉਂਦੇ ਨੇ ਤਾਂ ਉੱਥੇ ਕਿਹਾ ਜਾਂਦਾ ਵੀ ਭੁੱਖਾ ਨਹੀਂ ਖਾਣਾ, ਹਲਾਲ ਨਹੀਂ ਖਾਣਾ,
ਬਾਕੀ ਜੇ ਕੋਈ ਮੀਟ ਖਾਣਾ ਚਾਹੁੰਦਾ ਤੇ ਉਹਦੀ ਮਰਜ਼ੀ ਹੈ, ਮੀਟ ਦੀ ਮਨਾਹੀ ਨਹੀਂ ਹੈ, ਖਾਣਾ ਚਾਹੇ ਤੇ ਜਾਨੀ ਕਿ ਜਿਹਨੇ ਅੰਮ੍ਰਿਤ ਦੀ ਛਕਿਆ ਉਹਨੂੰ ਮਨਾਹੀ ਨਹੀਂਗੀ, ਜਾਨੀ ਸਾਡੇ ਨਹੀਂ, ਜੇ ਉਹ ਖਾਣਾ ਚਾਹੇ ਤਾਂ ਖਾ ਸਕਦਾ ਹੈ, ਇਹ ਉਹਦੀ ਆਪਣੀ ਮਰਜ਼ੀ, ਨਾ ਖਾਣਾ ਚਾਹੇ ਨਾ, ਇਹ ਉਹਦੀ ਆਪਣੀ ਮਰਜ਼ੀ। ਇਹਦੇ ਨਾਲ ਕੋਈ ਖਾਣਾ ਜ਼ਰੂਰੀ ਵੀ ਨਹੀਂ ਔਰ ਨਾ ਖਾਣਾ ਵੀ, ਮਤਲਬ ਦੋਵੇਂ ਬਰਾਬਰ ਨੇ। ਖਾਂਦਾ ਤਾਂ ਕੋਈ ਗਲਤ ਨਹੀਂ ਅਸੀਂ ਕਹਿ ਸਕਦੇ। ਮੇਰਾ ਮਤਲਬ ਅੰਮ੍ਰਿਤ ਜਿਹੜਾ ਛਕਦਾ ਉਹ ਚ ਕੋਈ ਇਹ ਹੈ ਨਹੀਂਗਾ ਵੀ ਤੁਸੀਂ ਖਾਣਾ ਨਹੀਂ ਖਾਣਾ ਜਾਂ ਜੋ ਕਰ ਸਕਦੇ, ਜੋ ਤੁਹਾਨੂੰ ਪਸੰਦ ਹੈ। ਜੇ ਉਹਦੇ ਵਿੱਚ ਇਹ ਵੀ ਜੇ ਤੁਸੀਂ ਬਾਬਿਆਂ ਕੋਲੋਂ ਛਕੋਗੇ ਤੇ ਉਹ ਕਹਿਣਗੇ ਵੀ ਮੀਟ ਨਹੀਂ ਖਾਣਾ, ਜੇ ਅਕਾਲ ਤਖਤ ਤੋਂ ਛਕੋਗੇ ਤੇ ਉਹ ਕਹਿਣਗੇ ਵੀ ਤੁਸੀਂ ਪੁੱਠਾ ਨਹੀਂ ਖਾਣਾ। ਇਸ ਲਈ ਮੀਟ ਖਾਣਾ ਨਾ ਖਾਣਾ ਇਹ ਬੰਦੇ ਦੀ ਆਪਣੀ ਮਰਜ਼ੀ, ਇਹਦਾ ਕੋਈ ਧਰਮ ਦੇ ਨਾਲ ਸੰਬੰਧ ਨਹੀਂ। ਠੀਕ ਹੈ ਜੀ, ਓਕੇ ਗਿਆਨੀ, ਥੈਂਕ ਯੂ ਵੈਰੀ ਮਚ। ਧੰਨਵਾਦ। ਮੁਸ਼ਕਲ ਇਹ ਹੈ ਜੀ ਵੀ ਇੱਕ ਮੈਸੇਜ ਨਹੀਂ ਨਾ ਆ ਰਿਹਾ ਸਾਨੂੰ ਉੱਤੋਂ, ਜੇ ਇੱਕ ਆ ਜਾਵੇ, ਜੇ ਅਕਾਲ ਤਖਤ ਕੁਛ ਕਹਿੰਦਾ, ਜੇ ਹੋਰ ਬਾਬਿਆਂ ਕੋਲ ਜਾਏ ਉਹ ਕੁਛ ਕਹਿੰਦੇ ਆ, ਤੇ ਉਹਦੇ ਵਿੱਚ ਕਨਫਿਊਜ਼ਨ ਹੋ ਜਾਂਦੀ ਆ। ਇਸੇ ਕਰਕੇ ਭਾਈ ਸਾਹਿਬ ਨੇ ਮੇਰਾ ਖਿਆਲ ਇਹ ਸਵਾਲ ਪੁੱਛਿਆ। ਤੇ ਹਾਂਜੀ, ਤੇ ਮੈਂ ਹੁਣ ਅਨਮਿਊਟ ਕੀਤਾ ਹੈ ਆਪਣੇ ਦਵਿੰਦਰ ਸਿੰਘ ਤੂਰ, ਤੇ ਉਹਦੇ ਬਾਅਦ ਮੁਖਚੰਦ ਸਿੰਘ ਢੇਸੀ ਕੋ ਆਊਂਗਾ। ਹਾਂਜੀ ਤੂਰ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਧੰਨਵਾਦ ਜੀ, ਕੋਈ ਕੁਐਸਚਨ ਨਹੀਂ ਹੈਗਾ। ਬਹੁਤ ਬਹੁਤ ਥੈਂਕ ਯੂ ਜੀ, ਥੈਂਕ ਯੂ। ਮੈਂ ਭਾਈ ਸੁਖਵਿੰਦਰ ਸਿੰਘ ਕੋ ਵੀ ਹੁਣੇ ਆਉਣ ਲੱਗਾ ਜੀ ਤੁਹਾਡੇ ਕੋਲ, ਪਰ ਉਹ ਤੋਂ ਪਹਿਲਾਂ ਗੁਰਚਰਨ ਸਿੰਘ ਢੇਸੀ। ਹਾਂਜੀ ਗਿਆਨੀ ਜੀ, ਬਹੁਤ ਹੀ ਸਹੀ ਢੰਗ ਨਾਲ ਤੁਸੀਂ ਵਿਆਖਿਆ ਕੀਤੀ। ਅੱਜ ਮੈਨੂੰ ਸਪੈਸ਼ਲੀ ਯਾਨੀ ਕਈ ਸ਼ਬਦਾਂ ਦਾ ਨਵਿਆਂ ਦਾ ਪਤਾ ਲੱਗਾ, ਤੇ ਬਹੁਤ ਬਹੁਤ ਤੁਹਾਡੀ ਮਿਹਰਬਾਨੀ ਹੈ। ਇੰਨੇ ਸੰਖੇਪ ਦੇ ਨਾਲ ਤੁਸੀਂ ਅੱਜ ਵਿਆਖਿਆ ਕੀਤੀ ਆ, ਕੋ ਦਿਮਾਗ ਦੇ ਵਿੱਚ ਸਾਡੇ ਕੁਛ ਪਿਆ। ਦੂਜੀ ਇਹ ਕਹਿਣਾ ਚਾਹੁੰਦਾ ਜੀ, ਤੁਸੀਂ ਸਨਿਚਰਵਾਰ ਅਘੋਰੀ ਬਾਰੇ ਗੱਲ ਕੀਤੀ ਸੀ ਕਿ ਵੀ ਉਹ ਵੈਬਸਾਈਟ ਤੇ ਦੇਖਿਓ। ਮੈਂ ਉਹ ਦੇਖਿਆ ਤੇ ਪਰ ਮੈਨੂੰ ਹੈਰਾਨੀ ਬੜੀ ਹੋਈ ਕਿ ਵੀ ਅੱਜ ਕੱਲ ਦੇ ਸਮਾਜ ਦੇ ਵਿੱਚ ਵੀ ਦੁਨੀਆਦਾਰੀ ਚ ਕਿ ਵੀ ਏਦਾਂ ਦਾ ਸੈਕਟ ਵੀ ਐਗਜ਼ਿਸਟ ਕਰਦਾ ਆ। ਬੜੀ ਹੈਰਾਨੀ ਹੋਈ। ਉਹ ਬੰਦੇ ਨੇ ਆਪਣੀ ਟੀਵੀ ਮਾਰ ਕੇ ਕਿਸਮ ਦੀ ਉਹ ਖਾ ਲਈ, ਯਾਨੀ ਬਹੁਤ ਹੈਰਾਨੀ ਹੋਈ ਮੈਨੂੰ ਉਹ ਦੇਖ ਕੇ ਕਿ ਵੀ ਅੱਜ ਕੱਲ ਵੀ ਇਹ ਚੀਜ਼ਾਂ ਹੈਗੀਆਂ। ਕਾਨੂੰਨ ਕੋਈ ਕੁਛ ਨਹੀਂ ਕਹਿੰਦਾ, ਨਾ ਹੀ ਲੋਕੀ ਸਰੇਆਮ ਖਾ ਰਹੇ ਨੇ, ਔਰ ਧਰਮ ਦੇ ਨਾਮ ਤੇ ਦੂਜੀ ਪ੍ਰੋਬਲਮ ਹੈ। ਮੈਂ ਉਹ ਦੇਖ ਕੇ ਬਹੁਤ ਮਿਹਰਬਾਨੀ ਉਸ ਜਾਣਕਾਰੀ। ਧੰਨਵਾਦ ਜੀ, ਧੰਨਵਾਦ ਜੀ ਤੁਹਾਡਾ ਬਹੁਤ ਬਹੁਤ। ਸੁਖਵਿੰਦਰ ਸਿੰਘ ਜੀ, ਉਹਦੇ ਬਾਅਦ ਦੇ ਵਿੱਚ ਮੈਂ ਆ ਰਿਹਾ ਸਤਨਾਮ ਸਿੰਘ ਨਾਗਰਾ ਕੋ। ਸੁਖਵਿੰਦਰ ਸਿੰਘ ਜੀ। ਹਾਂਜੀ ਭਾਈ ਸੁਖਵਿੰਦਰ ਸਿੰਘ ਜੀ, ਤੁਹਾਡੇ ਕੀ ਵਿਊਜ਼ ਨੇ ਅੱਜ ਦੀ ਇਸ ਵਿਚਾਰ ਬਾਰੇ? ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਬ੍ਰੇਕ ਟਾਈਮ ਦੇ ਵਿੱਚ ਭਾਈ ਸਾਹਿਬ ਜੀ ਨੂੰ ਫੋਨ ਕੀਤਾ, ਮੈਨੂੰ ਤੇ ਕਲਾਸ ਬਾਰੇ ਪਤਾ ਨਹੀਂ ਸੀ, ਤੇ ਇਹਨਾਂ ਨੇ ਮੈਨੂੰ ਅੱਜ ਦੱਸਿਆ ਕਿ ਕਲਾਸ ਜ਼ਰੂਰ ਅਟੈਂਡ ਕਰਿਓ, ਤੇ ਮੈਂ ਕਲਾਸ ਅਟੈਂਡ ਕੀਤੀ ਹੈ। ਬਹੁਤ ਸੋਹਣੇ ਵਿਚਾਰ ਲੱਗੇ ਨੇ, ਬੜੇ ਵਧੀਆ ਤਰੀਕੇ ਦੇ ਨਾਲ। ਨਹੀਂ ਤੇ ਹਉਮੈ ਦੀ ਇੱਕ ਵੱਖਰੇ ਤਰੀਕੇ ਨਾਲ ਹੀ ਵਿਆਖਿਆ ਕੀਤੀ ਜਾਂਦੀ, ਜਿਹੜੀ ਆਮ ਬੰਦੇ ਦੀ ਸਮਝ ਵਿੱਚ ਨਹੀਂ ਆਉਂਦੀ ਕਿ ਹਉਮੈ ਬੜੀ ਮਾੜੀ ਹੈ, ਹਉਮੈ ਕਰਨੀ ਨਹੀਂ ਚਾਹੀਦੀ। ਪਰ ਜਦੋਂ ਉਹਦੇ ਦੋਨੋਂ ਹੀ ਪੱਖ ਭਾਈ ਸਾਹਿਬ ਵੀਰ ਜੀ ਨੇ ਸਾਡੇ ਸਾਹਮਣੇ ਰੱਖੇ ਨੇ, ਤੇ ਫਿਰ ਉਹਦੇ ਵਿੱਚੋਂ ਚੰਗੀ ਹਉਮੈ ਵੀ ਸਾਡੇ ਸਾਹਮਣੇ ਆਈ ਹੈ, ਜਿਹੜੀ ਚੰਗੀ ਹਉਮੈ ਦੇ ਨਾਲ ਸਾਨੂੰ ਆਪਣੇ ਸਵੈਮਾਨ ਦੇ ਨਾਲ ਜ਼ਿੰਦਗੀ ਜਿਉਣੀ ਚਾਹੀਦੀ ਹੈ। ਤੇ ਬਹੁਤ ਮਜ਼ਾ ਆਨੰਦ ਦੇ ਨਾਲ ਸੁਣਿਆ, ਔਰ ਜਿਹੜੀ ਕੋਈ ਸਮਝ ਪਈ ਹੈ। ਜਦੋਂ ਆਪਾਂ ਚੰਗਾ ਕੰਮ ਕਰਨੇ ਆ, ਉਹ ਸਵੈਮਾਨ ਵੀ ਹੋਣਾ ਚਾਹੀਦਾ। ਸਵੈਮਾਨ ਜ਼ਿੰਦਗੀ ਕੁਛ ਨਹੀਂ। ਜੇ ਹਰ ਬੰਦੇ ਨੂੰ ਇਹ ਕਹੀ ਜਾਵਾਂਗੇ ਤੂੰ ਕੁਝ ਨਹੀਂ ਕਰ ਸਕਦਾ, ਕੁਝ ਨਹੀਂ ਕਰ ਸਕਦਾ, ਤੇ ਇੱਕ ਚੰਗੇ ਸਮਾਜ ਦੀ ਸਿਰਜਣਾ ਨਹੀਂ ਹੋ ਸਕਦੀ। ਸਿਰਜਣਾ ਤਾਂ ਹੀ ਹੋ ਸਕਦੀ ਹੈ ਜੇ ਬੰਦੇ ਦੇ ਅੰਦਰ ਸਵੈਮਾਨ ਹੋਏ, ਤੇ ਉਹ ਸਵੈਮਾਨ ਹੋਣਾ ਚਾਹੀਦਾ, ਚੰਗੀ ਹਉਮੈ ਹੋਣੀ ਚਾਹੀਦੀ ਹੈ। ਬੜਾ ਆਨੰਦ ਆਇਆ, ਔਰ ਸਾਰੀਆਂ ਭੈਣਾਂ ਨੂੰ, ਵੀਰਾਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਧੰਨਵਾਦ। ਇਹਨਾਂ ਦੇ ਦਰਸ਼ਨ ਹੋਏ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਵੀ ਜੀ ਬਹੁਤ ਬਹੁਤ ਧੰਨਵਾਦ ਜੁਆਇਨ ਕਰਨ ਦਾ। ਅੱਗੇ ਵਾਸਤੇ ਵੀ ਜੁਆਇਨ ਕਰੋ, ਸਾਨੂੰ ਵੀ ਸਿੱਖਿਆ ਦਿਓ। ਥੈਂਕ ਯੂ ਜੀ। ਤੇ ਹੁਣ ਸਤਨਾਮ ਸਿੰਘ ਨਾਗਰਾ, ਉਹਦੇ ਬਾਅਦ ਨਰਿੰਦਰ ਸਿੰਘ ਕੋਲ ਮੈਂ ਆਊਂਗਾ। ਜਸਰ ਕੋਲ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਹਿੰਦੇ ਜੀ ਬਹੁਤ ਹੀ ਜਿੱਦਾਂ ਆਪਣੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੇ ਦਿੱਤਾ ਜੀਵਨ ਵਿੱਚ ਜ਼ਰੂਰੀ ਹੈ, ਤੇ ਇਸ ਤੋਂ ਬਗੈਰ ਜ਼ਿੰਦਗੀ ਨਹੀਂ ਜੀ ਸਕਦੇ। ਇਸ ਦੇ ਵਿੱਚ ਜਿਸ ਤਰ੍ਹਾਂ ਨਿਮਰਤਾ ਤੇ ਕ੍ਰੋਧ ਇੱਕ ਸਿੱਖੀ ਵਿੱਚ ਵੀ ਮਿਸਾਲ ਆਉਂਦੀ ਹੈ। ਦੇਗ ਤੇਗ ਫਤਿਹ, ਆਏ ਨੂੰ ਦੇਗ ਤੇ ਚੜ ਕੇ ਆਏ ਨੂੰ ਤੇਗ। ਨਿਮਰਤਾ ਜੋ ਆਵੇ ਉਸ ਨੂੰ ਦੇਗ ਮਿਲਦੀ ਹੈ, ਉਹ ਵੀ ਨਿਮਰਤਾ ਦੇ ਸਹਿਤ। ਤੇ ਜੋ ਕ੍ਰੋਧ ਦੇ ਵਿੱਚ ਆਵੇ ਤੇ ਉਸ ਨੂੰ ਤੇਗ ਵੀ ਤਿਆਰ ਹੈ ਉਸ ਦੇ। ਵਾਹ ਜੀ ਵਾਹ, ਕੀ ਬਾਤ, ਸਹੀ ਗੱਲ। ਇਹ ਵਾਕਿਆ ਹੀ ਆਪਨੇ ਜਿਹੜਾ ਦੱਸਿਆ ਹੈ, ਇਸ ਤੋਂ ਬਗੈਰ ਜਿਹੜੇ ਕ੍ਰੋਧ ਵੀ ਹੋਣਾ ਚਾਹੀਦਾ ਹੈ,
ਹੰਕਾਰ ਵੀ ਹੋਣਾ ਚਾਹੀਦਾ ਥੋੜਾ ਜਿਹਾ, ਜਿਸ ਨਾਲ ਜਿਸ ਦਿਸ਼ਾ ਦੇ ਵਿੱਚ ਹੋਵੇ ਜਿਹੜੀ ਚੰਗੀ ਦਿਸ਼ਾ ਹੋਵੇ। ਸਹੀ ਦਿਸ਼ਾ। ਧੰਨਵਾਦ ਜੀ, ਬਹੁਤ ਬਹੁਤ ਆਪ ਦਾ ਧੰਨਵਾਦ, ਆਪਨੇ ਬਹੁਤ ਹੀ ਢੰਗ ਨਾਲ ਦੱਸਿਆ। ਥੈਂਕ ਯੂ ਗਿਆਨੀ ਜੀ, ਬਹੁਤ ਵਧੀਆ। ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਸਤਨਾਮ ਸਿੰਘ ਜੀ। ਨਰਿੰਦਰ ਸਿੰਘ ਜੱਸਲ, ਉਹਦੇ ਬਾਅਦ ਚ ਕਰਮਜੀਤ ਸਿੰਘ ਬਤਰਾ। ਜੇ ਤੁਸੀਂ ਕੁਝ ਕਹਿਣਾ ਤਾਂ ਤੁਸੀਂ, ਮੈਂ ਤੁਹਾਡੇ ਕੋਲ ਆਉਣਾ। ਹਾਂਜੀ ਨਰਿੰਦਰ ਸਿੰਘ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਫਤਿਹ ਜੀ। ਮੈਨੂੰ ਜੀ ਜਿਹੜੀ ਤੁਹਾਡੀ ਧਰਮ ਦੀ ਡੈਫੀਨੇਸ਼ਨ ਹੈ ਨਾ, ਸੱਚ ਨੂੰ ਆਧਾਰ ਬਣਾ ਕੇ ਮਨੁੱਖੀ ਫਰਜ਼ਾਂ ਨੂੰ ਨਿਭਾਉਣਾ ਹੀ ਧਰਮ ਹੈ। ਹਾਂਜੀ, ਇਹ ਸਭ ਤੋਂ ਅੱਛੀ ਦੇ ਵਿੱਚ ਇਸ ਹਾਥੀ ਦੀ ਪੈੜ ਦੇ ਵਿੱਚ ਸਾਰਾ ਕੁਝ ਹੀ ਆ ਜਾਂਦਾ। ਧੰਨਵਾਦ। ਤੇ ਜਿਹੜਾ ਤੁਸੀਂ ਅੱਜ ਹਾਊ ਬਾਰੇ ਦੱਸਿਆ ਹੈਗਾ, ਬਹੁਤ ਹੀ ਸੁਚੱਜਾ, ਬਹੁਤ ਹੀ ਸੁਚੱਜਾ ਢੰਗ ਹੈਗਾ ਗਾ, ਜਿਹੜਾ ਸਾਨੂੰ ਸਾਰਿਆਂ ਨੂੰ ਅਪਣਾਉਣਾ ਚਾਹੀਦਾ ਹੈ। ਸਵੈਮਾਨ ਨਾਲ ਰਹਿਣਾ ਚਾਹੀਦਾ ਹੈ ਤੇ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ। ਥੈਂਕ ਯੂ ਜੀ। ਮਿਹਰਬਾਨੀ ਜੀ। ਕਰਮਜੀਤ ਸਿੰਘ ਬਤਰਾ ਜੀ, ਹਾਂਜੀ ਤੁਸੀਂ ਕੁਝ ਕਹਿਣਾ ਤਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਿਆਨੀ ਜੀ ਅੱਗੇ ਨੇ ਜਿਵੇਂ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਬਾਰੇ ਬਹੁਤ ਸੁਚੱਜੇ ਤਰੀਕੇ ਨਾਲ ਦੱਸਿਆ ਤੇ ਜਿਹੜੇ ਪਾਈਵਟਲ ਬੈਲੈਂਸ ਤੇ ਆਪਣੇ ਆਪ ਨੂੰ ਕਿਸ ਤਰੀਕੇ ਨਾਲ ਇੱਕ ਡਿਸਕ੍ਰਿਪਸ਼ਨ ਯੂਜ਼ ਕਰਕੇ ਕਿਸ ਤਰ੍ਹਾਂ ਨਾਲ ਯੂਜ਼ ਕਰਨਾ ਹੈਗਾ, ਬਹੁਤ ਅੱਛੇ ਤਰੀਕੇ ਨਾਲ ਦੱਸਿਆ। ਬਹੁਤ ਬਹੁਤ ਧੰਨਵਾਦ। ਕਈ ਵਾਰ ਅਸੀਂ ਭਰਵਾਂ ਪੈਂਦੇ ਕਿ ਲਾਈਕ ਐਵਰੀਬਡੀ ਕਾਮ ਬਹੁਤ ਬੁਰਾ ਹੈ, ਬਟ ਯੂ ਸੈਡ ਕਿ ਨਹੀਂ, ਇਸ ਤੋਂ ਬਗੈਰ ਸ੍ਰਿਸ਼ਟੀ ਨਹੀਂ ਚੱਲ ਸਕਦੀ। ਇਸੇ ਤਰੀਕੇ ਨਾਲ ਹਰ ਚੀਜ਼ ਦਾ ਬਹੁਤ ਸੁਚੱਜੇ ਤਰੀਕੇ ਨਾਲ ਦੱਸਿਆ ਤੇ ਬਹੁਤ ਬਹੁਤ ਧੰਨਵਾਦ। ਕੋਈ ਡਾਊਟ ਨਹੀਂ। ਧੰਨਵਾਦ। ਮਿਹਰਬਾਨੀ ਜੀ ਬਤਰਾ ਸਾਹਿਬ। ਤੇ ਜਤਿੰਦਰ ਸਿੰਘ ਕਾਰਡਿਫ ਤੋਂ ਅਨਮਿਊਟ ਹੋਏ ਹੋ ਜੀ, ਤੇ ਤੁਸੀਂ ਆ ਜਾਓ। ਉਹਦੇ ਬਾਅਦ ਮੈਂ ਸਤਿੰਦਰ ਸਿੰਘ ਕੋ ਆਉਂਗਾ। ਹਾਂਜੀ ਹਾਂਜੀ ਵੀਰ ਜੀ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਤੇ ਗਿਆਨੀ ਮੋਰ ਸਿੰਘ ਦਾ ਬਹੁਤ ਧੰਨਵਾਦ। ਇਹਨਾਂ ਨੇ ਈਗੋ ਤੇ ਸੈਲਫ ਰਿਸਪੈਕਟ ਜਿਹੜੀ ਹੈ, ਉਹਦਾ ਡਿਫਰੈਂਸ ਜੋ ਹੈਗਾ, ਬਹੁਤ ਚੰਗੇ ਤਰੀਕੇ ਨਾਲ ਉਹਨਾਂ ਨੇ ਦੱਸਿਆ ਹੈ। ਤੇ ਮੈਂ ਇੱਕ ਗੱਲ ਕਹਿਣੀ ਚਾਹਾਂਗਾ ਕਿ YouTube ਤੇ ਜਿਹੜੀ ਸਾਡੀ ਇਹ ਕਲਾਸ ਅਪਲੋਡ ਕਰਦੇ ਹੈਗੇ ਆ ਵੀਰ ਜੀ, ਤੇ ਉਸ ਵਿੱਚ ਇੱਕ ਮੇਰੇ ਖਿਆਲ 7th ਜਿਹੜੀ ਡੇਟ ਹੈਗੀ ਹੈ, 7 ਮਈ ਵਾਲੀ, ਉਹ ਮਿਸ ਹੋ ਗਈ ਹੈ। 6th ਵਾਲੀ 2 ਵਾਰ ਆ ਗਈ ਹੈ। ਤੇ ਰਿਕਾਰਡ ਜਿਹੜਾ ਨਾ ਕਲਾਸ ਦਾ, ਉਸ ਵਿੱਚ ਕੰਪਲੀਟ ਕੀਤਾ ਜਾਏ ਤੇ ਬਹੁਤ ਵੱਡਾ ਡਾਕੂਮੈਂਟ ਹੈਗਾ ਸਾਡੇ ਵਾਸਤੇ। ਥੈਂਕ ਯੂ ਵੈਰੀ ਮਚ। ਤੇ ਉਹ ਤੁਸੀਂ ਪੁੱਛ ਰਹੇ ਸੀ ਦੇਵਾਸ਼ੀਸ਼, ਤੇ ਉਹ ਮੇਰਾ ਬੇਟਾ ਹੈ ਜੀ ਦੇਹਰਾਦੂਨ ਤੋਂ, ਉਹ ਅੱਜ ਅਟੈਂਡ ਕੀਤਾ ਸੀ ਉਹਨਾਂ ਨੇ, ਸੈਟਰਡੇ ਵੀ ਸੀਗੇ। ਥੈਂਕ ਯੂ ਵੈਰੀ ਮਚ ਜੀ। ਥੈਂਕ ਯੂ ਜੀ, ਬਹੁਤ ਬਹੁਤ ਮਿਹਰਬਾਨੀ। ਹਾਂਜੀ, ਮੈਂ ਉਹਨਾਂ ਦਾ ਨਾਮ ਦੇਖਿਆ ਸੀਗਾ ਅੱਗੇ ਵੀ ਇੱਕ ਦਿਨ, ਤੇ ਅੱਜ ਵੀ ਆਏ ਹੋ ਸੀਗੇ, ਤੇ ਉਹ ਫਿਰ ਹੁਣ ਉਹ ਹੈ ਨਹੀਂ, ਦਿਸ ਨਹੀਂ ਰਹੇ, ਇਸ ਕਰਕੇ ਮੈਂ ਨਾਮ ਮੈਂਸ਼ਨ ਕੀਤਾ ਸੀਗਾ ਵੀ ਅਸੀਂ ਸਾਰਿਆਂ ਨੂੰ ਵੈਲਕਮ ਕਰਦੇ ਹਾਂ, ਜਿਹੜੇ ਨਵੇਂ ਜਾਂ ਪੁਰਾਣੇ ਜੋ ਸਾਰੇ ਆਉਂਦੇ, ਸਾਡੇ ਵੱਲੋਂ ਤਾਂ ਸਾਰਿਆਂ ਨੂੰ ਵੈਲਕਮ ਹੈ ਜੀ। ਤੇ ਜਿੱਥੋਂ ਤਾਈਂ ਉਹ ਵੀਡੀਓ ਦਾ ਕੰਸਰਨ ਹੈ ਜੀ, ਉੱਥੇ ਥੋੜੀ ਜਿਹੀ ਕੋਈ ਪ੍ਰੋਬਲਮ ਪੈ ਗਈ ਸੀਗੀ, ਤੇ ਇਸ ਕਰਕੇ ਉਹ ਲੋਡ ਹੋਈ ਨਹੀਂ, ਸ਼ਾਇਦ ਹੋ ਵੀ ਨਹੀਂ ਸਕਦੀ, ਟੈਕਨੀਕਲ ਸੀਰੀਅਸ ਪ੍ਰੋਬਲਮ ਹੈ। ਇਸ ਕਰਕੇ ਅਸੀਂ ਮਾਫੀ ਮੰਗਦੇ ਜੀ ਉਹਦੇ ਬਾਰੇ, ਤੇ ਅੱਗੇ ਨੂੰ ਇਦਾਂ ਦੀ ਗਲਤੀ ਸ਼ਾਇਦ ਨਾ ਹੀ ਹੋਊਗੀ, ਨਾ ਹੀ ਹੋਵੇ ਤਾਂ ਠੀਕ ਹੈ ਜੀ। ਤੇ ਹੁਣ ਮੈਂ ਆ ਰਿਹਾ ਜੀ ਸਤਿੰਦਰ ਸਿੰਘ ਕੋਲ। ਸਤਿੰਦਰ ਸਿੰਘ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਜੀ, ਫਤਿਹ ਸਾਰਿਆਂ ਨੂੰ। ਅੱਜ ਮੈਂ ਕਲਾਸ ਵਿੱਚ ਥੋੜਾ ਲੇਟ ਹੋ ਗਿਆ ਤੇ ਮੈਂ ਪਹਿਲੇ ਤਾਂ ਸੁਣ ਨਹੀਂ ਸਕਿਆ, ਲੇਕਿਨ ਉਸ ਤੋਂ ਬਾਅਦ ਜਦ ਹੋਮੇ ਦੀ ਗੱਲ ਚੱਲ ਰਹੀ ਸੀਗੀ ਤੇ ਮੈਂ ਲਿਖ ਰਿਹਾ ਸੀਗਾ, ਉਸਦੇ ਵਿੱਚ ਮੈਨੂੰ ਇਹ ਸਮਝ ਆਇਆ ਭਾਈ ਸਾਹਿਬ ਜੀ ਕਿ ਮੈਨੂੰ ਮੇਰੀ ਪਰਸਨੈਲਿਟੀ ਡਿਵੈਲਪਮੈਂਟ ਤੇ ਕੰਮ ਕਰਨਾ ਹੈ। ਆ ਟੋਟਲ ਪਰਸਨੈਲਿਟੀ ਡਿਵੈਲਪਮੈਂਟ ਦੀ ਗੱਲ ਚੱਲ ਰਹੀ ਸੀਗੀ। ਅੱਛਾ ਜੀ, ਧੰਨਵਾਦ। ਜਿਸ ਤਰ੍ਹਾਂ ਮੈਂ ਚੀਜ਼ ਨੂੰ ਦੇਖਣਾ ਕਿਸ ਤਰ੍ਹਾਂ ਹੈ, ਉਹਨੂੰ ਪਰਸੀਵ ਕਿਸ ਤਰ੍ਹਾਂ ਕਰਨਾ ਹੈ, ਦੁਨੀਆ ਨੂੰ ਕਿਸ ਤਰ੍ਹਾਂ ਦੇਖਣਾ ਹੈ, ਉਹਨੂੰ ਵਿਜ਼ੂਅਲਾਈਜ਼ ਕਿਸ ਤਰ੍ਹਾਂ ਕਰਨਾ, ਉਹਨੂੰ ਮੇਰੀ ਪਰਸੈਪਸ਼ਨ ਬਦਲੀ ਚਾਹੀਦੀ ਹੈ ਦੁਨੀਆ ਦੀ ਤਰਫੋਂ। ਇਸੇ ਤੇ ਹੋ ਰਿਹਾ ਸੀਗਾ ਸਭ। ਸਾਨੂੰ ਗੁਰੂ ਨਾਨਕ ਦੇਵ ਜੀ ਨੇ ਕਿਤਨਾ ਬਿਊਟੀਫੁਲੀ ਹਰ ਚੀਜ਼ ਸਮਝਾਇਆ ਹੈ। ਹਾਂਜੀ ਹਾਂ, ਕਿ ਆਪਣੀ ਪਰਸਨੈਲਿਟੀ ਡਿਵੈਲਪ ਕਰ ਲਓ, ਸਭ ਠੀਕ ਹੋ ਜਾਏਗਾ। ਹਾਂਜੀ ਹਾਂਜੀ, ਥੈਂਕ ਯੂ ਸੋ ਮਚ ਭਾਈ ਸਾਹਿਬ। ਧੰਨਵਾਦ ਧੰਨਵਾਦ ਧੰਨਵਾਦ। ਠੀਕ ਹੈ ਜੀ। ਹੁਣ ਇਸ ਵੇਲੇ ਕੋਈ ਮਿਊਟ ਨਹੀਂ ਹੋਇਆ ਦਿਸ ਰਿਹਾ ਮੈਨੂੰ, ਤੇ ਇੱਕ ਸਕਿੰਟ ਮੈਨੂੰ ਚੈੱਕ ਕਰ ਲੈਣ ਦਿਓ ਜੀ। ਜੇ ਕਿਸੇ ਨੇ ਅਨਮਿਊਟ ਹੋਣਾ ਤਾਂ ਆ ਜਾਓ, ਨਹੀਂ ਤਾਂ ਇੱਥੇ ਆਪਾਂ ਸਮਾਪਤੀ ਕਰ ਦੇਣੀ ਜੀ। ਨਹੀਂ ਜੀ, ਅੱਛਾ ਅਸੀਂ ਜੀ ਫਿਰ ਇੱਥੇ ਸਮਾਪਤੀ ਕਰਦੇ ਹਾਂ। ਅਸੀਂ ਧੰਨਵਾਦ ਕਰਦੇ ਹਾਂ ਗਿਆਨੀ ਜੀ ਦਾ, ਇਹ ਸਾਰੀਆਂ ਸੰਗਤ। ਨਿਰਮਲ ਸਿੰਘ ਜੀ ਤੁਸੀਂ ਦੇਖ ਰਹੇ ਆ, ਤੁਸੀਂ ਅਨਮਿਊਟ ਹੋ ਕੇ ਆ ਜਾਓ ਬਰੀਫਲੀ ਜੇ ਕੁਝ ਕਹਿਣਾ ਤਾਂ। ਹਾਂਜੀ, ਦੇਖਣਾ ਮਾੜੀ ਗੱਲ ਨਹੀਂ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕਿਉਂਕਿ ਮੈਂ ਲੇਟ ਹੀ ਆਇਆ ਸੀ
ਪਰ ਇਹ ਹੈ ਕਿ ਅੱਜ ਜਿੰਨੇ ਵਿਚਾਰ ਇਹਨਾਂ ਨੇ ਦਿੱਤੇ ਆ ਬਹੁਤ ਸੋਹਣੇ, ਤੇ ਆਪਣੇ ਆਪ ਨੂੰ ਹਰ ਇੱਕ ਆਦਮੀ ਇੱਕ ਗੁਰਸਿੱਖ ਗੁਰਮੁਖ ਇੱਕ ਮਾਡਲ ਬਣਾ ਸਕਦਾ ਆ, ਤੇ ਦੁਨੀਆ ਦੇ ਵਿੱਚ ਆਪਣਾ ਸੰਦੇਸ਼ ਆਪਣੀ ਪਰਸਨੈਲਿਟੀ ਤੋਂ ਹੀ ਬੋਲਣ 'ਚ, ਦੇਖਣ 'ਚ, ਸੁਣ 'ਚ ਏਦਾਂ ਦੇ ਤੁਸੀਂ ਅਗਰ ਆਪੇ ਤੁਰਿਆ ਜਾਂਦਾ ਹੀ ਪਤਾ ਲੱਗਦਾ ਵੀ ਇਹ ਗੁਰਸਿੱਖ ਜਾ ਰਿਹਾ ਮਾਡਲ ਹੈ। ਉਹਨਾਂ ਤੋਂ ਤੁਸੀਂ ਐਗਜ਼ਾਮਪਲ ਲੈ ਕੇ ਤੇ ਅਗਰ ਆਪ ਵੀ ਮਾਡਲ ਬਣ ਸਕਦੇ ਆ। ਤੇ ਅਗਰ ਜਿੰਨੇ ਵੀ ਵਕਾਰਾਂ ਨੂੰ ਛੱਡਣਾ ਨਹੀਂ, ਵਕਾਰਾਂ ਦੀ ਸੋਧ ਕਰਨੀ ਹੈ, ਸੋਧ ਕਰਦੇ ਹੋਏ ਆਪਾਂ ਉਹਨਾਂ ਤੋਂ ਕੰਮ ਲੈਣਾ। ਇਹ ਨਹੀਂ ਕਿ ਇਹ ਜਾਂ ਉਹਨੂੰ ਚੱਕ ਕੇ ਛਿੱਕੇ ਟੰਗਣਾ, ਉਹਨਾਂ ਤੋਂ ਕੰਮ ਵੀ ਲੈਂਦੇ ਹੋਏ ਤੇ ਹੈਗਾ ਵਿਚਾਰਾਂ ਦੇ ਨੂੰ ਆਪਣੇ ਆਪ ਨੂੰ ਸੋਧ ਕੇ ਇੱਕ ਮਾਡਲ ਬਣਨਾ। ਜੇ ਤੇ ਮੇਰੇ ਖਿਆਲ 'ਚ ਆਪਾਂ ਸਾਰੇ ਇਸੇ ਸੁਣਦੇ ਆਪਾਂ ਸਾਰੇ ਹੀ ਆ, ਆਰਾਮ ਨਾਲ ਸਾਰੇ ਕਹਿੰਦੇ ਆ, ਪਰ ਜੇ ਇਹਦੇ ਤੇ ਐਕਸ਼ਨ ਲਵਾਂਗੇ ਫੇਰ ਹੀ ਹੈ। ਐਕਸ਼ਨ ਲੈ ਕੇ ਉੱਦਾਂ ਦੇ ਬਣਨ ਦੀ ਕੋਸ਼ਿਸ਼ ਕਰੋ, ਜਾਂ ਤਾਂ ਆਪਾਂ ਅਗਰ ਬਣ ਕੇ ਆਪਾਂ ਦਿਖਾਈਏ ਤੇ ਨਹੀਂ ਤਾਂ ਰੋਜ਼ ਦਾ ਜਿਹੜਾ ਆਪਾਂ ਸੁਣਦੇ ਆ, ਅੱਜ ਸੁਣਿਆ ਕੱਲ੍ਹ ਨੂੰ ਭੁੱਲ ਜਾਵਾਂਗੇ ਤੇ ਫਿਰ ਫਾਇਦਾ ਬਹੁਤਾ ਨਹੀਂ ਹੋਣਾ। ਤੇ ਟਰਾਈ ਕਰੋ ਹਰ ਕਿਲੇ ਪੀਰਾ ਪੈਣਾ ਕਿ ਮੈਂ ਬੇਨਤੀ ਕਰਦਾ ਜੋ ਸੁਣਿਆ ਇਹਨੂੰ ਅਗਰ ਮਨ ਬਚਨ ਤੇ ਕਰਮ ਕਰਕੇ ਇਸ ਨੂੰ ਬਣਾ ਕੇ ਅਗਰ ਇੱਕ ਐਗਜ਼ਾਮਪਲ ਬਣਾ ਕੇ ਦਿਖਾਓ। ਇਹੀ ਹੈਗਾ ਮੇਰਾ ਸੰਦੇਸ਼ ਸਾਰਿਆਂ ਨੂੰ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਜੀ। ਹੁਣ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜਿਹੜੀ ਗਿਆਨੀ ਜੀ ਨੇ ਗੱਲ ਕੀਤੀ ਸੀ WhatsApp ਗਰੁੱਪ ਬਣਾਉਣ ਵਾਸਤੇ, ਉਹਦੇ ਵਿੱਚ ਪਹਿਲਾਂ ਤਾਂ ਆਪਾਂ ਸਾਰਿਆਂ ਦੀ ਸਲਾਹ ਲੈਣੀ ਹੈ। ਸਲਾਹ ਤੋਂ ਮਤਲਬ ਕਿ ਹਾਂ ਕਰਵਾਉਣੀ ਹੈ, ਫਿਰ ਜੇ ਤਾਂ ਸਾਰੇ ਐਗਰੀ ਕਰਦੇ ਹੋਏ ਹਾਂਜੀ, ਤੇ ਉਹਦੇ ਗਾਹਾਂ ਦਾ ਜਿਹੜਾ ਹੋਣਾ ਜੀ ਬਿੱਟ, ਉਹਦੇ ਬਾਅਦ ਟੈਲੀਫੋਨ ਨੰਬਰ ਹੋਣਗੇ। ਇਹ ਆਪਾਂ ਕੱਲ ਨੂੰ ਜਿਹੜੀ ਕਲਾਸ ਲੱਗਣੀ ਉਹਦੇ ਵਿੱਚ ਆਪਾਂ ਰੱਖ ਦਿਆਂਗੇ। ਤੇ ਮੈਂ ਚਾਹੁੰਦਾ ਨਹੀਂ ਵੀ ਟੈਲੀਫੋਨ ਨੰਬਰ ਇੱਦਾਂ ਮੈਨੂੰ ਸਕਰੀਨ ਤੇ ਮੈਨੂੰ ਕੱਲਾ ਕੱਲਾ ਦੇਵੇ, ਤੇ ਉਹਦਾ ਕੋਈ ਪ੍ਰਬੰਧ ਕਰ ਲੈਂਦੇ ਆ। ਤੇ ਉਹਦੇ ਨਾਲ ਫਿਰ ਅਸੀਂ ਗਰੁੱਪ ਬਣਾ ਦਿਆਂਗੇ, ਤੇ ਕੱਲ ਨੂੰ ਆਪਾਂ ਇਹਦੇ ਬਾਰੇ ਜ਼ਿਆਦਾ ਥੋੜਾ ਜਿਹਾ ਹੋਰ ਵਿਚਾਰ ਕਰਾਂਗੇ। ਤੇ ਉਦ ਤੱਕ ਹੁਣ ਸਾਨੂੰ ਇਜਾਜ਼ਤ ਦੇ ਦਿਓ ਜੀ। ਕੱਲ ਨੂੰ ਫਿਰ ਇਸੇ ਸੇਮ ਟਾਈਮ ਤੇ ਆ ਜਾਇਓ ਸਾਰੇ ਜਣੇ, ਖੁਸ਼ ਰਹੋ ਤੇ ਹੱਸਦੇ ਹੱਸਦੇ ਆਇਓ ਜੀ। ਤੇ ਸਹੀ ਗੱਲ ਹੈ ਹਾਂਜੀ, ਤੇ ਕੱਲ ਨੂੰ ਫਿਰ ਮਿਲਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।